ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਅਸੀਂ ਸ਼ੁਰੂਆਤ ਕਰੀਏ ਉਸ ਤੋਂ ਪਹਿਲਾਂ ਅੱਜ ਜਿਸ ਪਰਿਵਾਰ ਦੀ ਵਜ੍ਹਾ ਦੇ ਨਾਲ ਸਾਨੂੰ ਸਾਰਿਆਂ ਨੂੰ ਇਹ ਸਤਸੰਗ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਹੈ, ਇਹ ਆਨੰਦ ਲੈਣ ਦਾ ਮੌਕਾ ਮਿਲਿਆ ਹੈ, ਸਭ ਤੋਂ ਪਹਿਲਾਂ ਅਸੀਂ ਆਪਣੀ ਤਰਫੋਂ ਔਰ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਇਹ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦੇਵਾਂਗੇ, ਮੁਬਾਰਕਬਾਦ ਦੇਵਾਂਗੇ, ਕਿਉਂਕਿ ਅੱਜ ਇਹਨਾਂ ਨੇ ਸਮਾਂ ਲੈ ਕੇ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਹੈ ਕਿ ਅੱਜ ਇਸ ਸਤਸੰਗ ਵਿੱਚ ਅਸੀਂ ਬੈਠੇ ਹਾਂ। ਸੋ ਇਸ ਤੋਂ ਪਹਿਲਾਂ ਕਿ ਸਤਸੰਗ ਦੀ ਸ਼ੁਰੂਆਤ ਕਰੀਏ, ਆਓ ਰਲ ਕੇ ਜਿਸ ਪਰਿਵਾਰ ਦੀ ਵਜ੍ਹਾ ਨਾਲ ਸਾਨੂੰ ਮੌਕਾ ਮਿਲਿਆ ਹੈ, ਇਸ ਪਰਿਵਾਰ ਵਾਸਤੇ ਉਸ ਮਾਲਕ ਦੇ ਘਰ 'ਚ ਅਰਦਾਸ ਬੇਨਤੀ ਕਰੀਏ ਕਿ ਮਾਲਕ ਇਸ ਘਰ ਪਰਿਵਾਰ ਨੂੰ ਹਮੇਸ਼ਾ ਖੁਸ਼ੀਆਂ ਦੇ ਨਾਲ, ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ ਭਰਪੂਰ ਰੱਖਣ। ਆਉਣ ਵਾਲਾ ਸਮਾਂ ਇਸ ਪਰਿਵਾਰ ਵਾਸਤੇ ਹੋਰ ਵੀ ਜ਼ਿਆਦਾ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਆਵੇ। ਔਰ ਜਿਸ ਤਰ੍ਹਾਂ ਅੱਜ ਇਸ ਪਰਿਵਾਰ ਨੇ ਖੁਸ਼ੀਆਂ ਨਾਲ ਸਤਸੰਗ ਕਰਵਾਏ ਹੈ, ਮਾਲਕ ਇਸ ਘਰ ਪਰਿਵਾਰ ਨੂੰ ਖੁਸ਼ੀਆਂ ਦਿੰਦੇ ਰਹਿਣ, ਖੁਸ਼ੀਆਂ ਨਾਲ ਭਰਪੂਰ ਰੱਖਣ, ਤਾਂ ਕਿ ਇਸੇ ਤਰ੍ਹਾਂ ਇਹ ਖੁਸ਼ੀਆਂ ਨਾਲ ਸਤਸੰਗ ਕਰਵਾਉਂਦੇ ਰਹਿਣ ਤਾਂ ਸਾਨੂੰ ਸਾਰਿਆਂ ਨੂੰ ਵੀ ਇੱਦਾਂ ਹੀ ਸਤਸੰਗ ਦੇ ਵਿੱਚ ਬੈਠਣ ਦਾ, ਸਤਸੰਗ ਦਾ ਆਨੰਦ ਲੈਣ ਦਾ ਮੌਕਾ ਮਿਲਦਾ ਰਹੇ। ਇਹ ਸਾਰੀ ਸੰਗਤ ਰਲ ਕੇ ਇਹਨਾਂ ਵਾਸਤੇ ਬੇਨਤੀ ਕਰੋ। ਔਰ ਹੁਣ ਜੇ ਮੌਕਾ ਮਿਲਿਆ ਹੈ ਤਾਂ ਇਹ ਦੱਸਣਾ ਚਾਹਾਂਗੇ ਕਿ ਸਤਸੰਗ ਇੱਕ ਉਹ ਸਥਾਨ ਹੁੰਦਾ ਹੈ, ਉਹ ਜਗ੍ਹਾ ਹੁੰਦੀ ਹੈ ਕਿ ਜਿੱਥੇ ਬੈਠ ਕੇ ਸਾਡੇ ਜੀਵਨ 'ਚ ਬਦਲਾਅ ਆਉਂਦਾ ਹੈ। ਇਸ ਲਈ ਅਗਰ ਅੱਜ ਸਾਨੂੰ ਸਾਰਿਆਂ ਨੂੰ ਇਹ ਮੌਕਾ ਮਿਲਿਆ ਹੈ ਨਾ, ਤਾਂ ਫਿਰ ਇਹ ਜਿੰਨਾ ਵੀ ਟਾਈਮ, ਚਾਹੇ 10 ਮਿੰਟ, 15 ਮਿੰਟ, ਅੱਧਾ ਘੰਟਾ, 45 ਮਿੰਟ, ਯਾਨੀ ਜਿੰਨਾ ਟਾਈਮ ਵੀ ਇਹ ਸਤਸੰਗ ਦਾ ਹੈ, ਤਾਂ ਇਹ ਸਮਝ ਲੈਣਾ ਕਿ ਆਪਣੀ ਸੁਰਤੀ ਨੂੰ, ਆਪਣੇ ਧਿਆਨ ਨੂੰ ਪੂਰੀ ਤਰ੍ਹਾਂ ਸਤਸੰਗ ਦੇ ਨਾਲ ਜੋੜ ਦੇਣਾ ਹੈ। ਕਿਉਂਕਿ ਜਦੋਂ ਇਨਸਾਨ ਦਾ ਦਿਲ ਕਿਸੇ ਚੀਜ਼ ਨਾਲ ਜੁੜ ਜਾਂਦਾ ਨਾ, ਤਾਂ ਫਿਰ ਇਨਸਾਨ ਦੇ ਦਿਲ ਤੇ ਉਸ ਚੀਜ਼ ਦਾ ਪ੍ਰਭਾਵ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਸਤਸੰਗ ਤਾਂ ਇੱਕ ਉਹ ਅਸਥਾਨ ਹੈ ਜਿਸ ਦੇ ਬਾਰੇ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਬੜਾ ਪਿਆਰਾ ਦੱਸਿਆ ਹੈ ਕਿ ਸਤਸੰਗ ਪਾਇਆ ਸੁਖ ਉਪਜਾ, ਦਿਲ ਦਰਿਆ ਭਰਪੂਰ, ਕਬੀਰਾ ਸਤ ਸੰਗਤ ਮੇਂ ਹਰੀ ਵਸੇ, ਮੂਰਖ ਖੋਜੇ ਦੂਰ। ਹੁਣ ਜਰਾ ਕਬੀਰ ਸਾਹਿਬ ਦੀ ਬਾਣੀ ਨੂੰ ਔਰ ਉਹਨਾਂ ਦੇ ਇੱਕ ਇੱਕ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਇਸ ਸ਼ਬਦ ਦੇ ਅੰਦਰ ਸੰਤ ਕਬੀਰ ਜੀ ਨੇ ਕਿੱਡੀ ਗਹਿਰੀ ਗੱਲ ਕਹਿ ਦਿੱਤੀ ਕਿ ਅੱਜ ਇਨਸਾਨ ਸੁੱਖ ਚਾਹੁੰਦਾ ਹੈ, ਖੁਸ਼ੀ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ। ਬੋਲੋ, ਚਾਹੁੰਦਾ ਹੈ ਕਿ ਨਹੀਂ? ਹੁਣ ਤੁਸੀਂ ਵੀ ਖੁਸ਼ੀ ਚਾਹੁੰਦੇ ਹੋ ਕਿ ਨਹੀਂ? ਕਿਉਂਕਿ ਇਨਸਾਨ ਖੁਸ਼ੀ ਵਾਸਤੇ ਤਾਂ ਦਿਨ ਰਾਤ ਦੌੜ ਰਿਹਾ ਹੈ ਕਿ ਮੇਰੇ ਜੀਵਨ 'ਚ ਖੁਸ਼ੀ ਆਵੇ, ਮੇਰੇ ਜੀਵਨ 'ਚ ਆਨੰਦ ਆਵੇ, ਮੇਰੇ ਜੀਵਨ 'ਚ ਸ਼ਾਂਤੀ ਆਵੇ, ਮੇਰੇ ਜੀਵਨ 'ਚ ਕੋਈ ਕਮੀ ਨਾ ਰਹੇ। ਪਰ ਉਹ ਖੁਸ਼ੀ ਮਿਲਣੀ ਕਿੱਦਾਂ ਹੈ, ਜ਼ਰਾ ਸਮਝਣਾ ਸਾਰਿਆਂ ਨੇ। ਹੁਣ ਉਹੀ ਚੀਜ਼ ਇੱਥੇ ਸੰਤ ਕਬੀਰ ਜੀ ਦੱਸ ਰਹੇ ਹੈ ਕਿ ਸਤਸੰਗ ਪਾਇਆ ਸੁਖ ਉਪਜਾ, ਦਿਲ ਦਰਿਆ ਭਰਪੂਰ, ਕਿ ਅਗਰ ਇਨਸਾਨ ਜੀਵਨ 'ਚ ਭਰਪੂਰ ਹੋਣਾ ਚਾਹੁੰਦਾ ਹੈ ਤਾਂ ਫਿਰ ਕਬੀਰ ਸਾਹਿਬ ਦੱਸਦੇ ਹੈ ਕਿ ਕਿਹੜੀ ਜਗ੍ਹਾ ਜਾ ਕੇ ਤੂੰ ਭਰਪੂਰ ਹੋ ਸਕਦਾ ਹੈ, ਕਿਹੜੀ ਐਸੀ ਜਗ੍ਹਾ ਹੈ ਜਿੱਥੇ ਜਾ ਕੇ ਤੇਰੇ ਅੰਦਰ ਉਹ ਖੁਸ਼ੀਆਂ ਉਪਜ ਸਕਦੀਆਂ ਹੈ। ਕਿਉਂਕਿ ਇੱਥੇ ਉਹਨਾਂ ਨੇ ਕਿਹਾ ਸੁਖ ਉਪਜਾ। ਔਰ ਇਹ ਗੱਲ ਨੂੰ ਥੋੜਾ ਜਿਹਾ ਅਸੀਂ ਗਹਿਰਾਈ 'ਚ ਜਾ ਕੇ ਸਮਝਾਉਣਾ ਚਾਹਾਂਗੇ। ਹੁਣ ਜਦੋਂ ਕਬੀਰ ਸਾਹਿਬ ਨੇ ਦੱਸਿਆ ਕਿ ਸਤਸੰਗ ਪਾਇਆ ਸੁਖ ਉਪਜਾ, ਸੁਖ ਕਿੱਥੇ ਉਪਜਦਾ ਹੈ? ਸਾਡੇ ਅੰਦਰ। ਕਿਉਂਕਿ ਕੁਝ ਵਿਚਾਰ, ਜਰਾ ਹੁਣ ਧਿਆਨ ਦੇਣਾ, ਕੁਝ ਵਿਚਾਰ, ਕੁਝ ਅੱਛੀ ਸੋਚ ਜਦੋਂ ਸਾਡੇ ਅੰਦਰ ਜਾਂਦੀ ਹੈ ਨਾ, ਫਿਰ ਸਾਡੇ ਜੀਵਨ 'ਚ ਖੁਸ਼ੀਆਂ ਆਣੀਆਂ ਸ਼ੁਰੂ ਹੁੰਦੀਆਂ ਹੈ। ਕਿਉਂਕਿ ਉਹ ਪ੍ਰਮਾਤਮਾ ਨੇ ਜਦੋਂ ਸਾਨੂੰ ਪੈਦਾ ਕੀਤਾ ਨਾ, ਤਾਂ ਉਹਨੇ ਹਰ ਚੀਜ਼ ਸਾਡੇ ਅੰਦਰ ਰੱਖੀ। ਜੇ ਤਾਂ ਸਮਝ ਲਓ ਇਹ ਧਰਤੀ ਹੈ, ਧਰਤੀ ਦੇ ਅੰਦਰ ਹੀ ਪ੍ਰਮਾਤਮਾ ਨੇ, ਕੁਦਰਤ ਨੇ ਸਾਰੀ ਸ਼ਕਤੀ ਰੱਖੀ ਹੋਈ ਹੈ। ਹੁਣ ਅਸੀਂ ਜਿੱਦਾਂ ਦਾ ਬੀਜ ਇਹ ਧਰਤੀ 'ਚ ਪਾਉਣਾ, ਧਰਤੀ ਨੇ ਉਹੀ ਚੀਜ਼ ਬਾਹਰ ਪ੍ਰਗਟ ਕਰ ਦੇਣੀ ਹੈ ਸਭ ਕੁਝ ਇਹਦੇ ਅੰਦਰ ਹੀ। ਇਸੇ ਤਰ੍ਹਾਂ ਜੋ ਇਨਸਾਨ ਹੈ, ਜੋ ਪ੍ਰਮਾਤਮਾ ਨੇ ਸਾਨੂੰ ਇਹ ਜੀਵਨ ਦਿੱਤਾ ਹੈ, ਇਹ ਜ਼ਿੰਦਗੀ ਦਿੱਤੀ ਹੈ, ਤਾਂ ਅੱਜ ਅਸੀਂ ਥੋੜਾ ਜਿਹਾ ਇਹਦੇ
ਇਸ ਗਹਿਰਾਈ ਨੂੰ ਸਮਝਣਾ ਹੈ, ਰਾਜ ਨੂੰ ਸਮਝਣਾ ਹੈ ਕਿ ਇਹਦੇ ਅੰਦਰ ਹੀ ਸਾਰੀਆਂ ਖੁਸ਼ੀਆਂ ਹੈ। ਪਰ ਇਨਸਾਨ ਨੂੰ ਉਹਨਾਂ ਖੁਸ਼ੀਆਂ ਨੂੰ ਬਾਹਰ ਕਿੱਦਾਂ ਕੱਢਿਆ ਜਾਵੇ, ਕਿੱਦਾਂ ਪ੍ਰਗਟ ਕੀਤਾ ਜਾਵੇ, ਉਹਦੀ ਕਲਾ ਨਹੀਂ ਆਉਂਦੀ, ਉਹਦਾ ਢੰਗ ਨਹੀਂ ਆਉਂਦਾ। ਅੱਜ ਅਸੀਂ ਇਹੀ ਥੋੜਾ ਜਿਹਾ ਸਮਝਣਾ ਹੈ। ਸੋ ਪਹਿਲਾਂ ਤਾਂ ਤੁਹਾਨੂੰ ਪੁੱਛ ਲਈਏ, ਤੁਸੀਂ ਖੁਸ਼ੀ ਪਾਣਾ ਚਾਹੁੰਦੇ ਹੋ ਨਾ, ਕਾਮਯਾਬੀ ਪਾਣਾ ਚਾਹੁੰਦੇ ਹੋ ਨਾ ਜ਼ਿੰਦਗੀ 'ਚ, ਤਾਂ ਫਿਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਫਿਰ ਅੱਜ ਇਹ ਸਮਝ ਕੇ ਜਾਣਾ ਕਿ ਕਾਮਯਾਬੀ ਅਸੀਂ ਕਿੱਦਾਂ ਹਾਸਲ ਕਰ ਸਕਦੇ ਹਾਂ, ਖੁਸ਼ੀਆਂ ਅਸੀਂ ਕਿੱਦਾਂ ਪਾ ਸਕਦੇ ਹਾਂ। ਸੋ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ ਕਿ ਇਨਸਾਨ ਦੇ ਜੀਵਨ 'ਚ ਪਰਮਾਤਮਾ ਨੇ ਉਹ ਸ਼ਕਤੀ ਰੱਖੀ ਹੋਈ ਹੈ ਕਿ ਸਭ ਕੁਝ ਇਨਸਾਨ ਦੇ ਕਿੱਥੇ ਹੈ, ਅੰਦਰ ਹੀ ਹੈ। ਹੁਣ ਜ਼ਰਾ ਸਮਝੋ ਕਿ ਇਹਨੂੰ ਇਸ ਤਰ੍ਹਾਂ ਸਮਝ ਲਓ ਕਿ ਕੋਈ ਆ ਕੇ ਤੁਹਾਡੀ ਤਾਰੀਫ ਕਰ ਦਿੰਦਾ ਹੈ ਕਿ ਵੀ ਤੂੰ ਬਹੁਤ ਸੋਹਣਾ ਹੈ ਜਾਂ ਤੂੰ ਕੱਪੜੇ ਬਹੁਤ ਅੱਛੇ ਪਾਏ ਹੈ, ਤਾਂ ਹੁਣ ਉਹਨਾਂ ਤੇ ਸਿਰਫ ਸ਼ਬਦ ਬੋਲੇ ਹੈ, ਖੁਸ਼ੀ ਕਿੱਥੇ ਆਉਂਦੀ ਹੈ? ਖੁਸ਼ੀ ਪੈਦਾ ਕਿੱਥੋਂ ਹੁੰਦੀ ਹੈ? ਸਾਡੇ ਅੰਦਰੋਂ ਪੈਦਾ ਹੁੰਦੀ ਹੈ। ਜ਼ਰਾ ਸਮਝਣਾ ਇਹਨੂੰ। ਇਸੇ ਤਰ੍ਹਾਂ ਇੱਕ ਛੋਟੀ ਜਿਹੀ ਕਹਾਣੀ ਦੇ ਜ਼ਰੀਏ ਦੱਸਾਂਗੇ ਕਿ ਇੱਕ ਵਾਰ ਨਾ ਇੱਕ ਫਕੀਰ ਬੈਠੇ ਹੋਏ ਸੀ, ਤਾਂ ਉਹਨਾਂ ਫਕੀਰਾਂ ਦੇ ਕੋਲ ਇੱਕ ਬਾਦਸ਼ਾਹ ਪਹੁੰਚਿਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ। ਜਦੋਂ ਬਾਦਸ਼ਾਹ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਤਾਂ ਬਾਦਸ਼ਾਹ ਨੇ ਫਕੀਰਾਂ ਦੇ ਜਦੋਂ ਦਰਸ਼ਨ ਕੀਤੇ, ਤਾਂ ਦਰਸ਼ਨ ਕਰਨ ਤੋਂ ਬਾਅਦ ਉਸ ਬਾਦਸ਼ਾਹ ਨੇ ਫਕੀਰਾਂ ਦੇ ਕੋਲ ਇੱਕ ਸਵਾਲ ਕੀਤਾ। ਉਹ ਸਵਾਲ ਕਿਹੜਾ ਸੀ ਕਿ ਮਹਾਰਾਜ ਸਵਰਗ ਕੀ ਹੈ ਔਰ ਨਰਕ ਕੀ ਹੈ? ਕਿਹੜਾ ਸਵਾਲ ਪੁੱਛਿਆ ਕਿ ਸਵਰਗ ਕੀ ਹੈ ਔਰ ਨਰਕ ਕੀ ਹੈ, ਕਿ ਸਵਰਗ ਹੈ ਨਰਕ ਹੈ? ਤਾਂ ਉਸ ਵੇਲੇ ਫਕੀਰਾਂ ਨੇ ਬਾਦਸ਼ਾਹ ਦੀ ਤਰਫ ਮੁਸਕਰਾ ਕੇ ਦੇਖਿਆ, ਕਹਿੰਦੇ ਬਾਦਸ਼ਾਹ ਤੂੰ ਜਾਣਨਾ ਚਾਹੁੰਦਾ ਹੈ ਕਿ ਸਵਰਗ ਕੀ ਹੈ, ਨਰਕ ਕੀ ਹੈ, ਸਵਰਗ ਹੈ ਜਾਂ ਨਰਕ ਹੈ? ਉਹ ਕਹਿੰਦਾ ਜੀ ਹਾਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਸਵਰਗ ਕੀ ਹੈ ਔਰ ਨਰਕ ਕੀ ਹੈ, ਕਿ ਸਵਰਗ ਹੈ ਜਾਂ ਨਰਕ ਹੈ? ਹਾਂ ਮੈਂ ਜਾਣਨਾ ਚਾਹੁੰਦਾ ਹਾਂ। ਤਾਂ ਫਕੀਰ ਕਹਿੰਦੇ ਬਾਦਸ਼ਾਹ ਜਰਾ ਉੱਠ ਕੇ ਖੜ। ਬਾਦਸ਼ਾਹ ਫਕੀਰਾਂ ਦੇ ਸਾਹਮਣੇ ਖੜ ਗਿਆ। ਫਕੀਰਾਂ ਨੇ ਪੈਰਾਂ ਤੋਂ ਲੈ ਕੇ ਉਹਦੇ ਸਿਰ ਤੱਕ ਦੇਖਿਆ ਔਰ ਦੇਖ ਕੇ ਫਕੀਰ ਕੀ ਬੋਲੇ, ਕਹਿੰਦੇ ਬਾਦਸ਼ਾਹ ਪਹਿਲੀ ਗੱਲ ਤਾਂ ਅਸੀਂ ਤੈਨੂੰ ਦੇਖਿਆ ਤੈਨੂੰ ਕੱਪੜਾ ਪਾਉਣ ਦਾ ਚੱਜ ਹੈ ਨਹੀਂ। ਆ ਕਿੱਦਾਂ ਦੇ ਕੱਪੜੇ ਤੂੰ ਪਾਏ ਹੋਏ ਆ, ਔਰ ਆਪਣੀ ਸ਼ਕਲ ਵੀ ਤੂੰ ਦੇਖੀ, ਕਦੀ ਆਈਨੇ ਦੇ ਵਿੱਚ ਆਪਣੀ ਸ਼ਕਲ ਵੀ ਦੇਖੀ ਤੂੰ? ਆ ਤੇਰਾ ਚਿਹਰਾ ਇੰਨਾ ਬਦਸੂਰਤ ਹੈ ਕਿ ਦੇਖਣ ਨੂੰ ਦਿਲ ਨਹੀਂ ਕਰਦਾ। ਹੁਣ ਅੱਜ ਤੱਕ ਬਾਦਸ਼ਾਹ ਮੋਹਰੇ ਕਦੀ ਕਿਸੇ ਨੇ ਇਦਾਂ ਦੇ ਵਚਨ ਬੋਲੇ ਨਹੀਂ ਸੀ। ਜ਼ਰਾ ਹੁਣ ਧਿਆਨ ਦੇਣ ਵਾਲੀ ਗੱਲ ਹੈ ਕਿ ਬਾਦਸ਼ਾਹ ਮੋਹਰੇ ਅੱਜ ਤੱਕ ਕਿਸੇ ਨੇ ਇਦਾਂ ਦੇ ਵਚਨ ਬੋਲੇ ਨਹੀਂ ਸੀ। ਜਦੋਂ ਇਦਾਂ ਦਾ ਅਪਮਾਨ ਉਹ ਵੀ ਬਾਦਸ਼ਾਹ ਨੇ ਦੇਖਿਆ, ਮੈਂ ਇਸ ਨਗਰ ਦਾ ਬਾਦਸ਼ਾਹ ਹਾਂ, ਇੰਨੇ ਲੋਕਾਂ ਵਿੱਚ ਫਕੀਰ ਮੇਰੀ ਬੇਇੱਜ਼ਤੀ ਕਰ ਰਿਹਾ ਕਿ ਮੈਨੂੰ ਕੱਪੜਾ ਪਾਉਣ ਦਾ ਚੱਜ ਨਹੀਂ ਔਰ ਮੇਰੀ ਸ਼ਕਲ ਇੰਨੀ ਮਾੜੀ ਕਿ ਕਹਿੰਦੇ ਦੇਖਣ ਨੂੰ ਦਿਲ ਨਹੀਂ ਕਰਦਾ। ਬਾਦਸ਼ਾਹ ਦੇ ਚਿਹਰੇ 'ਤੇ ਗੁੱਸਾ ਆ ਗਿਆ, ਕ੍ਰੋਧ ਆ ਗਿਆ। ਹੁਣ ਕ੍ਰੋਧ ਵਿੱਚ ਆ ਕੇ ਬਾਦਸ਼ਾਹ ਨੇ ਫਕੀਰਾਂ ਨੂੰ ਕਿਹਾ, ਫਕੀਰ ਮੈਂ ਬੜੇ ਪ੍ਰੇਮ ਨਾਲ ਬੜੀ ਇੱਜ਼ਤ ਨਾਲ ਤੇਰੇ ਕੋਲ ਆਇਆ ਸੀ, ਪਰ ਤੂੰ ਮੈਨੂੰ ਕਿੱਦਾਂ ਦੇ ਸ਼ਬਦ ਬੋਲ ਰਿਹਾ ਹੈ, ਮੇਰੀ ਬੇਇੱਜ਼ਤੀ ਕਰ ਰਿਹਾ ਹੈ, ਇਸ ਲਈ ਖਬਰਦਾਰ ਜੇ ਇੱਕ ਵੀ ਬੋਲ ਬੋਲਿਆ ਤਾਂ ਦੇਖ ਲਈ। ਫਕੀਰ ਕਹਿੰਦੇ ਕੀ ਕਰ ਲਏਗਾ ਤੂੰ, ਤੇਰੀ ਔਕਾਤ ਕੀ ਹੈ ਕਰਨ ਦੀ? ਜਦੋਂ ਇੰਨੀ ਗੱਲ ਕਹੀ ਬਾਦਸ਼ਾਹ ਨੇ ਤਲਵਾਰ ਕੱਢੀ, ਕਹਿੰਦੇ ਮੈਂ ਦੱਸਾਂ ਮੈਂ ਕੀ ਕਰ ਸਕਦਾ ਹਾਂ। ਗੁੱਸੇ ਜਾ ਕੇ ਤਲਵਾਰ ਚੱਕੀ, ਮਾਰਨ ਲੱਗੇ। ਫਕੀਰ ਕਹਿੰਦੇ ਰੁਕ ਬਾਦਸ਼ਾਹ, ਆਹੀ ਨਰਕ ਹੈ। ਸਮਝਦੇ ਹੋ ਕਿ ਨਹੀਂ? ਆਹੀ ਨਰਕ ਹੈ। ਤੂੰ ਨਰਕ ਬਾਰੇ ਜਾਣਨਾ ਚਾਹੁੰਦਾ ਸੀ ਨਾ ਕਿ ਨਰਕ 'ਚ ਕੀ ਹੈ, ਨਰਕ ਹੈ ਜਾਂ ਨਹੀਂ? ਉਹ ਕਹਿੰਦੇ ਉਹ ਸਵਰਗ ਯਾਨੀ ਆਸਮਾਨ 'ਚ ਕੋਈ ਸਵਰਗ ਹੈ, ਕੋਈ ਨਰਕ ਹੈ, ਉਹਦਾ ਤਾਂ ਪੱਕਾ ਨਹੀਂ ਪਤਾ। ਪਰ ਜਦੋਂ ਇਨਸਾਨ ਇੱਥੇ ਕ੍ਰੋਧ ਕਰਦਾ ਹੈ ਨਾ, ਕ੍ਰੋਧ ਦੀ ਅਗਨੀ ਨਾਲ ਜਲ ਉੱਠਦਾ ਹੈ, ਤਾਂ ਉਹਦੇ ਵਾਸਤੇ ਇਹੀ ਨਰਕ ਹੈ। ਕਿਉਂਕਿ ਸਭ ਤੋਂ ਬੁਰੀ ਅੱਗ ਕਿਹੜੀ ਹੈ? ਜ਼ਰਾ ਹੁਣ ਆਪ ਆਪਣੇ ਆਪ ਨੂੰ ਸਵਾਲ ਪੁੱਛੋ। ਇੱਕ ਅੱਗ ਉਹ ਹੈ ਜੋ ਸਾਡੇ ਚੁੱਲ੍ਹੇ 'ਚ ਜਲਦੀ ਹੈ। ਹੁਣ ਅਗਰ ਉਹ ਲੱਗ ਜਾਵੇ ਤਾਂ ਅਸੀਂ ਕਹਿੰਦੇ ਘਰ ਸਾੜ ਦਿੰਦੀ ਹੈ ਜਾਂ ਇਨਸਾਨ ਦੇ ਬਾਹਰ ਨੂੰ ਸਾੜ ਦਿੰਦੀ, ਪਰ ਕ੍ਰੋਧ ਦੀ ਅੱਗ ਤਾਂ ਖਾਨਦਾਨ ਹੀ ਸਾੜ ਦਿੰਦੀ ਹੈ, ਜ਼ਿੰਦਗੀਆਂ ਤਬਾਹ ਕਰਕੇ ਰੱਖ ਦਿੰਦੀ ਹੈ। ਕਿਉਂਕਿ ਕਈ ਵਾਰ ਕ੍ਰੋਧ ਵਿੱਚ ਲਏ ਹੋਏ ਫੈਸਲੇ, ਉਹਦਾ ਹਰਜਾਨਾ ਕਿੰਨੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਔਰ ਜੇ ਉਹ ਕ੍ਰੋਧ ਕਿਸੇ ਬੜੇ ਬਾਦਸ਼ਾਹ ਦਾ ਹੋਵੇ ਤਾਂ ਫਿਰ ਤਾਂ ਪੂਰੇ ਮੁਲਕ ਨੂੰ ਭੋਗਣਾ ਪੈਂਦਾ ਹੈ। ਸੋ ਕਿਹਾ ਜਾਂਦਾ ਕਿ ਸਭ ਤੋਂ ਖਤਰਨਾਕ ਅੱਗ ਜਿਹੜੀ ਹੈ ਨਾ, ਜਿਸ ਤਰ੍ਹਾਂ ਕਿ ਸ਼ਬਦ ਅੰਦਰ ਵੀ ਆਇਆ ਹੈ ਕਿ ਕ੍ਰੋਧ ਕੀਏ ਰਾਵਣ ਮਰਾ, दुर्योधन का नाश, राज गए दुर्गत भई मिला नरक में वास। कि एक क्रोध की अग जो इंसान के अंदर वलदी है तो फिर सब कुछ नाश हो जाता है। इसलिए फकीरा ने कहा बादशाह रुक, यही नरक है, यही नरक का द्वार है। हुण जरा गौर करना, उत्थे फकीरा ने एक नाल होर गल कही कि बादशाह कोई सानू नरक च नहीं भेज सकता, असीं नरक च भी जांदे आ तो अपनी करनी करके स्वर्ग च भी जाते हैं
ਆਪਣੀ ਕਰਨੀ ਕਰਕੇ ਇਹੀ ਨਰਕ ਹੈ। ਤੂੰ ਨਰਕ ਬਾਰੇ ਪੁੱਛਿਆ ਸੀ, ਮਾਫ ਕਰੀ, ਅਸੀਂ ਸਿਰਫ ਤੈਨੂੰ ਨਰਕ ਦਾ ਦਰਸ਼ਨ ਕਰਾਉਣ ਵਾਸਤੇ ਹੀ ਇਹ ਬੁਰੇ ਬੋਲ ਬੋਲੇ ਸੀ, ਨਹੀਂ ਤਾਂ ਫਕੀਰ ਤਾਂ ਸਭ ਨੂੰ ਪਿਆਰ ਕਰਦੇ ਆ। ਜਦੋਂ ਇੰਨੀ ਗੱਲ ਬਾਦਸ਼ਾਹ ਨੇ ਸੁਣੀ ਤਾਂ ਬਾਦਸ਼ਾਹ ਨੇ ਤਲਵਾਰ ਮਿਆਨ ਦੇ ਵਿੱਚ ਪਾਈ ਕਿ ਇਹ ਤਾਂ ਫਕੀਰਾਂ ਨੇ ਮੇਰੇ ਹੀ ਸਵਾਲ ਦਾ ਜਵਾਬ ਦਿੱਤਾ ਸੀ, ਮੈਨੂੰ ਸਮਝਾਉਣ ਦੀ ਖਾਤਰ ਫਕੀਰਾਂ ਨੇ ਗੱਲ ਕਹੀ ਸੀ। ਤਾਂ ਬਾਦਸ਼ਾਹ ਨੇ ਹੱਥ ਜੋੜੇ, क्षमा ਮੰਗੀ ਔਰ ਫਕੀਰਾਂ ਦੇ ਪੈਰ ਫੜ ਲਏ। ਕਹਿੰਦਾ ਮਹਾਰਾਜ ਮਾਫ ਕਰੋ, ਤੁਸੀਂ ਤਾਂ ਮੇਰੇ ਸਵਾਲ ਦਾ ਜਵਾਬ ਦੇ ਰਹੇ ਸੀ, ਮੈਂ ਵੀ ਕ੍ਰੋਧਿਤ ਹੋ ਗਿਆ, ਮੈਨੂੰ ਬੜੀ ਸ਼ਰਮ ਆ ਰਹੀ ਆਪਣੇ ਕੀਤੇ ਤੇ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰੋ, ਮੈਂ ਬੜਾ ਪਛਤਾ ਰਿਹਾ ਕਿ ਮੈਂ ਇਦਾਂ ਦੇ ਬੋਲ ਤੁਹਾਨੂੰ ਬੋਲੇ, ਤਲਵਾਰ ਕੱਢ ਲਈ, ਤੁਹਾਨੂੰ ਮਾਰਨ ਨੂੰ ਤਿਆਰ ਹੋ ਗਿਆ, ਸੋ ਮਹਾਰਾਜ ਮੈਨੂੰ ਮਾਫ ਕਰੋ। ਕਹਿ ਕੇ ਜਦੋਂ ਮਾਫੀ ਮੰਗੀ, ਫਕੀਰ ਕਹਿੰਦੇ ਬਾਦਸ਼ਾਹ ਇਹੀ ਸਵਰਗ ਹੈ, ਆ ਜਿਹੜਾ ਤੂੰ ਇਸ ਵੇਲੇ ਕਰ ਰਿਹਾ ਨਾ, ਆਹੀ ਤਾਂ ਸਵਰਗ ਹੈ, ਜਿੱਥੇ ਇਨਸਾਨ ਦੇ ਅੰਦਰ ਨਿਮਰਤਾ ਹੈ, ਪ੍ਰੇਮ ਹੈ, ਇਨਸਾਨ ਦੇ ਅੰਦਰ ਆਪਣੀ ਗਲਤੀ ਦਾ ਪਛਤਾਵਾ ਹੈ ਨਾ, ਤਾਂ ਇਹੀ ਇਨਸਾਨ ਦਾ ਪਛਤਾਤਾਪ ਨੂੰ ਸਵਰਗ ਦੇ ਦੁਆਰ ਤੱਕ ਲੈ ਜਾਂਦਾ ਹੈ। ਜਰਾ ਸਮਝਣਾ, ਨਰਕ ਵੀ ਇਨਸਾਨ ਆਪ ਹੀ ਤਿਆਰ ਕਰਦਾ ਹੈ ਔਰ ਸਵਰਗ ਵੀ ਇਨਸਾਨ ਆਪ ਹੀ ਤਿਆਰ ਕਰਦਾ ਹੈ, ਕਿਉਂਕਿ ਸਭ ਕੁਝ ਤਾਂ ਇਨਸਾਨ ਦੇ ਅੰਦਰ ਹੀ ਹੈ। ਔਰ ਇਹੀ ਚੀਜ਼ ਇਸ ਸ਼ਬਦ ਦੇ ਅੰਦਰ ਸੰਤ ਕਬੀਰ ਜੀ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਸਤਸੰਗ ਪਾਇਆ ਸੁਖ ਉਪਜਾ। ਉਹ ਕਹਿੰਦੇ ਸਤਸੰਗ ਦੇ ਵਿੱਚ ਬੈਠੇਗਾ, ਸੰਤਾਂ ਦੀ ਸੋਭਤ ਵਿੱਚ ਬੈਠੇਗਾ। ਤਾਂ ਹੁਣ ਇਹਦਾ ਮਤਲਬ ਇੱਕ ਹੋਰ ਵੀ ਕਹਿਣਾ ਚਾਹਾਂਗੇ ਕਿ ਲੋਕ ਸੋਚਦੇ ਕਿ ਸ਼ਾਇਦ ਸਤਸੰਗ ਸਿਰਫ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਬਹਿ ਜਾਣਾ ਉਹੀ ਸਤਸੰਗ ਹੈ। ਅਸੀਂ ਕਹਾਂਗੇ ਸਿਰਫ ਉਹੀ ਸਤਸੰਗ ਨਹੀਂ ਹੈ। ਸਤਸੰਗ ਦਾ ਸਹੀ ਮਾਇਨੇ 'ਚ ਮਤਲਬ ਕੀ ਹੈ? ਸਤਸੰਗ ਉਹ ਅਸਥਾਨ ਹੈ ਜਿੱਥੇ ਸਾਨੂੰ ਸੱਤ ਦੇ ਵਿਚਾਰ ਮਿਲਦੇ ਹੈ, ਪੋਜ਼ਿਟਿਵ ਵਿਚਾਰ ਮਿਲਦੇ ਹੈ, ਕਿਉਂਕਿ ਸਾਡੇ ਅੰਦਰ ਅੱਛੇ ਵਿਚਾਰ ਜਾਂਦੇ ਹੈ ਤਾਂ ਫੇਰ ਹੀ ਸਾਡੇ ਬੁਰੇ ਵਿਚਾਰਾਂ ਦਾ ਅੰਤ ਹੁੰਦਾ ਹੈ। ਜਿੱਥੇ ਜਾ ਕੇ ਅੱਛੇ ਵਿਚਾਰ ਲੈ ਕੇ ਆਈਏ ਨਾ, ਉਹ ਸਤਸੰਗ ਹੈ, ਉਹਦੇ ਨਾਲ ਸਾਡੇ ਜੀਵਨ 'ਚ ਬਦਲਾਵ ਆਉਂਦਾ ਹੈ। ਹੁਣ ਇੱਕ ਇਨਸਾਨ ਫਰਜ਼ ਕਰੋ ਦੁਖੀ ਹੈ, ਪਰੇਸ਼ਾਨ ਹੈ, ਉਹ ਅੰਦਰੋਂ ਨਾ ਉਮੀਦ ਹੋ ਚੁੱਕਾ ਹੈ, ਟੁੱਟ ਚੁੱਕਾ ਹੈ ਕਿ ਮੇਰੀਆਂ ਮੁਸੀਬਤਾਂ ਬਹੁਤ ਬੜੀਆਂ ਹੈ, ਮੇਰੇ ਜੀਵਨ 'ਚ ਪਰੇਸ਼ਾਨੀਆਂ ਬਹੁਤ ਬੜੀਆਂ ਹੈ, ਮੇਰੇ ਜੀਵਨ 'ਚ ਦੁੱਖ ਬਹੁਤ ਬੜੇ ਹੈ, ਉਹ ਇਸ ਤਰ੍ਹਾਂ ਨਿਰਾਸ਼ ਹੋ ਕੇ ਬੈਠਾ ਹੈ। ਤਾਂ ਜੇ ਉਹ ਕਿਸੇ ਸੰਤ ਫਕੀਰ ਗੁਰੂ ਦੀ ਸੋਭਤ ਕਰਦਾ ਹੈ, ਤਾਂ ਸੰਤਾਂ ਦੀ ਸੋਭਤ ਵਿੱਚ ਬਹਿੰਦਾ ਹੈ, ਤਾਂ ਸੰਤ ਉਹਨੂੰ ਵਚਨ ਕਰਦੇ ਕਿ ਬੇਟਾ ਫਿਕਰ ਨਾ ਕਰ, ਨਿਰਾਸ਼ ਹੋਣ ਦੀ ਲੋੜ ਨਹੀਂ, ਉਦਾਸ ਹੋਣ ਦੀ ਲੋੜ ਨਹੀਂ, ਦੁਖੀ ਹੋਣ ਦੀ ਲੋੜ ਨਹੀਂ, ਤੇਰੇ ਹਰ ਦੁੱਖ ਦਾ ਅੰਤ ਹੋਏਗਾ। ਕਿਉਂਕਿ ਉਹ ਤਾਕਤ ਐਸੀ ਹੈ, ਉਹ ਤਾਕਤ ਕਿਹੜੀ? ਉਹ ਪ੍ਰਮਾਤਮਾ ਪ੍ਰਭੂ, ਉਹ ਸ਼ਕਤੀ ਐਸੀ ਹੈ, ਉਹ ਤੇਰੀ ਹਰ ਮੁਸ਼ਕਿਲ ਦਾ ਹੱਲ ਕਰ ਸਕਦੀ ਹੈ, ਤੈਨੂੰ ਹਰ ਦੁੱਖ ਚੋਂ ਕੱਢ ਸਕਦੀ ਹੈ। ਜਦੋਂ ਇਹ ਭਾਵਨਾ ਇਨਸਾਨ ਦੇ ਅੰਦਰ ਆਉਂਦੀ ਹੈ ਤਾਂ ਉਹਨੂੰ ਇੱਕ ਨਵਾਂ ਜੀਵਨ ਮਿਲਦਾ ਹੈ। ਜ਼ਰਾ ਸਮਝਣਾ, ਕਿਉਂਕਿ ਜਿਹੜਾ ਟੁੱਟ ਚੁੱਕਾ ਹੈ ਨਾ, ਕਈ ਵਾਰ ਤੁਸੀਂ ਵੀ ਦੇਖੋਗੇ ਕਿ ਕੋਈ ਨਿਰਾਸ਼ ਹੋ ਕੇ, ਉਦਾਸ ਹੋ ਕੇ, ਦੁਖੀ ਹੋ ਕੇ ਬੈਠਾ ਹੋਵੇ ਨਾ, ਰੋ ਰਿਹਾ ਹੋਵੇ, ਤੁਸੀਂ ਜਾ ਕੇ ਉਹਦੇ ਮੋਢੇ ਤੇ ਹੱਥ ਰੱਖ ਦਿਓ, ਫਿਕਰ ਨਾ ਕਰ ਮੈਂ ਤੇਰੇ ਨਾਲ, ਤਾਂ ਅਗਲੇ ਨੂੰ ਕਿੰਨਾ ਹੌਸਲਾ ਮਿਲਦਾ ਹੈ। ਹੁਣ ਤੁਸੀਂ ਇਹ ਗੱਲ ਕਹਿ ਕੇ ਉਹਨੂੰ ਇੱਕ ਨਵਾਂ ਜੀਵਨ ਦੇ ਰਹੇ ਹੋ, ਉਹਨੂੰ ਇੱਕ ਨਵੀਂ ਜ਼ਿੰਦਗੀ ਦੇ ਰਹੇ ਹੋ, ਉਹਦੇ ਅੰਦਰੋਂ ਹਿੰਮਤ ਪੈਦਾ ਕਰ ਰਹੇ ਹੋ ਉਹਨਾਂ ਮੁਸੀਬਤਾਂ ਨਾਲ ਲੜਨ ਦੀ, ਦੁੱਖਾਂ ਨਾਲ ਲੜਨ ਦੀ, ਕਿ ਮੈਂ ਇਕੱਲਾ ਨਹੀਂ ਹਾਂ, ਕੋਈ ਮੇਰਾ ਸਾਥ ਦੇਣ ਨੂੰ ਹੈ। ਬੰਦੇ ਨੂੰ ਇੱਕ ਹੌਸਲਾ ਮਿਲਦਾ ਹੈ। ਤਾਂ ਜਦੋਂ ਇਹੀ ਹੌਸਲਾ ਪ੍ਰਮਾਤਮਾ ਨਾਲ ਜੁੜ ਜਾਂਦਾ ਜੋ ਸਰਵ ਸ਼ਕਤੀਸ਼ਾਲੀ ਹੈ, ਤਾਂ ਫਿਰ ਤਾਂ ਇਨਸਾਨ ਕਿਸੇ ਦੁੱਖ, ਕਿਸੇ ਮੁਸੀਬਤ ਦੀ ਪਰਵਾਹ ਹੀ ਨਹੀਂ ਕਰਦਾ। ਉਹਨੂੰ ਪਤਾ ਹੈ ਕਿ ਕੋਈ ਦੁੱਖ, ਕੋਈ ਮੁਸੀਬਤ ਉਹਦੀ ਰਹਿਮਤ, ਉਹਦੀ ਕਿਰਪਾ ਤੋਂ ਬੜੀ ਹੋ ਹੀ ਨਹੀਂ ਸਕਦੀ। ਇਸ ਲਈ ਇਨਸਾਨ ਦੇ ਜੀਵਨ 'ਚ ਜਿਸ ਤਰ੍ਹਾਂ ਅਸੀਂ ਹਮੇਸ਼ਾ ਦੱਸੀਦਾ ਹੈ ਕਿ ਜ਼ਿੰਦਗੀ ਕੇ ਹਰ ਮੋੜ ਪਰ ਮੁਸ਼ਕਿलें तो खड़ी है, कि जिंदगी का कोई मोड़ या जिंदगी का कोई पल या जिंदगी का कोई दिन ऐसा नहीं आना जो कोई मुसीबत या परेशानी नहीं आनी। क्योंकि जे बंदा सोचे कि मेरे जीवन च कोई दुख आवे ही ना, मेरे जीवन च कोई परेशानी आवे ही ना, या मेरे जीवन च सदा खुशियां रहन, तो नहीं, क्योंकि जिंदगी है। ਹੁਣ ਤੁਸੀਂ ਦੇਖ ਰਹੇ ਹੋ ਮੌਸਮ ਧੁੱਪ ਛਾਂ ਆਂਦੀ ਜਾਂਦੀ ਰਹਿੰਦੀ ਹੈ, ਮੌਸਮ ਬਦਲਦੇ ਰਹਿੰਦੇ, ਕਦੀ ਬੱਦਲ ਆ ਗਏ, ਕਦੀ ਬਰਸਾਤ ਹੋ ਗਈ, ਕਦੀ ਗਰਮੀ ਆ ਗਈ, ਕਦੀ ਸਰਦੀ ਆ ਗਈ, ਕਦੀ ਸੂਰਜ ਨਿਕਲ ਗਿਆ, ਕਦੀ ਧੁੰਦ ਹੋ ਗਈ। ਇਹ ਕੁਦਰਤ ਨੇ ਮੌਸਮ ਇਸੇ ਲਈ ਬਣਾਇਆ ਹੈ ਤਾਂ ਕਿ ਸਾਨੂੰ ਇਸ ਤੋਂ ਗਿਆਨ ਮਿਲੇ ਕਿ ਸਾਡਾ ਜੀਵਨ ਵੀ ਇਸੇ ਤਰ੍ਹਾਂ ਹੈ, ਇਹਦੇ 'ਚ ਸੁੱਖ ਦੁੱਖ ਖੁਸ਼ੀ ਗਮੀ ਆਂਦੀ ਜਾਂਦੀ ਰਹਿਣੀ ਹੈ। ਹੁਣ ਅਸੀਂ ਬਾਹਰਲੇ ਮੌਸਮ ਨਾਲ ਕੁਝ ਨਹੀਂ ਕਰ ਸਕਦੇ, ਪਰ ਅਸੀਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਜ਼ਰੂਰ ਬਣਾ ਸਕਦੇ ਹਾਂ, ਆਪਣੇ ਆਪ ਨੂੰ ਇੰਨਾ ਸਟਰੋਂਗ ਜ਼ਰੂਰ ਬਣਾ ਸਕਦੇ ਹਾਂ ਕਿ ਬਾਹਰਲੇ ਮੌਸਮ ਦਾ ਅਸਰ ਸਾਡੇ ਤੇ ਨਾ ਹੋਵੇ। ਜਰਾ ਸਮਝਣਾ ਸਾਰਿਆਂ ਨੇ। ਇਸ ਲਈ ਅਸੀਂ ਕਈ ਵਾਰ ਦੱਸੀਦਾ ਹੈ ਕਿ ਇਹ ਇਨਸਾਨ ਦੇ ਉੱਪਰ ਹੈ, ਕਿਉਂਕਿ ਪ੍ਰਮਾਤਮਾ ਨੇ ਇਨਸਾਨ ਦੇ ਅੰਦਰ ਬੜੀ ਸ਼ਕਤੀ ਰੱਖੀ ਹੋਈ ਹੈ, ਪਰ ਜਿਹੜਾ ਉਹਨਾਂ ਸ਼ਕਤੀਆਂ ਨੂੰ ਜਗਾ ਲੈਂਦਾ ਹੈ ਉਹ ਉਹਦਾ ਲਾਭ ਲੈ ਲੈਂਦਾ ਹੈ, ਤਾਂ ਜਿਹੜਾ ਉਹਨਾਂ ਸ਼ਕਤੀਆਂ ਨੂੰ ਜਗਾ ਨਹੀਂ ਪਾਉਂਦਾ ਉਹ ਉਹਨਾਂ ਸ਼ਕਤੀਆਂ ਤੋਂ ਵਾਂਝਾ ਰਹਿ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਤੁਹਾਡੇ ਕੋਲ ਚਾਹੇ 5 ਮਰਲੇ ਦਾ ਇੱਕ ਛੋਟਾ ਜਿਹਾ ਪਲਾਟ ਹੋਵੇ, ਹੁਣ ਜੇ ਤੁਸੀਂ ਚਾਹੋ ਉਹ ਪਲਾਟ ਉੱਦਾਂ ਪਿਆ ਰਵੇ, ਉੱਥੇ ਚੂਹੇ ਰਹਿਣ,
ਉੱਥੇ ਪਸ਼ੂ ਬੰਨ੍ਹਦੇ ਹੋ, ਤੁਸੀਂ ਮੱਝਾਂ ਗਊਆਂ ਨੂੰ ਬੰਨ੍ਹਦੇ ਹੋ, ਜਾਂ ਉੱਦਾਂ ਹੀ ਉਹਨੂੰ ਜ਼ਮੀਨ ਨੂੰ ਛੱਡਦੇ ਹੋ, ਉੱਥੇ ਉੱਦਾਂ ਹੀ ਘਾਸ ਫੂਸ ਕਚਰਾ ਉੱਗੀ ਜਾਵੇ। ਤਾਂ ਜਾਂ ਫਿਰ ਤੁਸੀਂ ਦੂਜਾ ਕੰਮ ਕਰ ਸਕਦੇ ਹੋ ਕਿ ਉਹਨੂੰ ਸਾਫ਼ ਕਰਕੇ ਉੱਥੇ ਫੁੱਲਾਂ ਵਾਲੇ ਬੀਜ ਬੋ ਦਿਓ, ਤਾਂ ਉਹ ਫੁੱਲਾਂ ਦਾ ਬਗੀਚਾ ਬਣ ਸਕਦਾ ਹੈ। ਯਾਨੀ ਉਹ ਜ਼ਮੀਨ 'ਚ ਤਾਂ ਤਾਕਤ ਹੈ, ਪਰ ਅਸੀਂ ਉਹਦਾ ਇਸਤੇਮਾਲ ਕਰ ਰਹੇ ਹਾਂ ਜਾਂ ਨਹੀਂ? ਅਸੀਂ ਉਹਦਾ ਕੁਝ ਵੀ ਕਰ ਸਕਦੇ ਹਾਂ। ਇੱਦਾਂ ਹੀ ਸਾਡਾ ਜੀਵਨ ਹੈ। ਹੁਣ ਅੱਜ ਅਸੀਂ ਇੱਕ ਗੱਲ ਫਿਰ ਕਵਾਂਗੇ ਕਿ ਆਪਣੇ ਆਪ ਨੂੰ ਪਹਿਲਾਂ ਤਾਂ ਅਸੀਂ ਕਮਜ਼ੋਰ ਸਮਝਣਾ ਬੰਦ ਕਰੀਏ, ਕਿਉਂਕਿ ਸਾਡੇ ਅੰਦਰ ਬੜੀ ਸਮਰੱਥਾ ਹੈ, ਬੜੀ ਸ਼ਕਤੀ ਹੈ। ਅਸੀਂ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਨੀ ਹੈ। ਇਸ ਲਈ ਅਸੀਂ ਦੱਸਣਾ ਚਾਹਾਂਗੇ ਕਿ ਅੱਜ ਤੁਸੀਂ ਬੈਠੇ ਹੋ ਨਾ, ਅਗਰ ਫਰਜ਼ ਕਰੋ, ਹੁਣ ਫਰਜ਼ ਕਰਨਾ ਕਿ ਅਗਰ ਕੋਈ ਆ ਕੇ ਤੁਹਾਡੇ ਡੰਡਾ ਮਾਰਦਾ ਹੈ ਜਾਂ ਕੋਈ ਆ ਕੇ ਤੁਹਾਡੇ ਚਾਂਟਾ ਮਾਰਦਾ ਹੈ, ਤੁਹਾਨੂੰ ਤਕਲੀਫ ਹੋਏਗੀ, ਦੁੱਖ ਹੋਏਗਾ ਕਿ ਨਹੀਂ? ਪਰ ਅਸੀਂ ਆਪਣੀ ਅੱਖੀਂ ਇੱਦਾਂ ਦੇ ਮੰਜ਼ਰ ਦੇਖੇ, ਇੱਦਾਂ ਦੇ ਬੱਚੇ ਦੇਖੇ ਹੈ ਕਿ ਜਿਹੜੇ ਜਾਪਾਨ ਦੇ ਅੰਦਰ, ਜ਼ਰਾ ਹੁਣ ਧਿਆਨ ਦੇਣਾ, ਜਾਪਾਨ ਦੇ ਅੰਦਰ ਇੱਦਾਂ ਦੇ ਸਕੂਲ ਹੈ ਕਰਾਟਿਆਂ ਦੇ, ਜਿੱਥੇ ਉਹਨਾਂ ਨੂੰ ਜੂਡੋ ਸਿਖਾਈ ਜਾਂਦੀ ਹੈ, ਕੁੰਗ-ਫੂ ਸਿਖਾਇਆ ਜਾਂਦਾ ਹੈ ਕਿ ਛੋਟੇ ਛੋਟੇ ਬੱਚੇ ਇੰਨੇ ਮਜ਼ਬੂਤ ਹੈ ਕਿ ਉਹਨਾਂ ਦੇ ਇੱਦਾਂ ਬਾਹਾਂ ਕਰ ਲੈਂਦੇ ਆ, ਡੰਡੇ ਮਾਰਦੇ, ਡੰਡੇ ਟੁੱਟ ਜਾਂਦੇ, ਉਹਨਾਂ ਦੀ ਹੱਡੀ ਨੂੰ ਕੁਝ ਨਹੀਂ ਹੁੰਦਾ। ਜ਼ਰਾ ਸਮਝਣਾ ਸਾਰਿਆਂ ਨੇ। ਉਹ ਸਿਰ ਦੇ ਨਾਲ ਇੱਟਾਂ ਤੋੜੀ ਜਾਂਦੇ ਆ, ਤੁਸੀਂ YouTube ਤੇ ਵੀ ਦੇਖ ਸਕਦੇ ਹੋ ਕਿ ਉਹ ਇੱਟ 'ਚ ਸਿਰ ਮਾਰਦੇ ਆ, ਇੱਟ ਟੁੱਟ ਜਾਂਦੀ ਹੈ ਪਰ ਸਿਰ ਨੂੰ ਕੁਛ ਨਹੀਂ ਹੁੰਦਾ। ਉਹ 10-10 ਇੱਟਾਂ ਰੱਖੀਆਂ ਹੁੰਦੀਆਂ, ਹੱਥ ਮਾਰ ਕੇ ਹੀ ਇੱਟਾਂ ਤੋੜ ਦਿੰਦੇ ਆ। ਹੁਣ ਉਹਨਾਂ ਅੰਦਰੋਂ ਸ਼ਕਤੀ ਕਿੱਥੋਂ ਆਈ? ਇਹ ਸਵਾਲ ਕਰ ਰਹੇ ਆ ਤੁਹਾਨੂੰ, ਕਿੱਥੋਂ ਆਈ ਸ਼ਕਤੀ? ਕਿਤੇ ਬਾਹਰੋਂ ਨਹੀਂ ਆਈ। ਪ੍ਰੈਕਟਿਸ ਕਰ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਕਿ ਡਾਂਗਾਂ ਟੁੱਟ ਜਾਂਦੀਆਂ, ਇੱਟਾਂ ਟੁੱਟ ਜਾਂਦੀਆਂ, ਪਰ ਉਹਨਾਂ ਨੂੰ ਕੁਛ ਹੋ ਹੀ ਨਹੀਂ ਪਾਉਂਦਾ। ਔਰ ਇੱਥੇ ਬੰਦੇ ਨੂੰ ਮਾੜੀ ਜਿਹੀ ਸੱਟ ਲੱਗ ਜਾਵੇ, ਕਿਤੇ ਤੁਰਿਆ ਜਾਂਦਾ ਕੁਰਸੀ 'ਚ ਵੱਜ ਜਾਵੇ, ਤੁਰਿਆ ਜਾਂਦਾ ਟੇਬਲ 'ਚ ਵੱਜ ਜਾਵੇ, ਤਾਂ ਬੰਦਾ ਗੋਡਾ ਫੜ ਕੇ ਬਹਿ ਜਾਂਦਾ ਹੈ, ਰੋਣਾ ਸ਼ੁਰੂ ਕਰ ਦਿੰਦਾ ਕਿ ਹਾਏ ਮੇਰੇ ਸੱਟ ਲੱਗ ਗਈ। ਜ਼ਰਾ ਸੋਚੋ, ਤਾਕਤ ਵੀ ਸਾਡੇ ਅੰਦਰ ਹੈ ਤਾਂ ਕਮਜ਼ੋਰੀ ਵੀ ਸਾਡੇ ਅੰਦਰ ਹੈ। ਇਸ ਲਈ ਇਹਨੂੰ ਇਦਾਂ ਕਹਿ ਲਓ ਕਿ ਈਸ਼ਵਰ ਪ੍ਰਮਾਤਮਾ ਵੀ ਸਾਡੇ ਅੰਦਰ ਹੈ। ਜਿੱਦਾਂ ਕਹਿ ਲਓ ਪੋਜ਼ਿਟਿਵਿਟੀ ਵੀ ਸਾਡੇ ਅੰਦਰ ਹੈ ਤਾਂ ਨੈਗੇਟਿਵਿਟੀ ਵੀ ਸਾਡੇ ਅੰਦਰ ਹੈ। ਤੁਸੀਂ ਅੱਛਾ ਵੀ ਸੋਚ ਸਕਦੇ ਹੋ, ਤੁਸੀਂ ਬੁਰਾ ਵੀ ਸੋਚ ਸਕਦੇ ਹੋ। ਤੁਸੀਂ ਆਪਣੇ ਜੀਵਨ ਨੂੰ ਪ੍ਰਮਾਤਮਾ ਦਾ ਰੂਪ ਵੀ ਬਣਾ ਸਕਦੇ ਹੋ ਤਾਂ ਤੁਸੀਂ ਸ਼ੈਤਾਨ ਦਾ ਰੂਪ ਵੀ ਬਣ ਸਕਦੇ ਹੋ, ਕਿਉਂਕਿ ਸਭ ਕੁਝ ਕਿੱਥੇ ਹੈ? ਆਪਣੇ ਅੰਦਰ ਹੈ। ਇਸ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਫੈਸਲਾ ਕਰਨਾ ਪਏਗਾ, ਅਸੀਂ ਬਣਨਾ ਕੀ ਚਾਹੁੰਦੇ ਹਾਂ। ਸਮਝਦੇ ਹੋ ਕਿ ਨਹੀਂ? ਅਸੀਂ ਬਣਨਾ ਕੀ ਚਾਹੁੰਦੇ ਹਾਂ? ਕੀ ਬਣਨਾ ਚਾਹੁੰਦੇ ਹੋ ਤੁਸੀਂ? ਅੱਛੇ ਬਣਨਾ ਚਾਹੁੰਦੇ ਹੋ ਜਾਂ ਬੁਰੇ? ਅੱਛੇ ਬਣਨਾ ਚਾਹੁੰਦੇ ਹੋ ਨਾ, ਤੰਦਰੁਸਤ ਹੋਣਾ ਚਾਹੁੰਦੇ ਹੋ ਨਾ, ਕਾਮਯਾਬ ਹੋਣਾ ਚਾਹੁੰਦੇ ਹੋ ਨਾ, ਤਾਂ ਫਿਰ ਜਿੱਦਾਂ ਦੱਸਿਆ ਹੀ ਕਿ ਜੀवन के हर मोड़ पर मुश्किलें तो खड़ी है मगर जीतता तो वही है जिसकी सोच बड़ी है। कि जे मैं जितना चाहता, अच्छा बनना चाहता, तो सब तो पहला मैनू अपनी सोच नू भी बड़ा करना पैना है। बोलो समझते हो कि नहीं? ਅੱਜ ਕੀ ਹੁੰਦਾ ਹੈ ਕਿ ਇਨਸਾਨ ਅੰਦਰ ਅਗਰ ਛੋਟੀ ਜਿਹੀ ਵੀ ਕਮੀ ਹੈ ਨਾ, ਕੋਈ ਬੁਰਾਈ ਹੈ, ਫਰਜ਼ ਕਰੋ ਬੰਦੇ ਨੂੰ ਕ੍ਰੋਧ ਆਉਂਦਾ ਹੈ, ਫਰਜ਼ ਕਰੋ ਬੰਦੇ ਅੰਦਰ ਕੋਈ ਨਸ਼ਾ ਕਰਨ ਦੀ ਆਦਤ ਹੈ, ਜਾਂ ਬੰਦੇ ਨੂੰ ਗਾਲੀ ਦੇਣ ਦੀ ਆਦਤ ਹੈ, ਝੂਠ ਬੋਲਣ ਦੀ ਆਦਤ ਹੈ, ਯਾਨੀ ਕਿਸੇ ਕਿਸਮ ਦੀ ਵੀ ਇਨਸਾਨ ਅੰਦਰ ਅਗਰ ਬੁਰਾਈ ਹੈ ਨਾ, ਤਾਂ ਬੰਦਾ ਪਤਾ ਕੀ ਕਹਿੰਦਾ ਹੈ? ਯਾਰ ਮੇਰੇ ਤੋਂ ਛੁੱਟਦੀ ਨਹੀਂ ਇਹ ਨਸ਼ਾ ਨਹੀਂ ਮੇਰੇ ਤੋਂ ਛੁੱਟਦਾ, ਇਹ ਬੁਰਾਈ ਨਹੀਂ ਮੇਰੇ ਤੋਂ ਛੁੱਟਦੀ, ਇਹ ਮੈਂ ਛੱਡ ਹੀ ਨਹੀਂ ਪਾਉਂਦਾ, ਮੈਂ ਬੜੀ ਕੋਸ਼ਿਸ਼ ਕਰਦਾ ਛੱਡ ਹੀ ਨਹੀਂ ਪਾਉਂਦਾ। ਇਹਦਾ ਮਤਲਬ ਕੀ ਹੈ? ਅਸੀਂ ਉਹ ਬੁਰਾਈ ਨੂੰ ਬੜਾ ਕਰ ਦਿੱਤਾ ਤਾਂ ਆਪਣੇ ਆਪ ਨੂੰ ਛੋਟਾ ਕਰ ਦਿੱਤਾ। ਹਾਲਾਂਕਿ ਹੋਣਾ ਕੀ ਚਾਹੀਦਾ ਸੀ? ਅਗਰ ਸਾਡੇ ਅੰਦਰ ਕੋਈ ਬੁਰਾਈ ਹੈ, ਫਰਜ਼ ਕਰੋ ਬੰਦਾ ਕਹਿੰਦਾ ਮੈਨੂੰ ਕੋਈ ਨਸ਼ੇ ਦੀ ਆਦਤ ਹੈ, ਚਾਹੇ ਸ਼ਰਾਬ ਦਾ ਨਸ਼ਾ ਹੈ, ਕਿਸੇ ਡਰੱਗ ਦਾ ਨਸ਼ਾ ਹੈ, ਭੰਗ ਦਾ ਨਸ਼ਾ, ਫੀਮ ਦਾ ਨਸ਼ਾ ਹੈ, ਜਾਂ ਕੋਈ ਵੀ ਨਸ਼ਾ ਹੈ, ਆਦਤ ਹੈ ਮੇਰੀ, ਤਾਂ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਮੇਰੇ ਤੋਂ ਛੁੱਟਦੀ ਨਹੀਂ ਹੈ, ਕਿਉਂਕਿ ਜਦੋਂ ਮੈਂ ਕਹਿੰਦਾ ਮੇਰੇ ਤੋਂ ਛੁੱਟਦੀ ਨਹੀਂ, ਅਸੀਂ ਉਹਨੂੰ ਤਾਕਤਵਰ ਕਰ ਦਿੰਦੇ ਤਾਂ ਆਪਣੇ ਆਪ ਨੂੰ ਛੋਟਾ ਕਰ ਦਿੰਦੇ ਹਾਂ। ਬਲਕਿ ਸਾਨੂੰ ਕਹਿਣਾ ਚਾਹੀਦਾ ਹੈ ਕਿ ਮੇਰੇ ਅੰਦਰ ਕੋਈ ਵੀ ਚੀਜ਼ ਹੋਵੇ, ਮੇਰੇ ਕੋਲ ਤਾਕਤ ਹੈ, I have the power to end my evils। ਮੇਰੇ ਕੋਲ ਤਾਕਤ ਹੈ ਆਪਣੀ ਹਰ ਬੁਰਾਈ ਨੂੰ ਖਤਮ ਕਰਨ ਦੀ, ਕਿਉਂਕਿ ਮੇਰੇ ਅੰਦਰ ਹੈ, ਔਰ ਜਿਹੜੀ ਚੀਜ਼ ਮੇਰੇ ਅੰਦਰ ਹੈ ਮੇਰੇ ਤੋਂ ਬੜੀ ਹੋ ਹੀ ਨਹੀਂ ਸਕਦੀ। ਜਦੋਂ ਇਨਸਾਨ ਇਹ ਸੋਚ ਲੈਂਦਾ ਇਹ ਮੈਂ ਕਰ ਸਕਦਾ ਹੈ, I can do it, ਮੈਂ ਇਹ ਕਰ ਸਕਦਾ ਹੈ, ਤਾਂ ਫਿਰ ਬੰਦਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਤਾਂ ਜਦੋਂ ਪਹਿਲੇ ਬੰਦਾ ਸੋਚ ਲਵੇ, ਹੁਣ ਜਿਹਨੂੰ ਗੱਡੀ ਚਲਾਣੀ ਨਹੀਂ ਆਉਂਦੀ ਨਾ, ਉਹਨੂੰ ਕਹੋ ਭਾਈ ਗੱਡੀ ਚਲਾ ਲਓ, ਨਹੀਂ ਮੈਂ ਨਹੀਂ ਚਲਾ ਸਕਦਾ, ਮੇਰੇ ਤੋਂ ਨਹੀਂ ਚੱਲਣੀ, ਉਹ ਕਦੀ ਚਲਾ ਹੀ ਨਹੀਂ ਪਾਏਗਾ। ਤਾਂ ਜਿਹੜਾ ਬੰਦਾ ਕਹੇਗਾ ਠੀਕ ਹੈ ਚਲਾਣੀ ਨਹੀਂ ਆਉਂਦੀ ਪਰ ਮੈਂ ਕੋਸ਼ਿਸ਼ ਕਰੂੰਗਾ, ਮੈਂ ਪ੍ਰੈਕਟਿਸ ਕਰੂੰਗਾ, ਉਹ ਪ੍ਰੈਕਟਿਸ ਕਰਨ ਦੇ ਨਾਲ, ਕੋਸ਼ਿਸ਼ ਕਰਨ ਦੇ ਨਾਲ ਹੀ ਕੁਝ ਦਿਨਾਂ 'ਚ ਉਹ ਚਲਾ ਵੀ ਲੈਂਦਾ ਹੈ। ਯਾਨੀ ਸੋਚ। ਇਸ ਲਈ ਅਗਰ ਸਾਡੇ ਅੰਦਰ ਕੋਈ ਕਮੀ ਹੈ, ਅਗਰ ਸਾਡੇ ਅੰਦਰ ਕੋਈ ਬੁਰਾਈ ਹੈ ਔਰ ਅਸੀਂ ਉਹਨੂੰ ਛੱਡਣਾ ਚਾਹੁੰਦੇ ਹਾਂ, ਤਾਂ ਪਹਿਲੀ ਗੱਲ ਆਪਣੇ ਅੰਦਰ ਇਹ ਸੋਚ ਲਿਆਓ ਕਿ ਮੈਂ ਇਹ ਕਰ ਸਕਦਾ ਹਾਂ। ਥੋੜੀ ਮਿਹਨਤ ਕਰਨ ਦੀ ਲੋੜ ਹੈ ਮੈਨੂੰ, ਕਿਉਂਕਿ ਇੱਥੇ ਇੱਕ ਸਾਨੂੰ ਬੜਾ ਪਿਆਰਾ ਕਿੱਸਾ ਯਾਦ ਆ ਰਿਹਾ, ਚੰਦਰਗੁਪਤ ਮੌਰਿਆ, ਜੋ ਕਿ
ਭਾਰਤ ਦਾ ਸਮਰਾਟ ਸੀ ਔਰ ਉਹਦੇ ਨਾਲ ਉਹਨਾਂ ਦੇ ਗੁਰੂ ਸੀ ਚਣਕਿਆ। ਕਿਉਂਕਿ ਚਣਕਿਆ ਦੀ ਸਲਾਹ ਦੇ ਨਾਲ ਹੀ, ਚਣਕਿਆ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਹੀ ਚੰਦਰਗੁਪਤ ਭਾਰਤ ਦਾ ਰਾਜਾ ਬਣਿਆ ਸੀ, ਸਮਰਾਟ ਬਣਿਆ ਸੀ। ਜਰਾ ਹੁਣ ਸਮਝਣਾ, ਇਹ ਗੱਲ ਬੜੀ ਪਿਆਰੀ ਹੈ। ਕਹਿੰਦੇ ਜਦੋਂ ਚੰਦਰਗੁਪਤ ਮੌਰਿਆ ਨਾ ਜਵਾਨ ਸੀ, ਕਿਉਂਕਿ ਬਚਪਨ ਤੋਂ ਹੀ ਚਣਕਿਆ ਨੇ ਚੰਦਰਗੁਪਤ ਨੂੰ ਸਹੀ ਰਸਤਾ ਦਿਖਾਇਆ ਔਰ ਦੱਸਿਆ ਕਿ ਜ਼ਿੰਦਗੀ ਕਿੱਦਾਂ ਜੀਣੀ ਹੈ। ਅਗਰ ਸਮਰਾਟ ਬਣਨਾ ਹੈ, ਅਗਰ ਉਚਾਈਆਂ ਤੇ ਪਹੁੰਚਣਾ ਹੈ, ਸਿੰਘਾਸਨ ਤੇ ਬੈਠਣਾ ਹੈ, ਤਾਂ ਫਿਰ ਮਨ ਦੇ ਮਗਰ ਲੱਗ ਕੇ ਨਹੀਂ, ਗੁਰੂ ਮਗਰ ਲੱਗ ਕੇ ਇਨਸਾਨ ਕਾਮਯਾਬੀ ਦੀਆਂ ਉਚਾਈਆਂ ਤੇ ਪਹੁੰਚ ਸਕਦਾ ਹੈ। ਤਾਂ ਉਸ ਲਈ ਹੁਣ ਦੱਸਣਾ ਚਾਹਾਂਗੇ ਘਟਨਾ ਕਿ ਚੰਦਰਗੁਪਤ ਜਦੋਂ ਜਵਾਨ ਸੀ ਹੋਇਆ ਨਾ, ਤਾਂ ਉਹਨੂੰ ਕਿਸੇ ਲੜਕੀ ਨਾਲ ਪਿਆਰ ਹੋ ਗਿਆ। ਤਾਂ ਉਹਨੇ ਆਪਣੇ ਗੁਰੂ ਚਣਕਿਆ ਨੂੰ ਦੱਸਿਆ ਕਿ ਮਹਾਰਾਜ ਮੈਨੂੰ ਉਸ ਲੜਕੀ ਨਾਲ ਪਿਆਰ ਹੋ ਗਿਆ। ਤਾਂ ਚਣਕਿਆ ਨੇ ਕਿਹਾ ਇੱਥੇ ਬੰਦ ਕਰ ਦੇ, ਰੋਕ ਦੇ ਇਹਨੂੰ, ਰੋਕ ਦੇ, ਤਿਆਗ ਕਰਨਾ ਪੈਣਾ ਤੈਨੂੰ। ਹੁਣ ਜ਼ਰਾ ਧਿਆਨ ਦੇਣ ਵਾਲੀ ਗੱਲ ਹੈ। ਉਹ ਕਹਿੰਦੇ ਰੋਕ ਇਸ ਨੂੰ, ਇਹਨੂੰ ਬੰਦ ਕਰ, ਇਹ ਚੀਜ਼ ਨੂੰ ਇੱਥੇ ਹੀ ਰੋਕਣਾ ਪੈਣਾ ਹੈ। ਉਹ ਕਹਿੰਦਾ ਮਹਾਰਾਜ ਕੀ ਭਾਰਤ ਦਾ ਸਮਰਾਟ ਬਣਨ ਵਾਸਤੇ ਇੰਨੇ ਤਿਆਗ ਕਰਨੇ ਜ਼ਰੂਰੀ ਹੈ? ਕਿਉਂਕਿ ਚਣਕਿਆ ਨੇ ਕਿਹਾ ਤੂੰ ਕਿਹੜੇ ਰਸਤੇ ਜਾ ਰਿਹਾ, ਮੈਂ ਤੈਨੂੰ ਕਿੱਥੇ ਲੈ ਕੇ ਜਾਣਾ ਚਾਹੁੰਦਾ ਆ, ਤੂੰ ਕਿਸ ਰਸਤੇ ਜਾ ਰਿਹਾ ਹੈ? ਉਹ ਕਹਿੰਦਾ ਜੀ ਕੀ ਭਾਰਤ ਦਾ ਸਮਰਾਟ ਬਣਨ ਵਾਸਤੇ ਇਹ ਤਿਆਗ ਜ਼ਰੂਰੀ ਹੈ? ਤਾਂ ਉਸ ਲਈ ਚਣਕਿਆ ਨੇ ਕਿਹਾ ਹਾਂ ਬੇਟਾ, ਇਹ ਤਿਆਗ ਜ਼ਰੂਰੀ ਹੈ, ਕਿਉਂਕਿ ਅਗਰ ਇਹ ਤਿਆਗ ਨਾ ਕਰਨੇ ਪੈਣ ਤਾਂ ਹਰ ਕੋਈ ਸਮਰਾਟ ਬਣ ਜਾਵੇ। ਸਮਰਾਟ ਉਹੀ ਬਣ ਸਕਦਾ ਜਿਹੜਾ ਬੜੇ ਬੜੇ ਤਿਆਗ ਕਰਨ ਨੂੰ, ਆਪਣੀਆਂ ਇੱਛਾਵਾਂ ਨੂੰ ਮਾਰਨ ਨੂੰ ਤਿਆਰ ਹੁੰਦਾ ਹੈ। ਕਾਮਯਾਬ ਉਹੀ ਹੋ ਜਾਂਦਾ ਹੈ। ਹੁਣ ਅੱਜ ਬੰਦਾ ਕਾਮਯਾਬ ਤਾਂ ਹੋਣਾ ਚਾਹੁੰਦਾ ਹੈ। ਜਿੱਦਾਂ ਹੀ ਤੁਹਾਨੂੰ ਪੁੱਛਿਆ ਕਾਮਯਾਬ ਹੋਣਾ ਚਾਹੁੰਦੇ ਹੋ ਨਾ, ਚਾਹੁੰਦੇ ਹੋ ਨਾ ਕਾਮਯਾਬ ਹੋਣਾ? ਹੁਣ ਕਾਮਯਾਬ ਤਾਂ ਬੰਦਾ ਹੋਣਾ ਚਾਹੁੰਦਾ, ਪਰ ਤਿਆਗਣ ਨੂੰ ਕੀ ਤਿਆਰ ਹੈ? ਹੁਣ ਜਰਾ ਪੁੱਛ ਕੇ ਦੇਖੋ ਆਪਣੇ ਆਪ ਨੂੰ, ਮੈਂ ਕਾਮਯਾਬ ਹੋਣਾ ਚਾਹੁੰਦਾ ਹਾਂ ਤਾਂ ਕੀ ਮੈਂ ਨੀਂਦ ਦਾ ਤਿਆਗ ਕਰਨ ਨੂੰ ਤਿਆਰ? ਜਰਾ ਹੁਣ ਗੌਰ ਕਰਨਾ। ਅੱਜ ਬੰਦਾ ਕਾਮਯਾਬੀ ਤਾਂ ਚਾਹੁੰਦਾ, ਜਿੱਦਾਂ ਸਮਝ ਲੈ ਇੱਕ ਬੱਚਾ ਇਹ ਤਾਂ ਚਾਹੁੰਦਾ ਕਿ ਮੈਂ ਬੜਾ ਅਫਸਰ ਬਣਾ, ਪਰ ਕੀ ਮੈਂ ਪੜ੍ਹਨ ਨੂੰ ਤਿਆਰ? ਮੋਬਾਈਲ ਛੱਡਣ ਨੂੰ ਤਿਆਰ? ਆ ਟੀਵੀ ਛੱਡਣ ਨੂੰ ਤਿਆਰ? ਮਿਹਨਤ ਕਰਨ ਨੂੰ ਤਿਆਰ? ਫਾਲਤੂ ਦੀਆਂ ਗੱਪਾਂ ਛੱਪਾਂ ਮਾਰ ਕੇ ਜੋ ਮੈਂ ਟਾਈਮ ਖਰਾਬ ਕਰਦਾ, ਕੀ ਮੈਂ ਉਹ ਸਭ ਕੁਝ ਛੱਡਣ ਨੂੰ ਤਿਆਰ ਹੈ? ਕਿਉਂਕਿ ਜਿੱਡਾ ਵੱਡਾ ਮੈਂ ਤਿਆਗ ਕਰ ਸਕਦਾ ਹਾਂ, ਉਨਾ ਜ਼ਿਆਦਾ ਮੈਂ ਉਚਾਈ ਤੇ ਪਹੁੰਚ ਸਕਦਾ। ਇਹਨੂੰ ਇਦਾਂ ਸਮਝ ਲਓ, ਕਿਸੇ ਨੇ ਪਹਾੜ ਦੇ ਸਿਖਰ ਤੇ ਪਹੁੰਚਣਾ ਹੋਵੇ ਨਾ, ਤਾਂ ਜਿੰਨਾ ਉਹਦੇ ਕੋਲ ਵਜਨ ਹੈ ਨਾ, ਉਹ ਕੱਲਾ ਕੱਲਾ ਵਜਨ ਛੱਡਣਾ ਪੈਂਦਾ। ਜਿੰਨਾ ਛੱਡਦਾ ਜਾਂਦਾ ਉਨਾ ਸਿਖਰ ਤੇ ਆਸਾਨੀ ਨਾਲ ਪਹੁੰਚਦਾ ਚਲਾ ਜਾਂਦਾ ਹੈ। ਇਸ ਲਈ ਜੇ ਜੀਵਨ 'ਚ ਕਾਮਯਾਬ ਹੋਣਾ ਚਾਹੁੰਦੇ ਹਾਂ, ਸਫਲ ਹੋਣਾ ਚਾਹੁੰਦੇ ਹਾਂ, ਤਾਂ ਫਿਰ ਦੇਖੋ ਮੇਰੇ ਅੰਦਰ ਕਿਹੜੀਆਂ ਕਮੀਆਂ ਹੈ, ਔਰ ਜਿੱਦਾਂ ਜਿੱਦਾਂ ਮੈਂ ਆਪਣੀਆਂ ਉਹ ਕਮੀਆਂ ਛੱਡਦਾ ਚਲਾ ਜਾਵਾਂਗਾ, ਉੱਦਾਂ ਉੱਦਾਂ ਮੈਂ ਜੀਵਨ 'ਚ ਅੱਗੇ ਵੱਧਦਾ ਜਾ ਸਕਦਾ ਹਾਂ, ਕਾਮਯਾਬ ਹੁੰਦਾ ਜਾਵਾਂਗਾ। ਕਿਉਂਕਿ ਜਿੱਡਾ ਬੜਾ ਇਨਸਾਨ ਤਿਆਗ ਕਰਨ ਨੂੰ ਤਿਆਰ ਹੈ, ਉੱਡੀ ਬੜੀ ਮੰਜ਼ਿਲ ਵੀ ਪ੍ਰਮਾਤਮਾ ਉਹਨੂੰ ਦੇ ਦਿੰਦਾ ਹੈ। ਸੋ ਚਣਕਿਆ ਨੇ ਕਿਹਾ ਬੇਟਾ ਪਹਿਲਾਂ ਸਿੰਘਾਸਨ ਉਸ ਮੰਜ਼ਿਲ ਤੇ ਪਹੁੰਚ ਜਾ, ਬਾਕੀ ਸਾਰੀਆਂ ਚੀਜ਼ਾਂ ਆਪਣੇ ਆਪ ਤੇਰੇ ਮਗਰ ਆਣਗੀਆਂ। ਜੇ ਪਹਿਲਾਂ ਮੰਜ਼ਿਲ ਤੇ ਪਹੁੰਚਣ ਦੀ ਵੇ ਇਹਨਾਂ ਚੀਜ਼ਾਂ ਮਗਰ ਦੌੜੇਗਾ, ਤਾਂ ਇਹਨਾਂ ਚੀਜ਼ਾਂ ਮਗਰ ਦੌੜਦੇ ਦੌੜਦੇ ਮੰਜ਼ਿਲ ਤੇਰੀ ਬਹੁਤ ਦੂਰ ਹੋ ਜਾਏਗੀ। ਇੱਥੇ ਨੌਜਵਾਨਾਂ ਨੂੰ ਸਲਾਹ ਦੇਣਾ ਚਾਹਾਂ, ਕਈ ਵਾਰ ਦੇਖਿਆ ਨਾ ਕਿ ਨੌਜਵਾਨ ਸਟੱਡੀ ਕਰਦੇ ਆ, ਪੜ੍ਹਾਈ ਕਰਦੇ, ਤਾਂ ਪੜ੍ਹਾਈ ਉਹ ਕਰਨੀ ਬੰਦ ਕਰਕੇ ਇਸ਼ਕ ਦੇ ਚੱਕਰ 'ਚ ਪੈ ਕੇ ਕੈਰੀਅਰ ਹੀ ਖਰਾਬ ਕਰ ਲੈਂਦੇ। ਬਾਅਦ ਚੋਂ ਕੀ ਹੁੰਦਾ ਹੈ, ਕੈਰੀਅਰ ਵੀ ਗਿਆ, ਨੌਕਰੀ ਵੀ ਨਹੀਂ ਮਿਲੀ, ਤਾਂ ਉਹ ਲੜਕੀ ਵੀ ਨਹੀਂ ਮਿਲੀ। ਕਿਉਂਕਿ ਘਰਦਿਆਂ ਨੇ ਦੇਖਿਆ ਭਾਈ ਇਹ ਤਾਂ ਮੁੰਡਾ ਹੀ ਬੇਕਾਰ ਹੈ, ਕੁੜੀ ਦੀ ਸ਼ਾਦੀ ਤਾਂ ਉੱਥੇ ਕਰਨੀ ਜਿਹੜਾ ਲਾਇਕ ਹੋਵੇ। ਤਾਂ ਜੇ ਤੁਸੀਂ ਪਹਿਲਾਂ ਕੈਰੀਅਰ ਤੇ ਧਿਆਨ ਦਿਓ, ਮੈਂ ਮਿਹਨਤ ਕਰਕੇ ਮੰਜ਼ਿਲ ਤੇ ਪਹੁੰਚਾਂ, ਤਾਂ ਫਿਰ ਖੁਸ਼ੀਆਂ ਤਾਂ ਆਪਣੇ ਆਪ ਹੀ ਮਗਰ ਆਣਗੀਆਂ। ਕਿਉਂਕਿ ਜਿਹੜਾ ਕਾਮਯਾਬ ਹੁੰਦਾ ਹੈ ਨਾ, ਉਹਦੇ ਨਾਲ ਹਰ ਕੋਈ ਜੁੜਨਾ ਪਸੰਦ ਕਰਦਾ ਹੈ। ਕਾਮਯਾਬ ਇਨਸਾਨ ਦੇ ਕੋਲ ਹਰ ਕੋਈ ਖੜਨਾ ਪਸੰਦ ਕਰਦਾ ਹੈ। ਕਾਮਯਾਬ ਇਨਸਾਨ ਦੇ ਕੋਲ ਹਰ ਕੋਈ ਜਾਣਾ ਪਸੰਦ ਕਰਦਾ ਹੈ। ਇਸ ਲਈ ਮੈਂ ਕਿਸੇ ਚੀਜ਼ ਮਗਰ ਨਹੀਂ ਦੌੜਨਾ, ਮੈਂ ਖੁਦ ਨੂੰ ਕਾਮਯਾਬ ਕਰਨਾ ਹੈ, ਖੁਦ ਨੂੰ ਅੱਛਾ ਬਣਾਉਣਾ ਹੈ। ਜਦੋਂ ਮੈਂ ਅੱਛਾ ਬਣ ਗਿਆ ਤਾਂ ਦੁਨੀਆ ਤਾਂ ਆਪਣੇ ਆਪ ਅੱਛਿਆਂ ਦੇ ਕੋਲ ਆਉਂਦੀ ਹੈ। ਕਿਉਂਕਿ ਅੱਛੇ ਦੀ ਤਲਾਸ਼ ਕਰਦੇ ਹੋ ਕਿ ਨਹੀਂ ਤੁਸੀਂ? ਅੱਜ ਹਰ ਇਨਸਾਨ ਅੱਛੇ ਦੀ ਤਲਾਸ਼ ਕਰਦਾ ਹੈ ਕਿ ਮੈਨੂੰ ਆਹ ਚੀਜ਼ ਅੱਛੀ ਮਿਲੇ, ਮੈਨੂੰ ਉਹ ਚੀਜ਼ ਅੱਛੀ ਮਿਲੇ। ਚਾਹੇ ਕੱਪੜਾ ਲੈਣਾ ਹੋਵੇ, ਕੱਪੜਾ ਅੱਛਾ ਚਾਹੀਦਾ ਹੈ। ਚਾਹੇ ਘਰ ਬਣਾਉਣਾ ਹੋਵੇ, ਘਰ ਅੱਛਾ ਚਾਹੀਦਾ ਹੈ। ਚਾਹੇ ਕਿਤੇ ਰਿਸ਼ਤਾ ਜੋੜਨਾ ਹੋਵੇ, ਰਿਸ਼ਤੇਦਾਰ ਅੱਛੇ ਚਾਹੀਦੇ ਹੈ। ਕਿਤੇ ਲੜਕੀ ਦੀ ਜਾਂ ਲੜਕੇ ਦੀ ਸ਼ਾਦੀ ਕਰਨੀ ਹੋਵੇ, ਅੱਗੇ ਪਰਿਵਾਰ ਅੱਛਾ ਚਾਹੀਦਾ ਹੈ। ਅੱਜ ਹਰ ਕੋਈ ਅੱਛੇ ਦੀ ਤਲਾਸ਼ ਕਰਦਾ ਹੈ। ਇਹ ਯਾਦ ਰੱਖੋ, ਹਰ ਕੋਈ ਅੱਛੇ ਨੂੰ ਲੱਭ ਰਿਹਾ ਹੈ। ਤਾਂ ਜਦੋਂ ਤੁਸੀਂ ਆਪਣੇ ਆਪ ਨੂੰ ਅੱਛਾ ਬਣਾ ਲਿਆ, ਤਾਂ ਦੁਨੀਆ ਆਪਣੇ ਆਪ ਹੀ ਤੁਹਾਡੇ ਚਾਰੋਂ ਤਰਫ ਖੜੇ ਹੋਣਾ ਸ਼ੁਰੂ ਕਰ ਦੇਗੀ, ਮੈਨੂੰ ਅੱਛਾ ਮਿਲ ਗਿਆ। ਸਮਝਦੇ ਹੋ ਕਿ ਨਹੀਂ? ਅੱਜ ਇਨਸਾਨ ਅੱਛੇ ਨੂੰ ਲੱਭਦਾ ਰਿਹਾ ਹੈ, ਪਰ ਖੁਦ ਨੂੰ ਅੱਛਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਤਾਂ ਕਹਿੰਦਾ ਮੈਨੂੰ ਉਹ ਅੱਛਾ ਮਿਲੇ, ਪਰ ਇਹ ਸੋਚੋ ਕਿ ਮੈਂ ਆਪ ਅੱਛਾ ਹਾਂ। ਉਹ ਮੈਂ ਦੂਜੇ ਨੂੰ ਤਲਾਸ਼ ਕਰ ਰਿਹਾ ਕਿ ਅੱਛਾ ਮਿਲੇ, ਕਿਉਂ ਨਾ ਮੈਂ ਖੁਦ ਨੂੰ ਅੱਛਾ ਬਣਾਵਾਂ, ਤਾਂ ਕਿ ਦੂਜਿਆਂ ਦੀ ਤਲਾਸ਼ ਮੈਨੂੰ ਮਿਲ ਕੇ ਪੂਰੀ ਹੋ ਜਾਵੇ।
इसलिए अच्छा इंसान नू कुदरत भी पसंद करती है, परमात्मा भी पसंद करता है, और अच्छे इंसान नू ये संसार भी करता कि नहीं पसंद। और अच्छे बनने कोई 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 डिग्री नहीं लेनी पैंदी। डॉक्टर बनने वास्ते डिग्री की लोड़ है, इंजीनियर बनने वास्ते डिग्री की लोड़ है, साइंटिस्ट बनने वास्ते डिग्री की लोड़ है, पर अच्छा इंसान बनने वास्ते किसी डिग्री की लोड़ नहीं। बस सोच अच्छी होनी चाहिए कि मैं अच्छा करना है, मैं सब नाल अच्छा बोलना है, मैं अपने सुभाव नू अपनी आदतों नू अच्छा बनाना है। क्योंकि जो साडा सुभाव अच्छा बन जाता है, साडियां आदतां अच्छियां होंदियां, तो साडा जीवन अपने आप ही अच्छा बनता चला जाता है। इसलिए तक कहते ना, साडे देश के राष्ट्रपति सी जो अब्दुल कलाम, वो एको ही गल कहते सी, कहते भविष्य तेरे हाथ च नहीं है, पर आदत तेरे हाथ च है। अगर तू अज अच्छी आदत बनाएगा तो याद रख भविष्य अपने आप अच्छा हो जाएगा। तो जे अज तेरिया बुरियां आदतां तेरे नाल जुड़ गई तो तेरा आने वाला समा बुरा ही होएगा। ਇਹਦਾ अपने आप ही पुछ के देखो। ਜਿਹਦਾ एक सवाल ਤੁਹਾਨੂੰ ਕਰਾਂਗੇ ਤਾਂ ਤੁਹਾਨੂੰ ਹੀ पता लगे ना ਤੁਹਾਨੂੰ ਭਵਿੱਖ ਬਾਰੇ पता कि नहीं। अगर एक बंदा ਅੱਜ ज़्यादा नशा करता है तो ਉਹਦਾ ਭਵਿੱਖ ਕੀ ਹੋਏਗਾ? ਚੰਗਾ ਹੋਏਗਾ ਮਾੜਾ ਹੋਏਗਾ? ਜਵਾਬ ਦਿਓ। ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਹੈ, ਕਿਉਂਕਿ ਅੱਜ ਦੀ ਆਦਤ ਦੇਖ ਕੇ ਤੁਸੀਂ ਇਹ ਜਾਣ ਸਕਦੇ ਹੋ ਕੱਲ ਨੂੰ ਬੰਦਾ ਕੀ ਹੋਏਗਾ। ਔਰ ਅਗਰ ਇੱਕ ਬੰਦਾ ਅੱਜ ਮਿੱਠਾ ਦਿਨ ਰਾਤ ਮਿੱਠਾ ਹੀ ਖਾਈ ਜਾਂਦਾ ਹੈ, ਆਉਣ ਵਾਲੇ ਸਮੇਂ 'ਚ ਕੀ ਹੋਏਗਾ? ਉਹਨੂੰ ਸ਼ੂਗਰ ਹੋਣ ਦੀ ਪੱਕੀ ਚਾਂਸ ਹੈ। ਭਾਈ ਤੈਨੂੰ ਸ਼ੂਗਰ ਹੋਣੀ ਹੈ, ਕਿਉਂਕਿ ਤੂੰ ਜ਼ਰੂਰਤ ਤੋਂ ਜ਼ਿਆਦਾ ਸ਼ੂਗਰ ਆਪਣੀ ਬੋਡੀ 'ਚ ਪਾ ਰਿਹਾ, ਤਾਂ ਨਿਕਲਣੀ ਵੀ ਤਾਂ ਹੈ ਹੀ। अगर अज एक बंदा सवेरे सवेरे सैर करता है, एक्सरसाइज करता है, चाहे जिम जाके करता है, चाहे योगा करता है, यानी कोई भी फिटनेस नूं लैके अपनी हैल्थ नूं लैके कोई चंगा करता है, चंगी खुराक खाता है, तो वह भविष्य की होएगा। हुण डॉक्टर कहते हैं ना कि जे अज तेरे शरीर 'च कोई तकलीफ है, सैर कर, थोड़ी मेहनत कर, एक्सरसाइज कर, तो भविष्य विच तेरे दुख तेरिया बीमारियां दूर हो जाणगियां। इसलिए अज दियां साडियां आदतां ही साडे आने वाले कल का निर्माण करदियां है। क्योंकि जिस तरह जिद्दां दी नींव रखी जाती, मकान तो उदां दा ही बनना है, समझदे हो कि नहीं। इसी तरह साडियां आदतां की है, साडियां आदतां एक नींव का काम करदियां कि जिद्दां दी असीं आदतां बनाणियां है, फिर साडा जीवन उदां दा ही बनदा चला जाना है। इसलिए ये चेक करना है असीं कि मेरी आदत अच्छी है या मेरी आदत माड़ी है। क्योंकि जे मैं जीवन च अच्छा बनना चाहता, जे मैं जीवन च कामयाब होना चाहता हाँ, तो मेरी आदत की है। सो एक गल तुहानूं कहांगे, सब तो पहले तो ये आदत बनाने की कोशिश करो कि शाम नूं रात नूं असीं टाइम ना सोईए और सवेरे सूरज निकलण तो पहला असीं जागण की कोशिश करिए। क्योंकि सब तो बेस्ट आदत है, क्योंकि जिद्दां दी साडे दिन की शुरुआत हुंदी है ना, फिर पूरा दिन साडा तकरीबन उदां ही गुजरदा है। तां ही तां गुरुआं ने भी कहा, अमृत वेले उठ के सब तो पहला परमात्मा का नाम लै। ताही तो एक शब्द विच भी आया कि जदों दे मैनू मेरे राम मिले ने, दर्दां तो आराम मिले ने। कि जे दर्दां तो आराम चाहिए ना, तो वह काम करके अपने राम नाल जुड़े, क्योंकि सब सुखदाता राम है, दूसरा ना है कोई। हुण सवेरे उठ के सब तो पहला अमृत वेले उठ के, क्योंकि अज साइंस ये चीज़ नूं प्रूफ करदी है, विज्ञान ये चीज़ नूं प्रूफ करता है कि जिहड़ा अमृत वेला हुंदा है, सूरज निकल तो 1.5 घंटा जो पहला होंगे ना, उस वेले कॉस्मिक एनर्जी, ब्रह्मंडीय शक्ति बहुत ज़्यादा मात्रा पृथ्वी पर होंगी है और शुद्ध रूप च होंगी है। ताही कहते सवेरे सवेरे सैर कर, और शुद्ध हवा तेरे अंदर जाएगी, तेनों तेरे फेफड़ियां वास्ते, तेरे जीवन वास्ते अच्छी है। हुण विज्ञान भी कहता कि कॉस्मिक एनर्जी जो पूरे संसार को चला रही है, संभाल रही है, सब तो ज़्यादा मात्रा च अमृत वेले होंगी है। तो हुण ध्यान देने वाली गल बड़ी प्यारी है कि जदों ਅਸੀਂ सूरज निकल तो 1.5 घंटा पहला जाग जाते हैं, वो जो 1.5 घंटे का टाइम है ना, वो साडी हैल्थ वास्ते बहुत ही अच्छा मन्निया गया है। उन्होंने अमृत वेला इसलिए कहा गया है, वो अमृत के समान है साडे वास्ते। ताही तो इत्थे गुरुआं रहबरां ने कहा है, एक शब्द दसना चाहांगे तुहानूं कि अमृत वेले जो भी जागे। जरा हुण ध्यान देना, क्योंकि कई बार इंसान देखा है कि कोई ज्योतिषियां को जाता है, कोई पंडितां को जाता, देखो जी मेरे भाग सुते हुए है, पता नहीं मेरी किस्मत ही सुती हुई है, पता नहीं मेरे ग्रह ही माड़े है, किद्दां जागेगी। वो कई टोटके दस देंगे, तू इदां कर लै, तू उदां कर लै, तेरी सुते भाग जाग जाणगे, तेरी किस्मत जाग जाएगी। वो कोई टोटकियां 'च पैण दी लोड़ नहीं, समझना जरा सारिਆਂ ने। क्योंकि इत्थे दस्सिया गया कि जे तू अमृत वेले जागना शुरू कर देगा ना, अमृत वेले उठ के अपने रब का नाम लेना शुरू कर देगा,
ਤਾਂ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ। ਉਹ ਜੇ ਬੰਦਿਆ ਤੂੰ ਬੰਦਗੀ ਨਾ ਕੀਤੀ ਤੇਤੋਂ ਚੰਗੇ ਕੁੱਤੇ। ਜ਼ਰਾ ਦੇਖੋ, ਇਹ ਸਾਈਂ ਬੁੱਲੇ ਸ਼ਾਹ ਨੇ ਬੜੀ ਪਿਆਰੀ ਗੱਲ ਕਹੀ ਹੈ। ਉਹ ਬੁੱਲੇ ਸ਼ਾਹ ਕਹਿੰਦੇ ਜੇ ਤੂੰ ਅੰਮ੍ਰਿਤ ਵੇਲੇ ਨਾ ਉੱਠਿਆ, ਉੱਠ ਕੇ ਆਪਣੇ ਰੱਬ ਨੂੰ ਯਾਦ ਨਾ ਕੀਤਾ, ਤਾਂ ਫਿਰ ਤੇਤੋਂ ਚੰਗੇ ਕੁੱਤੇ। ਕਿਉਂਕਿ ਉਹ ਕਹਿੰਦੇ ਜਾਨਵਰਾਂ ਨੂੰ ਦੇਖ ਲਾ, ਪਸ਼ੂਆਂ ਪੰਛੀਆਂ ਨੂੰ ਦੇਖ ਲਾ, ਉਹ ਜਾਗ ਜਾਂਦੇ ਅੰਮ੍ਰਿਤ ਵੇਲੇ। ਕਦੀ ਉੱਠ ਕੇ ਦੇਖਣਾ ਚਿੜੀਆਂ ਨੂੰ, ਕਾਵਾਂ ਨੂੰ, ਉਹ ਕਿੱਦਾਂ ਸਵੇਰੇ ਹੀ ਚਹਿਚਹਾਣਾ ਸ਼ੁਰੂ ਕਰ ਦਿੰਦੇ, ਸੂਰਜ ਨਿਕਲਣ ਤੋਂ ਪਹਿਲਾਂ ਹੀ ਜਾਗ ਜਾਂਦੇ ਉਹ। ਪਰ ਇੱਕ ਬੰਦਾ ਹੀ ਹੈ ਜਿਹੜਾ ਰਾਤ ਨੂੰ ਸੌਂਦਾ ਕਦੋਂ ਹੈ। ਔਰ ਅੱਜ ਕੱਲ੍ਹ ਦੇ ਹਾਲਾਤ ਦੇ ਮੁਤਾਬਿਕ ਬੰਦਾ ਪਤਾ ਸੌਂਦਾ ਕਦੋਂ ਹੈ, ਜਦੋਂ ਉਹਦੇ ਮੋਬਾਈਲ ਦੀ ਬੈਟਰੀ ਖਤਮ ਹੋ ਜਾਂਦੀ ਹੈ। ਲੈ ਵੀ ਹੁਣ ਮੋਬਾਈਲ ਦੀ ਬੈਟਰੀ ਚਾਰਜ ਲਾਣੀ, ਹੁਣ ਸੌਂ ਜਾਓ, ਨਹੀਂ ਤਾਂ ਮੋਬਾਈਲ ਲੈ ਕੇ ਬੈਠਾ ਰਹਿੰਦਾ ਹੈ। ਬਿਸਤਰ ਤੇ ਲੇਟਿਆ ਵੀ ਮੋਬਾਈਲ ਲੈ ਕੇ ਬੈਠਾ ਰਹਿੰਦਾ ਹੈ। ਜਿੱਦਾਂ ਕਿਹਾ ਜਾਂਦਾ ਹੈ ਨਾ ਕਿ ਨੱਥੂ ਲਾਲ, ਉਹਦੀ ਗੱਲ ਯਾਦ ਆ ਗਈ ਕਿਉਂਕਿ ਖੁਸ਼ੀ ਦਾ ਟਾਈਮ ਹੈ, ਥੋੜਾ ਖੁਸ਼ ਵੀ ਹੋਣਾ ਚਾਹੀਦਾ ਹੈ। ਕਿ ਨੱਥੂ ਲਾਲ ਰਾਤ ਨੂੰ ਰੋਜ਼ ਦੇਖਦਾ ਸੀ ਕਿ ਜਦੋਂ ਵੀ ਉਹਨਾਂ ਦੇਖਣਾ ਕਿ ਪਤਨੀ ਦੇ ਕੰਬਲ ਚੋਂ ਰੌਸ਼ਨੀ ਨਿਕਲਣੀ, ਕੰਬਲ ਉਹਨਾਂ ਲਿਆ ਹੋਣਾ, ਮੂੰਹ ਤੇ ਚਾਦਰ ਲਈ ਹੋਣੀ, ਵਿੱਚੋਂ ਰੌਸ਼ਨੀ ਨਿਕਲਣੀ। ਉਹ ਕਹਿੰਦਾ ਕਮਾਲ ਦੀ ਗੱਲ ਆ, ਮੇਰੇ ਪਤਨੀ ਦੇ ਅੰਦਰ ਤਾਂ ਰੱਬ ਦਾ ਨੂਰ ਆਂਦਾ ਹੈ, ਰੱਬ ਦਾ ਨੂਰ ਆ ਰਿਹਾ ਹੈ। ਬੜਾ ਉਹਨਾਂ ਖੁਸ਼ ਹੋਣਾ। ਤਾਂ ਇੱਕ ਦਿਨ ਕਹਿੰਦੇ ਇੱਕ ਸੰਤ ਆਏ। ਜਦੋਂ ਸੰਤ ਆਏ ਤਾਂ ਨੱਥੂ ਲਾਲ ਉਹਨਾਂ ਨੂੰ ਮਿਲਿਆ। ਤਾਂ ਸੰਤਾਂ ਨੂੰ ਮਿਲ ਕੇ ਕਹਿੰਦਾ ਮਹਾਰਾਜ ਤੁਸੀਂ ਨੂਰ ਦੀ ਗੱਲ ਕਰਦੇ ਹੋ ਕਿ ਰੱਬ ਦਾ ਨੂਰ ਹਰ ਜਗ੍ਹਾ ਹੁੰਦਾ। ਕਹਿੰਦਾ ਮੈਂ ਤਾਂ ਨੂਰ ਦੇਖਦਾ ਵੀ ਹਾਂ। ਸੰਤ ਕਹਿੰਦੇ ਤੂੰ ਕਿੱਥੇ ਦੇਖ ਲੈਂਦਾ ਨੂਰ? ਕਹਿੰਦਾ ਰਾਤ ਨੂੰ ਜਦੋਂ ਮੇਰੀ ਪਤਨੀ ਸੁੱਤੀ ਹੁੰਦੀ ਹੈ ਨਾ, ਤਾਂ ਉਹਦੀ ਚਾਦਰ 'ਚੋਂ ਇੱਦਾਂ ਲਾਈਟ ਨਿਕਲਦੀ ਹੈ, ਉਹ ਰੱਬ ਦਾ ਨੂਰ ਨਜ਼ਰ ਆਉਂਦਾ ਹੈ। ਉਹ ਸੰਤਾਂ ਨੇ ਕਿਹਾ ਕਮਲਿਆ ਕਦੀ ਚਾਦਰ ਚੱਕ ਕੇ ਵੀ ਦੇਖ ਲਓ, ਨੂਰ ਨਹੀਂ ਹੁੰਦਾ, ਮੋਬਾਈਲ ਦੀ ਲਾਈਟ ਹੁੰਦੀ ਹੈ, ਉਹ ਤੂੰ ਨੂਰ ਸਮਝੀ ਜਾਂਦਾ ਹੈ। ਹੁਣ ਜ਼ਰਾ ਗੌਰ ਕਰਨਾ ਕਿ ਇੱਦਾਂ ਲੇਟ ਕੇ ਨੂਰ ਨਹੀਂ ਪ੍ਰਾਪਤ ਕੀਤਾ ਜਾਂਦਾ। ਇਹ ਤਾਂ ਨੂਰ ਪ੍ਰਾਪਤ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਬੰਦਗੀ ਕਰਨੀ ਪੈਂਦੀ ਹੈ, ਭਗਤੀ ਕਰਨੀ ਪੈਂਦੀ ਹੈ, ਆਪਣੀਆਂ ਬੁਰਾਈਆਂ ਨੂੰ ਛੱਡਣਾ ਪੈਂਦਾ ਹੈ, ਫਿਰ ਜਾ ਕੇ ਉਹ ਨੂਰ ਪ੍ਰਮਾਤਮਾ ਦਾ ਅੰਦਰ ਪੈਦਾ ਹੁੰਦਾ ਹੈ। ਹੁਣ ਇਸੇ ਤਰ੍ਹਾਂ ਅੱਜ ਅਗਰ ਇਨਸਾਨ ਆਪਣੀ ਜ਼ਿੰਦਗੀ ਨੂੰ ਦੇਖੇ ਤਾਂ ਇਦਾਂ ਦਾ ਨੂਰ ਤਾਂ ਸਾਰਿਆਂ ਦੇ ਕੋਲ ਰਾਤ ਨੂੰ ਜਗਦਾ ਹੁੰਦਾ ਨਾ, ਕਿ ਰਾਤ ਨੂੰ ਲੱਗੇ ਹੁੰਦੇ ਆ। ਪਰ ਇਹ ਇਨਸਾਨ ਭੁੱਲ ਜਾਂਦਾ ਹੈ, ਇਹ ਇਨਸਾਨ ਭੁੱਲ ਜਾਂਦਾ ਕਿ ਜਿਹੜਾ ਸਮਾਂ ਮੈਂ ਉਹਨਾਂ ਕੰਮਾਂ 'ਚ ਲਾਉਂਦਾ ਜੋ ਵਿਅਰਥ ਹੈ, ਮੇਰੇ ਕੰਮ ਦਾ ਨਹੀਂ ਹੈ, ਕਿਉਂ ਨਾ ਉਹ ਸਮਾਂ ਉਸ ਚੀਜ਼ ਵਿੱਚ ਲਾਵਾਂ ਜੋ ਕਿਤੇ ਨਾ ਕਿਤੇ ਮੈਨੂੰ ਤਰੱਕੀ ਦੇਵੇ, ਮੈਨੂੰ ਖੁਸ਼ੀ ਦੇਵੇ, ਮੈਨੂੰ ਕਾਮਯਾਬੀ ਦੇਵੇ। ਜਰਾ ਸਮਝਣ ਵਾਲੀ ਗੱਲ ਹੈ। ਇਸ ਲਈ ਅਗਰ ਕੁਝ ਨਿਯਮ ਹੀ ਅਸੀਂ ਇਦਾਂ ਦੇ ਬਣਾ ਲਈਏ ਨਾ ਆਪਣੇ ਜੀਵਨ ਦੇ ਕਿ ਮੈਂ ਅੰਮ੍ਰਿਤ ਵੇਲੇ ਜਾਗਣਾ ਹੀ ਹੈ, ਸਵੇਰੇ ਉੱਠਣਾ ਹੀ ਹੈ ਸੂਰਜ ਨਿਕਲਣ ਤੋਂ ਪਹਿਲਾਂ ਹੀ ਪਹਿਲਾਂ, ਔਰ ਉੱਠ ਕੇ ਜਿੰਨਾ ਵੀ ਹੋ ਸਕੇ, ਚਾਹੇ ਮੈਂ ਕੋਠੇ ਦੀ ਛੱਤ ਤੇ ਚਲਾ ਜਾਵਾਂ ਔਰ ਚਾਹੇ ਮੈਂ ਕਿਤੇ ਸੈਰ ਕਰਨ ਚਲਾ ਜਾਵਾਂ। ਕਹਿੰਦੇ ਉਗਦੇ ਹੋਏ ਸੂਰਜ ਨੂੰ ਜੇ ਦੇਖ ਸਕੀਏ ਜ਼ਰੂਰ ਦੇਖਣਾ ਚਾਹੀਦਾ ਸਾਨੂੰ, ਉਗਦੇ ਹੋਏ ਸੂਰਜ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਕਿਉਂਕਿ ਜਿਹੜੀਆਂ ਉਗਦੇ ਹੋਏ ਸੂਰਜ ਦੀਆਂ ਪਹਿਲੀਆਂ ਕਿਰਨਾਂ ਹੁੰਦੀਆਂ ਨਾ, ਉਹ ਜਿਹੜੀਆਂ 1-2 ਮਿੰਟ ਦੀਆਂ ਹੁੰਦੀਆਂ ਹੈ, ਜਦੋਂ ਸੂਰਜ ਨਿਕਲਦਾ ਥੋੜੀ ਜਿਹੀ ਲਾਲੀ ਹੁੰਦੀ ਹੈ, ਉਹ ਜਿਹੜੀਆਂ ਕਿਰਨਾਂ ਹੁੰਦੀਆਂ ਹੈ, ਅਗਰ ਉਹ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਟਕਰਾਉਂਦੀਆਂ ਹੈ ਔਰ ਉਹਦੇ ਜ਼ਰੀਏ ਸਾਡੇ ਪੀਨੀਅਲ ਗਲੈਂਡ, ਜੋ ਕਿ ਅੰਦਰ ਜਿਹਨੂੰ ਤੀਸਰਾ ਨੇਤਰ ਵੀ ਕਿਹਾ ਜਾਂਦਾ ਹੈ, ਉਹਦੇ ਨਾਲ ਸੰਪਰਕ ਕਰਦੀਆਂ, ਸਾਡਾ ਬ੍ਰੇਨ ਤੇਜ਼ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਡੀ ਯਾਦਾਸ਼ਤ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਜਿੰਨਾ ਅਸੀਂ ਲੇਟ ਉੱਠਦੇ ਹਾਂ ਹੌਲੀ ਹੌਲੀ ਕੀ ਹੁੰਦਾ, ਸਾਡੀ ਯਾਦਾਸ਼ਤ ਜਿਹੜੀ ਹੈ ਉਹ ਖਤਮ ਹੁੰਦੀ ਚਲੀ ਜਾਂਦੀ। ਨਹੀਂ ਤਾਂ ਦੇਖੋ ਤੁਸੀਂ ਆਪਣੇ ਆਪ ਨੂੰ ਪੁੱਛ ਕੇ ਦੇਖੋ, ਮੈਨੂੰ ਚੀਜ਼ਾਂ ਯਾਦ ਰਹਿੰਦੀਆਂ, ਮਾੜੀ ਮਾੜੀ ਗੱਲ ਮੈਂ ਭੁੱਲ ਜਾਂਦਾ ਹਾਂ। ਬੋਲੋ ਇਦਾਂ ਹੁੰਦੀ ਹੈ ਕਿ ਨਹੀਂ? ਇਹ ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਜਿਸ ਤਰ੍ਹਾਂ ਸਾਡੇ ਸਰੀਰ ਵਾਸਤੇ ਪਾਣੀ ਜ਼ਰੂਰੀ ਹੈ, ਭੋਜਨ ਜ਼ਰੂਰੀ ਹੈ, ਇਸੇ ਤਰ੍ਹਾਂ ਕੁਦਰਤ ਦੀਆਂ ਕੁਝ ਚੀਜ਼ਾਂ ਐਸੀਆਂ ਹੈ, ਜਿੱਦਾਂ ਕਹਿੰਦੇ ਨਾ 5 ਤੱਤਾਂ ਤੋਂ ਸਾਡਾ ਜੀਵਨ ਬਣਿਆ ਹੈ, ਜਲ, ਵਾਯੂ, ਪ੍ਰਿਥਵੀ, ਅਗਨੀ, ਆਕਾਸ਼। ਹੁਣ ਅੱਜ ਅਸੀਂ ਇਹ 5 ਤੱਤਾਂ ਤੋਂ ਸਾਡਾ ਜੀਵਨ ਬਣਿਆ ਹੈ। ਅਗਰ ਇਹਨਾਂ 5 ਤੱਤਾਂ ਦੇ ਸੰਪਰਕ 'ਚ ਅਸੀਂ ਰਹਿੰਦੇ ਹਾਂ ਤਾਂ ਅਸੀਂ ਪੂਰੀ ਤਰ੍ਹਾਂ ਫਿੱਟ ਵੀ ਰਹਿੰਦੇ ਹਾਂ। ਔਰ ਜਦੋਂ ਸਵੇਰੇ ਉੱਠ ਕੇ ਅਸੀਂ ਸੂਰਜ ਨੂੰ ਦੇਖਦੇ ਹਾਂ ਤੇ ਅਸੀਂ ਅਗਨੀ ਤੱਤ ਦੇ ਨਾਲ ਸੰਪਰਕ 'ਚ ਆ ਰਹੇ ਹਾਂ। ਖੁੱਲੇ ਆਕਾਸ਼ ਵਿੱਚ ਆਉਂਦੇ ਹਾਂ ਤਾਂ ਆਕਾਸ਼ ਦੇ ਸੰਪਰਕ 'ਚ ਆ ਰਹੇ ਹਾਂ। ਮਿੱਟੀ ਦੇ ਨਾਲ ਕਹਿੰਦੇ ਥੋੜੀ ਦੇਰ ਮਿੱਟੀ 'ਚ ਵੀ ਬੰਦੇ ਨੂੰ ਚੱਲਣਾ ਚਾਹੀਦਾ ਨੰਗੇ ਪੈਰ। ਤੁਸੀਂ ਪੜ੍ਹਿਆ ਹੋਏਗਾ, ਸੁਣਿਆ ਵੀ ਹੋਏਗਾ ਕਿ ਸਵੇਰੇ ਸਵੇਰੇ ਨੰਗੇ ਪੈਰ ਘਾਹ ਤੇ ਚੱਲਣ ਨਾਲ ਬੰਦੇ ਦੀ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਪਤਾ ਕਿ ਨਹੀਂ? ਅੱਛਾ, ਇਹ ਸੁਣਿਆ ਕਿਸੇ ਨੇ ਕਿ ਰੋਜ਼ ਇੱਕ ਸੇਬ ਖਾਓ ਤਾਂ ਬਿਮਾਰੀਆਂ ਨੂੰ ਦੂਰ ਭਜਾਓ? ਪਰ ਖਾਂਦੇ ਹੋ ਤੁਸੀਂ? ਸੇਬ ਖਾਂਦੇ ਹੋ ਕਦੀ? ਹੁਣ ਕਿਸੇ ਬੰਦੇ ਨੂੰ ਪੁੱਛੋ ਨਾ, ਸੇਬ ਨਹੀਂ ਇੱਕ ਖਾਣਾ, ਪਰ ਬੰਡਲ ਭਾਵੇਂ 3-4 ਬੀੜੀਆਂ ਦੇ ਫੂਕ ਦੇਣੇ। ਮੈਂ ਬੰਡਲ ਫੂਕਣ ਨੂੰ ਪੈਸੇ ਹੈ, ਪਰ ਇੱਕ ਸੇਬ ਖਾਣ ਨੂੰ ਫਿਰ ਮੈਂ ਕੀ? ਫਿਰ ਬੰਦਾ ਮੈਂ ਤਾਂ ਤੰਦਰੁਸਤੀ ਚਾਹੁੰਦਾ ਕਿ ਮੇਰਾ ਸਰੀਰ ਤੰਦਰੁਸਤ ਰਹੇ। ਭਾਈ ਕੰਮ ਕੀ ਕਰ ਰਿਹਾ ਤੂੰ? ਜੇ ਤੰਦਰੁਸਤੀ ਚਾਹੀਦੀ ਤਾਂ ਕਰਮ ਵੀ ਉਹੀ ਕਰਨੇ ਪੈਣੇ। ਤੰਦਰੁਸਤੀ ਆਪਣੇ ਆਪ ਚੱਲ ਕੇ ਨਹੀਂ ਸਾਡੇ ਤੱਕ ਆਣੀ। ਔਰ ਫਿਰ ਕਵਾਂਗੇ ਕਿ ਜੇ ਅੱਜ ਸਾਨੂੰ ਬਿਮਾਰੀਆਂ ਲੱਗਦੀਆਂ ਹੈ ਨਾ, ਅਸੀਂ ਕਈ ਵਾਰ ਦੱਸੀਦਾ ਹੈ, ਇੱਥੇ ਵੀ ਦੱਸਣਾ ਚਾਹਾਂਗੇ ਕਿ ਜਿਹੜੀ ਵੀ ਬਿਮਾਰੀ ਲੱਗਦੀ ਹੈ ਨਾ, ਇਹ ਉਸੇ ਤਰ੍ਹਾਂ ਜਿੱਦਾਂ ਤੁਸੀਂ ਕਮੇਟੀ ਪਾਉਂਦੇ ਹੋ ਨਾ, ਤਾਂ ਬਾਅਦ 'ਚ ਇੱਕ ਦਿਨ ਕਮੇਟੀ ਨਿਕਲਦੀ ਵੀ ਹੈ, ਇਕੱਠੀ ਹੋ ਕੇ ਨਿਕਲਦੀ ਹੈ। ਫਿਰ
ਨਿਕਲਦੀ ਹੈ ਕਿ ਨਹੀਂ? ਇਸੇ ਤਰ੍ਹਾਂ ਜਿਹੜੀਆਂ ਜੀਵਨ 'ਚ ਬਿਮਾਰੀਆਂ ਆਉਂਦੀਆਂ ਨਾ, ਕਿ ਬੰਦੇ ਨੂੰ ਕਹਿੰਦਾ ਹੁਣ ਸ਼ੂਗਰ ਆ ਗਈ, BP ਆ ਗਿਆ, ਜਾਂ ਮੈਨੂੰ ਆ ਬੜੀ ਪ੍ਰੋਬਲਮ ਆ ਗਈ, ਉਹ ਇੱਕਦਮ ਨਹੀਂ ਆਉਂਦੀ, ਉਹ ਹੌਲੀ ਹੌਲੀ ਕਿਸ਼ਤਾਂ ਜਮ੍ਹਾਂ ਕੀਤੀਆਂ ਹੁੰਦੀਆਂ ਆ, ਤੇ ਇੱਕ ਟਾਈਮ ਆਉਂਦਾ ਜਦੋਂ ਕਮੇਟੀ ਨਿਕਲ ਜਾਂਦੀ ਹੈ ਬਿਮਾਰੀਆਂ ਦੀ। ਇਸ ਲਈ ਅਗਰ ਅਸੀਂ ਜੀਵਨ 'ਚ ਚਾਹੁੰਦੇ ਹਾਂ ਤੰਦਰੁਸਤੀ, ਖੁਸ਼ੀ, ਤਾਂ ਫਿਰ ਸਾਨੂੰ ਆਪਣੀਆਂ ਆਦਤਾਂ ਵੀ ਉਹੀ ਕਰਨੀਆਂ ਚਾਹੀਦੀਆਂ, ਕਿਉਂਕਿ ਜੋ ਜਮ੍ਹਾਂ ਕਰਨਾ ਨਿਕਲਣਾ ਵੀ ਉਹੀ ਹੈ। ਸਮਝ ਲਓ, ਬਰਤਨ ਹੈ, ਜੇ ਬਰਤਨ ਦੇ ਵਿੱਚ ਤੁਸੀਂ ਕਚਰਾ ਪਾਈ ਜਾਓਗੇ, ਕੂੜਾ ਪਾਈ ਜਾਓਗੇ, ਤਾਂ ਬਾਅਦ ਚੋਂ ਕੂੜਾ ਹੀ ਬਾਹਰ ਆਣਾ। ਤਾਂ ਜੇ ਬਰਤਨ ਵਿੱਚ ਤੁਸੀਂ ਕੋਈ ਚੰਗੀ ਚੀਜ਼ ਪਾਓਗੇ, ਤਾਂ ਫਿਰ ਜਦੋਂ ਦੇਖੋਗੇ ਤਾਂ ਚੰਗੀ ਚੀਜ਼ ਹੀ ਬਾਹਰ ਆਏਗੀ। ਇਸੇ ਤਰ੍ਹਾਂ ਆਪਣੇ ਆਪ ਨੂੰ ਪੁੱਛੋ, ਮੈਂ ਚਾਹੁੰਦਾ ਕੀ ਹਾਂ? ਜੋ ਮੈਂ ਚਾਹੁੰਦਾ ਹਾਂ, ਅੱਜ ਤੋਂ ਮੈਂ ਆਪਣੇ ਆਪ ਨਾਲ ਵਚਨ ਕਰਨਾ ਹੈ, ਵਾਅਦਾ ਕਰਨਾ ਹੈ ਕਿ ਜੇ ਮੈਂ ਖੁਸ਼ੀ ਚਾਹੁੰਦਾ ਤਾਂ ਅੱਜ ਤੋਂ ਆਦਤ ਉਹ ਬਣਾਣੀ ਜੋ ਮੇਰੇ ਜੀਵਨ 'ਚ ਖੁਸ਼ੀ ਲੈ ਕੇ ਆਵੇ। ਸਮਝਦੇ ਹੋ ਕਿ ਨਹੀਂ? ਹੁਣ ਬਹੁਤ ਜੀਵ ਐਸੇ ਜਿਹੜੇ ਚਾਹੁੰਦੇ ਮੈਨੂੰ ਘਰ 'ਚ ਸ਼ਾਂਤੀ ਚਾਹੀਦੀ ਹੈ, ਬੋਲੋ ਕਹਿੰਦੇ ਕਿ ਨਹੀਂ? ਤੁਸੀਂ ਸਾਰੇ ਚਾਹੁੰਦੇ ਹੋ ਕਿ ਨਹੀਂ ਸ਼ਾਂਤੀ? ਹੁਣ ਜ਼ਰਾ ਗੌਰ ਕਰਨਾ, ਜੇ ਸ਼ਾਂਤੀ ਚਾਹੁੰਦੇ ਤਾਂ ਸ਼ਾਂਤੀ ਆਣੀ ਕਿੱਥੋਂ? ਪਹਿਲਾਂ ਇਹ ਦੱਸੋ, ਕਿਤੇ ਬਾਹਰੋਂ ਆਣੀ ਹੈ ਸ਼ਾਂਤੀ? ਕਿ ਤੁਸੀਂ ਗੇਟ ਤੇ ਬੈਠੇ ਹੋ ਤਾਂ ਸ਼ਾਂਤੀ ਨੇ ਚੱਲ ਕੇ ਆਣਾ ਔਰ ਘਰ ਦੇ ਅੰਦਰ ਆ ਜਾਣਾ? ਨਹੀਂ। ਜੇ ਸ਼ਾਂਤੀ ਮੈਨੂੰ ਚਾਹੀਦੀ ਹੈ ਤਾਂ ਅੱਜ ਮੈਨੂੰ ਆਪਣੇ ਆਪ ਨਾਲ ਵਾਅਦਾ ਕਰਨਾ ਪੈਣਾ ਕਿ ਗੱਲ ਤੇ ਗੁੱਸਾ ਕਰਨਾ ਮੈਂ ਬੰਦ ਕਰ ਦੇਵਾਂ, ਕਿਉਂਕਿ ਮੈਨੂੰ ਸ਼ਾਂਤੀ ਚਾਹੀਦੀ ਹੈ ਤਾਂ ਮੈਂ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਕਰਾਂ। ਸਮਝਣਾ ਜ਼ਰਾ, ਅੱਜ ਬੰਦਾ ਕਹਿੰਦਾ ਮੈਨੂੰ ਸ਼ਾਂਤੀ ਚਾਹੀਦੀ ਹੈ, ਪਰ ਨੋ ਬਹੁਤ ਬੋਲਦੀ ਹੈ, ਆ ਸੱਸ ਬਹੁਤ ਬੋਲਦੀ ਹੈ, ਮੈਨੂੰ ਤਾਂ ਸ਼ਾਂਤੀ ਚਾਹੀਦੀ ਹੈ, ਮੇਰਾ ਪਤੀ ਬਹੁਤ ਬੋਲਦਾ, ਮੇਰੀ ਪਤਨੀ ਬਹੁਤ ਬੋਲਦੀ ਹੈ। ਭਾਈ ਜੇ ਤੈਨੂੰ ਚਾਹੀਦੀ ਹੈ ਤਾਂ ਸ਼ੁਰੂਆਤ ਵੀ ਕਿਹਨੂੰ ਕਰਨੀ ਪੈਣੀ ਹੈ? ਹੁਣ ਦੂਜਾ ਕੀ ਕਰ ਰਿਹਾ ਹੈ ਉਹਨੂੰ ਤਾਂ ਬਦਲ ਨਹੀਂ ਸਕਦਾ, ਪਰ ਮੈਂ ਆਪਣੇ ਆਪ ਨੂੰ ਜ਼ਰੂਰ ਬਦਲ ਸਕਦਾ। ਔਰ ਯਾਦ ਰੱਖੋ, ਜਦੋਂ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਨਾ, ਆਪਣੇ ਆਪ ਨੂੰ ਬਦਲ ਲਿਆ, ਤਾਂ ਦੂਜੇ ਦੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਏਗਾ। ਪਰ ਅੱਜ ਇਨਸਾਨ ਕਰਦਾ ਕੀ ਹੈ? ਹੁਣ ਸ਼ਾਂਤੀ ਚਾਹੁੰਦਾ ਹੈ, ਪਰ ਅਗਲਾ ਇੱਕ ਗੱਲ ਕਹਿੰਦਾ, ਅਸੀਂ ਦੋ ਕਹਿ ਦਿੰਦੇ, ਅਗਲਾ ਦੋ ਕਹਿੰਦਾ, ਅਸੀਂ ਚਾਰ ਕਹਿ ਦਿੰਦੇ, ਤਾਂ ਫਿਰ ਤਾਂ ਸ਼ਾਂਤੀ ਕਦੀ ਆਣੀ ਨਹੀਂ ਹੈ। ਇਸ ਲਈ ਹਰ ਚੀਜ਼ ਕੁਦਰਤ ਨੇ ਸਾਡੇ ਅੰਦਰ ਹੀ ਰੱਖੀ ਹੋਈ ਹੈ। ਬਸ ਜਿੱਦਾਂ ਦੱਸਿਆ ਨਾ ਕਿ ਜੋ ਸਾਨੂੰ ਚਾਹੀਦਾ ਹੈ ਉਹਦਾ ਫੈਸਲਾ ਵੀ ਸਾਨੂੰ ਲੈਣਾ ਪਏਗਾ ਕਿ ਅੱਜ ਤੋਂ ਮੈਂ ਸ਼ੁਰੂਆਤ ਕਰਨੀ ਹੈ। ਔਰ ਇਹ ਗੱਲ ਫਿਰ ਕਵਾਂਗੇ ਕਿ ਜਿਸਲੇ ਇਨਸਾਨ ਫਰਜ਼ ਕਰੋ ਤੰਦਰੁਸਤੀ ਚਾਹੁੰਦਾ ਹੈ, ਤਾਂ ਹੁਣ ਤੰਦਰੁਸਤੀ ਵਾਸਤੇ ਕਰਮ ਆਪ ਕਰਨਾ ਹੈ, ਤਾਂ ਨਾਲ ਨਾਲ ਜਿੱਦਾਂ ਜੀਸਸ ਕ੍ਰਾਈਸਟ ਨੇ ਕਿਹਾ ਹੈ, ਯਿਸੂ ਮਸੀਹ ਨੇ ਕਿਹਾ ਹੈ ਕਿ ਪ੍ਰਾਰਥਨਾ ਦੀ ਸ਼ਕਤੀ ਦਾ ਇਸਤੇਮਾਲ ਵੀ ਕਰਨਾ ਹੈ। ਕਾਹਦਾ ਇਸਤੇਮਾਲ ਕਰਨਾ ਹੈ? ਪ੍ਰਾਰਥਨਾ ਦੀ ਸ਼ਕਤੀ ਦਾ ਇਸਤੇਮਾਲ ਕਰਨਾ ਹੈ। ਪ੍ਰਾਰਥਨਾ ਦੀ ਵੀ ਇੱਕ ਸ਼ਕਤੀ ਹੈ। ਉਹ ਸ਼ਕਤੀ ਕੀ ਹੈ? ਕਿ ਜਦੋਂ ਕੋਈ ਵੀ ਕਰਮ ਕਰਨਾ ਹੈ ਨਾ ਅਸੀਂ, ਤਾਂ ਉਹਦੇ ਨਾਲ ਨਾਲ ਪ੍ਰਾਰਥਨਾ ਕਰਨੀ ਹੈ ਪਰਮਾਤਮਾ ਦੇ ਕੋਲੋਂ, ਕਿਉਂਕਿ ਜਿਸਨੇ ਸਾਨੂੰ ਜੀਵਨ ਦਿੱਤਾ ਹੈ, ਜਿਸਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜਦੋਂ ਅਸੀਂ ਕੋਈ ਵੀ ਕਰਮ ਸ਼ੁਰੂ ਕਰਨ ਲੱਗੇ ਹਾਂ ਉਦੋਂ ਯਾਦ ਕਰਦੇ ਹਾਂ ਕਿ ਇਹ ਮੇਰੇ ਪ੍ਰਭੂ, ਇਹ ਮੇਰੇ ਪਰਮਾਤਮਾ, ਮੈਂ ਇਹ ਕੰਮ ਸ਼ੁਰੂ ਕਰਨ ਲੱਗਾ ਹਾਂ, ਮੈਨੂੰ ਇਹ 'ਚ ਕਾਮਯਾਬੀ ਤੂੰ ਦੇਣੀ ਹੈ, ਸਫਲਤਾ ਤੂੰ ਦੇਣੀ ਹੈ। ਜਦੋਂ ਅਸੀਂ ਉਹਦੇ ਨਾਲ ਉਹ ਕੰਮ ਨੂੰ ਜੋੜ ਦਿੰਦੇ ਹਾਂ ਤਾਂ ਫਿਰ ਉਹਦੀ ਕਿਰਪਾ, ਉਹਦੀ ਰਹਿਮਤ ਵੀ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਉਹਦੀ ਰਹਿਮਤ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਆਪਣੀ ਤਾਰ ਨੂੰ ਉਹਦੇ ਨਾਲ ਜੋੜਨਾ ਹੀ ਪੈਣਾ। ਜਿੱਦਾਂ ਸਮਝ ਲਓ ਪਲੱਗ ਦੇ ਵਿੱਚ ਬਿਜਲੀ ਤਾਂ ਹੈ, ਪਰ ਜੇ ਅਸੀਂ ਚਾਹਤੇ ਹੋ ਬਿਜਲੀ ਦੀ ਤਾਕਤ ਦਾ ਇਸਤੇਮਾਲ ਕਰੀਏ, ਤਾਂ ਅਸੀਂ ਜੇ ਪੱਖਾ ਚਲਾਉਣਾ ਹੈ, ਕੂਲਰ ਚਲਾਉਣਾ, ਤਾਂ ਸਾਨੂੰ ਪਲੱਗ ਤਾਂ ਉਹਦੇ ਨਾਲ ਜੋੜਨਾ ਹੀ ਪਏਗਾ। ਜੇ ਪਲੱਗ ਨਾ ਜੋੜਾਂਗੇ ਤਾਂ ਕਰੰਟ ਕਿੱਦਾਂ ਆਏਗਾ? ਇਸੇ ਤਰ੍ਹਾਂ ਜਦੋਂ ਅਸੀਂ ਰੱਬ ਦੀ ਤਰਫ ਧਿਆਨ ਦਿੰਦੇ ਆ ਨਾ ਕਿ ਇਹ ਮੇਰੇ ਮਾਲਿਕ ਮੇਰਾ ਸਾਥ ਦੇ, ਮੈਨੂੰ ਕਾਮਯਾਬੀ ਦੇ, ਤਾਂ ਫਿਰ ਕਿਹਾ ਜਾਂਦਾ ਕਿ ਪ੍ਰਾਰਥਨਾ ਦੀ ਸ਼ਕਤੀ ਦੇ ਨਾਲ ਉਹ ਵੀ ਕੰਮ ਹੋ ਜਾਂਦੇ ਜੋ ਬੰਦਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਕਿਉਂਕਿ ਸ਼ਕਤੀਸ਼ਾਲੀ ਉਹ ਪਰਮਾਤਮਾ ਹੈ। ਜਦੋਂ ਉਹਦੇ ਨਾਲ ਅਸੀਂ ਜੁੜਦੇ ਹਾਂ ਤਾਂ ਉਹਦੀ ਸ਼ਕਤੀ ਦਾ ਪ੍ਰਭਾਵ ਸਾਡੇ ਜੀਵਨ 'ਚ ਆਉਣਾ ਸ਼ੁਰੂ ਹੋ ਜਾਂਦਾ ਹੈ। ਜਰਾ ਸਮਝਣਾ ਸਾਰਿਆਂ ਨੇ ਕਿ ਤੁਹਾਡੇ ਅੰਦਰ ਪਰਮਾਤਮਾ ਦੀ ਸ਼ਕਤੀ ਕੰਮ ਕਰਦੀ ਹੈ, ਪਰਮਾਤਮਾ ਦੀ ਤਾਕਤ ਕੰਮ ਕਰਦੀ ਹੈ, ਪਰ ਉਹ ਤਾਕਤ ਨੂੰ ਅਸੀਂ ਅਣਜਾਣੇ ਵਿੱਚ ਕਈ ਵਾਰ ਇਸਤੇਮਾਲ ਕਰ ਲੈਂਦੇ ਆ। ਪਰ ਜੇ ਸਾਨੂੰ ਉਹਨੂੰ ਜਾਣ ਕੇ ਇਸਤੇਮਾਲ ਕਰਨਾ ਆ ਜਾਵੇ ਤਾਂ ਜੀਵਨ 'ਚ ਕਮੀ ਕੋਈ ਕਦੀ ਆਵੇ ਹੀ ਨਾ। ਅਣਜਾਣੇ 'ਚ ਕਿੱਦਾਂ ਇਸਤੇਮਾਲ ਕਰਦੇ ਆ ਉਹ ਵੀ ਦੱਸ ਦਈਏ ਥੋੜਾ ਜਿਹਾ। ਕਿ ਕਈ ਵਾਰ ਫਰਜ਼ ਕਰੋ ਸ਼ਾਮ ਨੂੰ ਨਾ ਇੱਕ ਬੰਦਾ ਹੈ, ਉਹ ਆਫਿਸ ਤੋਂ ਥੱਕਿਆ ਆਇਆ ਜਾਂ ਕਿਸੇ ਕੰਮ ਤੋਂ ਥੱਕਿਆ ਆਇਆ, ਔਰ ਇੰਨੀ ਉਹਦੇ ਅੰਦਰ ਥਕਾਵਟ ਹੈ ਕਿ ਸੋਚ ਰਿਹਾ ਹੁਣ ਘਰ ਜਾ ਕੇ ਮੈਂ ਲੰਮਾ ਪੈ ਜਾਣਾ ਹੈ। ਹੁਣ ਇੰਨਾ ਥੱਕ ਹੋ ਗਿਆ, ਕੁਛ ਕਰਨ ਨੂੰ ਦਿਲ ਨਹੀਂ ਕਰਦਾ, ਬਸ ਜਾਂਦਿਆਂ ਹੀ ਰੋਟੀ ਖਾ ਕੇ ਮੈਂ ਸੌਂ ਜਾਣਾ, ਬੜੀ ਨੀਂਦ ਆ ਰਹੀ ਹੈ ਮੈਨੂੰ। ਯਾਨੀ ਇੱਦਾਂ ਤੁਰਿਆ ਹੋਇਆ ਜਿੱਦਾਂ ਪੈਰਾਂ 'ਚ ਜਾਨ ਹੀ ਨਹੀਂ ਹੁੰਦੀ, ਕਿਉਂਕਿ ਸਾਹਮਣੇ ਹੀ ਘਰ ਹੈ ਉਹਦਾ, ਔਰ ਇੱਦਾਂ ਤੁਰਿਆ ਹੈ ਕਿ ਬਸ ਥੱਕ ਗਿਆ, ਅੱਜ ਤਾਂ ਬਸ ਹੋ ਗਈ ਅੱਜ ਤਾਂ ਸਰੀਰ ਦੀ, ਹੁਣ ਜਾ ਕੇ ਮੈਂ ਲੰਮਾ ਹੀ ਪੈ ਜਾਣਾ ਹੈ। ਇੱਦਾਂ ਹੌਲੀ ਹੌਲੀ ਤੁਰਿਆ ਹੈ, ਔਰ ਅਚਾਨਕ ਉਹ ਕੀ ਦੇਖਦਾ ਹੈ? ਪਿੱਛੇ ਇੱਕ ਕੁੱਤਾ ਬੜੀ ਤੇਜ਼ੀ ਨਾਲ ਦੌੜਾ ਉਹਦੀ ਤਰਫ ਆ ਰਿਹਾ ਹੈ, ਭੌਂਕਦਾ ਹੋਇਆ। ਹੁਣ ਉਹ ਕੀ ਕਰੇਗਾ? ਜਵਾਬ ਦਿਓ ਸਾਨੂੰ।
ਉਦਾਂ ਹੀ ਇੱਦਾਂ ਹੀ ਤੁਰਿਆ ਹੋਏਗਾ। ਆ ਜਾ ਵੱਢ ਲੈ ਯਾਰ, ਵੱਢ ਲੈ ਦੰਦੀ, ਵਿੱਚ ਜਾਨ ਹੈ ਨਹੀਂ ਦੌੜਨ ਦੀ। ਮੈਂ ਨਹੀਂ ਦੌੜ ਸਕਦਾ ਕਿਉਂਕਿ ਮੈਂ ਤਾਂ ਥੱਕ ਗਿਆ ਅੱਜ ਕੰਮ ਕਰਕੇ, ਬਸ ਤੂੰ ਆ ਕੇ ਮੁੱਚ ਮਾਰ ਲੈ ਮੈਨੂੰ। ਨਹੀਂ, ਜਿੱਦਾਂ ਹੀ ਕੁੱਤੇ ਨੂੰ ਦੇਖਣਾ ਹੈ ਨਾਲ ਹੀ ਉਹਨਾਂ ਕੁੱਤੇ ਨੂੰ ਵੀ ਤੇਜ਼ ਦੌੜਨਾ ਸ਼ੁਰੂ ਕਰ ਦੇਣਾ। ਘਰ ਜਾ ਕੇ ਦਰਵਾਜ਼ਾ ਫੜਨਾ, ਸ਼ੁਕਰ ਹੈ ਜਾਨ ਬਚ ਗਈ। ਉਹ ਹੁਣ ਤਾਕਤ ਕਿੱਥੋਂ ਆ ਗਈ ਤੇ 'ਚ? ਹੁਣ ਸ਼ਕਤੀ ਕਿੱਥੋਂ ਆ ਗਈ? ਇਹਦਾ ਮਤਲਬ ਸ਼ਕਤੀ ਤੇਰੇ ਅੰਦਰ ਕਿਤੇ ਹੈ, ਪਰ ਤੈਨੂੰ ਉਹ ਜਗਾਣੀ ਐਦਾਂ ਨਹੀਂ ਆਉਂਦੀ। ਜਦੋਂ ਕੋਈ ਮੂਵਮੈਂਟ ਆਉਂਦੀ ਹੈ, ਟਾਈਮ ਆਉਂਦਾ ਤਾਂ ਫਿਰ ਆਪਣੇ ਆਪ ਸ਼ਕਤੀ ਤੈਨੂੰ ਬਚਾਉਣ ਦੀ ਖਾਤਰ ਆ ਜਾਂਦੀ ਹੈ। ਉਹ ਸ਼ਕਤੀ ਕਿੱਥੋਂ ਆਉਂਦੀ ਹੈ? ਉਹ ਪ੍ਰਮਾਤਮਾ ਭੇਜਦਾ ਕਿ ਬਚ। ਤਾਂ ਹੀ ਤਾਂ ਤੁਸੀਂ ਨਾਰਮਲ ਹਾਲਾਤ ਵਿੱਚ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਕਿਸੇ ਦੁੱਖ ਦੀ ਘੜੀ 'ਚ, ਪਰੇਸ਼ਾਨੀ ਦੀ ਘੜੀ ਤੁਸੀਂ ਕਰ ਸਕਦੇ ਹੋ ਨਾ। ਉਹ ਬੰਦਾ ਨਾਰਮਲ ਹਾਲਾਤਾਂ ਵਿੱਚ ਨਹੀਂ ਕਰ ਸਕਦਾ। ਜਿੱਦਾਂ ਹੀ ਤੁਹਾਨੂੰ ਦੱਸਿਆ ਕਿ ਨਾਰਮਲ ਤੁਹਾਨੂੰ ਦੌੜਨ ਨੂੰ ਕਿਹਾ ਜਾਵੇ, ਕਿੰਨਾ ਕੁ ਤੇਜ਼ ਦੌੜੋਗੇ, ਪਰ ਫਿਰ ਤੁਹਾਨੂੰ ਕਿਸੇ ਪ੍ਰਤੀਯੋਗਿਤਾ ਵਿੱਚ ਦੌੜਾਇਆ ਜਾਵੇ ਕਿ ਲੈ ਵੀ ਕਿਸੇ ਨਾਲ ਰੇਸ ਲਾਣੀ ਹੈ, ਤਾਂ ਤੁਸੀਂ ਜਿੱਦਾਂ ਨਾਰਮਲ ਦੌੜੋਗੇ ਨਾ, ਰੇਸ ਵਿੱਚ ਤੁਸੀਂ ਜ਼ਿਆਦਾ ਤੇਜ਼ ਦੌੜੋਗੇ। ਔਰ ਫਿਰ ਤੀਸਰੀ ਚੀਜ਼ ਕਿ ਜਦੋਂ ਤੁਹਾਡੇ ਮਗਰ ਇੱਦਾਂ ਕੋਈ ਜਾਨਵਰ ਪੈ ਜਾਵੇ, ਫਿਰ ਜੋ ਤੁਹਾਡਾ ਦੌੜਨਾ ਉਹ ਰੇਸ ਨਾਲੋਂ ਵੀ ਤੇਜ਼ ਹੋਏਗਾ, ਕਿਉਂਕਿ ਬੜੀ ਸ਼ਕਤੀ ਹੈ ਇਨਸਾਨ ਦੇ ਅੰਦਰ, ਬਸ ਇਨਸਾਨ ਨੂੰ ਉਹਦਾ ਇਸਤੇਮਾਲ ਕਰਨਾ ਆਂਦਾ ਹੀ ਨਹੀਂ ਹੈ। ਤਾਂ ਹੀ ਗੁਰੂ ਰਹਿਬਰ ਕਹਿੰਦੇ ਆ ਮੈਡੀਟੇਸ਼ਨ ਕਰ, ਧਿਆਨ ਕਰ, ਕਿਉਂਕਿ ਧਿਆਨ ਦੇ ਨਾਲ ਜਿੱਦਾਂ ਜਿੱਦਾਂ ਸਾਡੀ ਸੁਰਤੀ ਅੰਦਰ ਜਾਂਦੀ ਹੈ, ਇਹ ਉਸੇ ਤਰ੍ਹਾਂ ਹੁੰਦਾ ਜਿੱਦਾਂ ਬੰਦਾ ਜਦੋਂ ਕਮਰੇ ਅੰਦਰ ਜਾਂਦਾ ਉਹਨੂੰ ਅੰਦਰ ਜਾ ਕੇ ਪਤਾ ਲੱਗਦਾ ਕਮਰੇ 'ਚ ਕਿਹੜੀ ਕਿਹੜੀ ਚੀਜ਼ ਪਈ ਹੋਈ ਹੈ। ਔਰ ਜਦੋਂ ਤੱਕ ਮੈਂ ਬਾਹਰ ਆ ਮੈਨੂੰ ਪਤਾ ਹੀ ਨਹੀਂ ਅੰਦਰ ਕੀ ਹੈ, ਸਮਝਦੇ ਹੋ ਕਿ ਨਹੀਂ? ਪਰ ਅੰਦਰ ਜਾ ਕੇ ਪਤਾ ਲੱਗਦਾ ਕਿਹੜੀ ਕਿਹੜੀ ਚੀਜ਼ ਕਿੱਥੇ ਰੱਖੀ ਹੋਈ ਹੈ ਔਰ ਕਿਹਦਾ ਮੈਂ ਕਿੱਦਾਂ ਇਸਤੇਮਾਲ ਕਰ ਸਕਦਾ ਹਾਂ। ਇਸ ਲਈ ਅੱਜ ਜਰਾ ਸੱਚ ਦੱਸਿਓ ਆਪਣੇ ਆਪ ਨੂੰ ਪੁੱਛ ਕੇ ਕਿ ਬਾਹਰ ਬਾਰੇ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਘਰ ਦੇ ਵਿੱਚ ਟੀਵੀ ਕਿੱਥੇ ਹੈ, ਫ੍ਰਿਜ ਕਿੱਥੇ ਹੈ, ਅਸੀਂ ਸੋਫਾ ਕਿੱਥੇ ਰੱਖਿਆ, ਜਾਂ ਇੱਥੇ ਤੱਕ ਵੀ ਕਿ ਚੀਨੀ ਦਾ ਡੱਬਾ ਕਿੱਥੇ ਰੱਖਿਆ, ਪੱਤੀ ਦਾ ਡੱਬਾ ਕਿੱਥੇ ਰੱਖਿਆ, ਦਾਲ ਦਾ ਡੱਬਾ ਕਿੱਥੇ ਹੈ, ਉਹ ਹਰ ਚੀਜ਼ ਦਾ ਪਤਾ ਹੈ। ਪਰ ਆਪਣੇ ਬਾਰੇ ਪਤਾ ਕਿ ਅੰਦਰ ਉਹ ਮੇਰੇ ਰੱਬ ਨੇ ਕੀ ਕੀ ਰੱਖਿਆ ਹੈ? ਕਦੀ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਉਹਨੂੰ ਸਮਝਾਂਗੇ ਕਦੋਂ? ਉਹਨੂੰ ਉਦੋਂ ਹੀ ਸਮਝਾਂਗੇ ਜਦੋਂ ਆਪਣੇ ਅੰਦਰ ਸੁਰਤੀ ਜੋੜਾਂਗੇ। ਤਾਂ ਹੀ ਤਾਂ ਕਬੀਰ ਸਾਹਿਬ ਨੇ ਇੱਕ ਜਗ੍ਹਾ ਹੋਰ ਕਿਹਾ ਕਿ ਕਸਤੂਰੀ ਕੁੰਡਲ ਬਸੇ ਉਹ ਮ੍ਰਿਗ ਦੌੜੇ ਬਨ ਮਾਹੀ, ਐਸੇ ਘਟ ਘਟ ਰਾਮ ਹੈ ਦੁਨੀਆ ਜਾਣੇ। ਉਹ ਕਹਿੰਦੇ ਤੇਰੇ ਘਟ ਵਿੱਚ ਹੀ ਹੈ ਤੈਨੂੰ ਪੈਦਾ ਕਰਨ ਵਾਲੀ ਸ਼ਕਤੀ, ਕਿਉਂਕਿ ਜਦੋਂ ਤੂੰ ਪੈਦਾ ਹੋਇਆ ਸੀ ਨਾ, ਉਹ ਸ਼ਕਤੀ ਨੇ ਕਿਤੇ ਬਾਹਰੋਂ ਨਹੀਂ ਪੈਦਾ ਕੀਤਾ ਤੈਨੂੰ। ਜਰਾ ਹੁਣ ਗੌਰ ਕਰਨਾ, ਜਰਾ ਸੋਚੋ ਬੱਚੇ ਦੀ ਪੈਦਾਇਸ਼ ਬਾਰੇ ਕਿ ਜਦੋਂ ਬਣਦਾ ਹੈ ਤਾਂ ਬੱਚੇ ਦੇ ਬਾਹਰੋਂ ਕੁਝ ਨਹੀਂ ਆਉਂਦਾ, ਸਭ ਕੁਝ ਉਹਦੇ ਅੰਦਰੋਂ ਹੀ ਬਣਦਾ ਹੈ। ਅੰਦਰੋਂ ਬਣਦਾ ਕਿ ਨਹੀਂ? ਕਦੀ ਪੁੱਛੋ ਕਿਸੇ ਡਾਕਟਰ ਨੂੰ, ਉਹ ਕਹਿੰਦੇ ਪਹਿਲਾਂ ਮਾਸ ਦਾ ਲੁਥੜਾ ਹੁੰਦਾ ਹੈ। ਕੀ ਹੁੰਦਾ ਹੈ? ਛੋਟਾ ਜਿਹਾ ਮਾਸ ਦਾ ਟੁਕੜਾ ਹੁੰਦਾ ਹੈ ਜਿਹਦੇ 'ਚ ਨਾ ਦਿਲ ਹੁੰਦਾ, ਨਾ ਗੁਰਦੇ ਹੁੰਦੇ, ਨਾ ਕੋਈ ਹੱਡੀ ਹੁੰਦੀ, ਨਾ ਫੇਫੜੇ ਹੁੰਦੇ, ਕੁਝ ਵੀ ਨਹੀਂ ਹੁੰਦਾ, ਨਾ ਅੱਖਾਂ ਹੁੰਦੀਆਂ, ਨਾ ਨੱਕ ਹੁੰਦਾ, ਬਸ ਗੋਲ ਜਿਹਾ ਮਾਸ। ਜਿੱਦਾਂ ਕੋਈ ਕਵੇ ਨਾ ਕਿ ਆਟੇ ਨੂੰ ਗੁੰਨ ਕੇ ਕੋਈ ਬਸ ਇੱਦਾਂ ਹੀ ਇਕੱਠਾ ਕਰਕੇ ਰੱਖ ਦੇਵੇ, ਇੱਦਾਂ ਬੱਚਾ ਪਹਿਲਾਂ ਮਾਸ ਦਾ ਟੁਕੜਾ ਹੁੰਦਾ ਹੈ, ਫਿਰ ਉਹ ਮਾਸ ਦੇ ਟੁਕੜੇ ਅੰਦਰੋਂ ਹੀ ਹੌਲੀ ਹੌਲੀ ਦਿਲ ਬਣਦਾ ਹੈ, ਫਿਰ ਹੱਡੀਆਂ ਬਣਨੀਆਂ ਸ਼ੁਰੂ ਹੁੰਦੀਆਂ ਹੈ, ਫਿਰ ਅੱਖਾਂ ਬਣਦੀਆਂ ਹੈ, ਨੈਣ ਨਕਸ਼ ਬਣਦੇ ਹੈ, ਬਾਲ ਬਣਦੇ ਆ, ਹਰ ਚੀਜ਼ ਉਹਦੇ ਅੰਦਰੋਂ ਤਿਆਰ ਹੁੰਦੀ ਹੈ। ਇਹਦਾ ਮਤਲਬ ਕੀ ਹੈ? ਹਰ ਚੀਜ਼ ਅੰਦਰੋਂ ਤਿਆਰ ਹੁੰਦੀ ਤੇ ਇਹਦਾ ਮਤਲਬ ਸਾਨੂੰ ਤਿਆਰ ਕਰਨ ਵਾਲੀ ਸ਼ਕਤੀ ਕਿਤੇ ਬਾਹਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਇੱਕ ਖੀਰ ਬਣਾਉਣੀ ਹੋਵੇ ਜਾਂ ਤੁਸੀਂ ਇੱਕ ਦਾਲ ਸਬਜ਼ੀ ਬਣਾਉਣੀ ਹੋਵੇ ਤਾਂ ਤੁਹਾਨੂੰ ਸਮਾਨ ਕਿੱਥੋਂ ਲਿਆਉਣਾ ਪੈਂਦਾ ਹੈ? ਤੁਹਾਨੂੰ ਸਮਾਨ ਬਾਹਰੋਂ ਲਿਆਉਣਾ ਪੈਂਦਾ ਹੈ। ਕਿ ਜੇ ਮੈਂ ਦਾਲ ਪਾਣੀ ਤਾਂ ਦੁਕਾਨ ਤੋਂ ਦਾਲ ਖਰੀਦ ਕੇ ਬਰਤਨ 'ਚ ਪਾਣੀ ਪੈਂਦੀ ਹੈ। ਜੇ ਮੈਂ ਕੋਈ ਵੀ ਸਬਜ਼ੀ ਬਣਾਣੀ ਤਾਂ ਬਾਹਰੋਂ ਲਿਆ ਕੇ ਬਰਤਨ 'ਚ ਪਾਣੀ ਪੈਣੀ ਹੈ, ਕਿਉਂਕਿ ਜੋ ਮੈਂ ਬਰਤਨ 'ਚ ਪਾਣਾ ਹੈ ਨਿਕਲਣਾ ਵੀ ਬਣਨਾ ਵੀ ਉਹੀ ਹੈ। ਪਰ ਦੇਖੋ ਕੁਦਰਤ ਜਦੋਂ ਸਾਨੂੰ ਬਣਾਉਂਦੀ ਹੈ ਨਾ, ਬਾਹਰੋਂ ਕੁਝ ਨਹੀਂ ਲੈਂਦੀ। ਕਦੀ ਇਦਾਂ ਹੁੰਦਾ ਹੈ ਕਿ ਮਾਂ ਬੈਠੀ ਹੋਵੇ, ਆ ਮੇਰੇ ਪੇਟ 'ਚ ਬੱਚਾ ਹੈ, ਇਹਨੂੰ ਅੱਖਾਂ ਚਾਹੀਦੀਆਂ, 2 ਅੱਖਾਂ ਲਿਆਓ ਖਾਣੀਆਂ ਤਾਂ ਇਹਨੂੰ ਲੱਗਣ ਜਾ ਕੇ। ਇਦਾਂ ਹੋਇਆ ਕਦੀ ਕਿ ਮਾਂ ਪਹਿਲਾਂ 2 ਅੱਖਾਂ ਖਾਵੇ, ਭਾਈ ਸ਼ੁਕਰ ਹੈ 2 ਹੀ ਖਾਧੀਆਂ, ਤੇ 4 ਨਹੀਂ ਖਾ ਲਈਆਂ, ਤੇ 4 ਨਾਲ ਲੱਗ ਜਾਂਦੀਆਂ ਨੇ। ਨਹੀਂ, ਮਾਂ ਨੂੰ ਕੁਝ ਪਤਾ ਵੀ ਨਹੀਂ ਹੈ, ਕੁਦਰਤ ਸਭ ਕੁਝ ਅੰਦਰੋਂ ਕਰ ਰਹੀ ਹੈ, ਅੰਦਰੋਂ। ਇਹੀ ਚੀਜ਼ ਕਬੀਰ ਸਾਹਿਬ ਕਹਿੰਦੇ ਕਿ ਤਾਕਤ ਤਾਂ ਤੇਰੇ ਅੰਦਰ ਹੈ, ਉਹ ਸ਼ਕਤੀ ਤੇਰੇ ਅੰਦਰ ਹੈ, ਪਰ ਜਾਣੇਗਾ ਕਦੋਂ? ਜਦੋਂ ਆਪਣੇ ਅੰਦਰ ਜਾ ਕੇ ਦੇਖੇਗਾ। ਹੁਣ ਤੁਸੀਂ ਕਈ ਵਾਰ ਕਿਸੇ ਬੋਡੀ ਬਿਲਡਰ ਨੂੰ ਦੇਖੋ ਜਾਂ ਕਿਸੇ ਅੱਛੇ ਸਿਹਤਮੰਦ ਨੂੰ ਦੇਖੋ ਕਿ ਜਿਹੜਾ ਜਿਮ 'ਚ ਜਾ ਕੇ ਮਿਹਨਤ ਕਰਦਾ ਹੈ, ਹੁਣ ਉਹ ਕਿੱਦਾਂ ਆਪਣੇ ਮਸਲ ਬਣਾਉਂਦਾ? ਕਿਤੇ ਬਾਹਰੋਂ ਆਉਂਦੇ ਆ? ਨਹੀਂ, ਉਹ ਮਿਹਨਤ ਕਰਦਾ ਜਾਂਦਾ ਤਾਂ ਸਭ ਕੁਝ ਉਹਦੇ ਅੰਦਰੋਂ ਹੀ ਬਣਦਾ ਚਲਾ ਜਾਂਦਾ। ਕੁਦਰਤ ਕਹਿੰਦੀ ਮੈਂ ਤੇਰੇ ਅੰਦਰ ਰੱਖਿਆ ਹੋਇਆ ਹੈ, ਤੂੰ ਬਣਾਉਣਾ ਕੀ ਹੈ ਇਹ ਤੇਰੇ ਤੇ ਨਿਰਭਰ ਹੈ। ਤੂੰ ਆਪਣੇ ਆਪ ਨੂੰ ਦੁਖੀ ਬਿਮਾਰ ਵੀ ਬਣਾ ਸਕਦਾ, ਤੂੰ ਆਪਣੇ ਆਪ ਨੂੰ ਤਾਕਤਵਰ ਮਜ਼ਬੂਤ ਵੀ ਬਣਾ ਸਕਦਾ ਹੈ। ਪਰ ਸੋਚ ਪਹਿਲਾਂ ਚਾਹੀਦੀ ਹੈ ਕਿ ਜੇ ਮੈਂ ਮਜ਼ਬੂਤ ਬਣਨਾ ਹੈ ਤਾਂ ਮੈਨੂੰ ਕੰਮ ਵੀ, ਆਦਤਾਂ ਵੀ ਉਹ ਬਣਾਉਣੀਆਂ ਪੈਣੀਆਂ। ਕਿਉਂਕਿ ਕੁਮਹਾਰ ਜਦੋਂ ਕੋਈ ਚੀਜ਼ ਬਣਾਉਂਦਾ ਹੈ ਨਾ, ਇੱਕ ਬਰਤਨ ਬਣਾਉਂਦਾ ਹੈ ਤਾਂ ਪਹਿਲਾਂ ਉਹ ਬਰਤਨ ਉਹਦੀ ਸੋਚ 'ਚ ਬਣਦਾ ਹੈ। ਜਦੋਂ
ਉਹ ਉੱਤੇ ਰੱਖਦਾ ਹੈ ਨਾ ਚਾਕ ਤੇ ਮਿੱਟੀ ਨੂੰ, ਤਾਂ ਉਹ ਸੋਚਦਾ ਮੈਂ ਘੜਾ ਬਣਾਉਣਾ। ਜਦੋਂ ਸੋਚ ਉਹਦੀ ਆਂਦੀ ਘੜਾ ਇਦਾਂ ਦਾ ਬਣਾਉਣਾ ਹੈ, ਇੱਧਰ ਸੋਚਦਾ ਜਾਂਦਾ, ਉੱਧਰ ਹੱਥ ਉਹਦੇ ਉੱਦਾਂ ਚੱਲਦੇ ਚਲੇ ਜਾਂਦੇ ਕਿ ਘੜਾ ਥੱਲਿਓਂ ਸੁਰਾਹੀ ਬਣਾਉਣੀ ਹੈ ਤਾਂ ਉਹ ਲੰਬੀ ਬਣਾ ਦਿੰਦਾ ਹੈ, ਘੜਾ ਬਣਾਉਣਾ ਤਾਂ ਗੋਲ ਬਣਾ ਦਿੰਦਾ ਹੈ, ਪਿਆਲਾ ਬਣਾਉਣਾ ਤਾਂ ਇਸ ਤਰ੍ਹਾਂ ਬਣਾ ਦਿੰਦਾ ਹੈ। ਯਾਨੀ ਜੋ ਵੀ ਉਹਨਾਂ ਬਣਾਉਣਾ ਇੱਥੇ ਸੋਚਦਾ ਜਾਂਦਾ, ਹੱਥ ਤਾਂ ਚੱਲਦੇ ਚਲੇ ਜਾਂਦੇ। ਬਸ ਇਹੀ ਚੀਜ਼ ਤੁਸੀਂ ਸਮਝਣੀ ਹੈ ਕਿ ਮੈਂ ਵੀ ਜੀਵਨ ਉੱਦਾਂ ਦਾ ਹੀ ਮੇਰਾ ਬਣ ਜਾਣਾ ਜਿੱਦਾਂ ਦੀ ਸੋਚ ਮੈਂ ਆਪਣੇ ਅੰਦਰ ਰੱਖਣੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਸਭ ਤੋਂ ਪਹਿਲਾਂ ਜਿੱਦਾਂ ਦੱਸਿਆ ਕਿ ਇਹ ਸੋਚ ਨੂੰ ਅੱਜ ਤੋਂ ਆਪਣੇ ਅੰਦਰ ਲਿਆਓ ਕਿ ਮੇਰੇ ਅੰਦਰ ਕੋਈ ਵੀ ਬੁਰੀ ਆਦਤ ਹੈ ਨਾ, ਤਾਂ ਮੇਰੇ ਅੰਦਰ ਇਹ ਸ਼ਕਤੀ ਹੈ ਆਪਣੀ ਹਰ ਬੁਰੀ ਆਦਤ ਨੂੰ ਖਤਮ ਕਰਨ ਦੀ। ਸਮਝਦੇ ਹੋ ਕਿ ਨਹੀਂ? ਕਿਉਂਕਿ ਕਿਸੇ ਵੀ ਆਦਤ ਨੂੰ ਕਦੀ ਇਹ ਨਾ ਕਹੋ ਮੈਂ ਇਹਨੂੰ ਖਤਮ, ਜੇ ਤੁਹਾਨੂੰ ਕ੍ਰੋਧ ਜ਼ਿਆਦਾ ਆਉਂਦਾ ਇਹ ਨਾ ਕਹੋ ਮੇਰੇ ਤੋਂ ਕ੍ਰੋਧ ਨਹੀਂ ਛੁੱਟਦਾ। ਨਹੀਂ, ਇਹ ਕ੍ਰੋਧ ਆਂਦਾ ਮੈਨੂੰ ਤਾਂ ਮੈਂ ਇਹਨੂੰ ਰੋਕ ਵੀ ਸਕਦਾ ਹਾਂ, ਮੈਂ ਕੋਸ਼ਿਸ਼ ਕਰਨੀ ਹੈ। ਔਰ ਜਿਹੜੀ ਚੀਜ਼ ਨੂੰ ਬੰਦਾ ਕੋਸ਼ਿਸ਼ ਕਰੇ ਕਦੀ ਹੋ ਹੀ ਨਹੀਂ ਸਕਦਾ ਉਹਨੂੰ ਸਫਲਤਾ ਨਾ ਮਿਲੇ। ਬੰਦੇ ਨੇ ਚੰਦ ਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪਹੁੰਚਿਆ ਕਿ ਨਹੀਂ? ਮਾਊਂਟ ਐਵਰੈਸਟ ਏਡੀ ਵੱਡੀ ਚੋਟੀ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਜਿੱਥੇ ਕਿੰਨੀਆਂ ਬਰਫੀਲੀਆਂ ਹਵਾਵਾਂ ਚੱਲਦੀਆਂ ਹੈ, ਕਿੰਨੀ ਬਰਫ਼ ਹੁੰਦੀ ਹੈ, ਪਰ ਸੋਚ ਰਿਹਾ ਉੱਤੇ ਫਤਿਹ ਕਰਨੀ ਹੈ। ਤਾਂ ਅੱਜ ਬੰਦਿਆਂ ਨੇ ਵੀ ਕੀਤੀ, ਤਾਂ ਕੁਝ ਲੜਕੀਆਂ, ਕੁਝ ਔਰਤਾਂ ਵੀ ਐਸੀਆਂ ਹੈ ਕਿ ਜਿੱਦਾਂ ਦੱਸਿਆ ਅਨੁਰੀਮਾ ਸਹਿਨਾ ਜਿਹਦੀ ਇੱਕ ਲੱਤ ਵੀ ਨਹੀਂ ਹੈ ਉਹ ਵੀ ਮਾਊਂਟ ਐਵਰੈਸਟ ਚੜ੍ਹ ਗਈ। ਸੋਚ ਚਾਹੀਦੀ ਹੈ ਕਿ ਮੈਂ ਕਰਨਾ ਹੈ, ਤਾਂ ਫਿਰ ਹਿੰਮਤ ਇੰਨੀ ਮਿਲਦੀ ਹੈ, ਕੁਦਰਤ ਸਾਥ ਦਿੰਦੀ ਹੈ ਕਿ ਬੰਦਾ ਨਾਮੁਮਕਿਨ ਨੂੰ ਮੁਮਕਿਨ ਕਰਕੇ ਦਿਖਾ ਦਿੰਦਾ ਹੈ। ਉਹ ਤੁਸੀਂ ਸਭ ਕੁਝ ਕਰ ਸਕਦੇ ਹੋ। ਜੇ ਅੱਜ ਤੁਹਾਡੇ ਜੀਵਨ 'ਚ ਕੋਈ ਬਿਮਾਰੀ ਹੈ ਨਾ, ਕੋਈ ਦੁੱਖ ਹੈ, ਤਾਂ ਕਦੀ ਨਾ ਕਹੋ ਇਹ ਮੇਰਾ ਦੁੱਖ ਮੇਰੀ ਜਾਨ ਲੈ ਕੇ ਜਾਏਗਾ। ਜੇ ਦੁੱਖ ਬਹੁਤ ਬੜਾ ਨਹੀਂ, ਮੇਰੇ ਅੰਦਰ ਉਹ ਸ਼ਕਤੀ ਕੰਮ ਕਰਦੀ ਹੈ, ਦੁੱਖ ਉਹਦੇ ਸਾਹਮਣੇ ਕੁਝ ਵੀ ਹੈ ਨਹੀਂ। ਜੇ ਅੱਜ ਮੈਂ ਬਿਮਾਰ ਹਾਂ ਮੈਨੂੰ ਵਿਸ਼ਵਾਸ ਹੈ ਕੱਲ ਨੂੰ ਮੈਂ ਠੀਕ ਵੀ ਹੋਣਾ ਹੈ। ਇਹ ਵਿਸ਼ਵਾਸ ਤੁਹਾਡੇ ਅੰਦਰ ਉਹ ਸ਼ਕਤੀ ਪੈਦਾ ਕਰਦਾ ਕਿ ਤੁਹਾਡੀਆਂ ਪਰੇਸ਼ਾਨੀਆਂ, ਤਕਲੀਫਾਂ, ਦੁੱਖ ਮਿਟਦੇ ਚਲੇ ਜਾਂਦੇ ਹੈ। ਕਿਉਂਕਿ ਐਵੇਂ ਨਹੀਂ ਪਰਮਾਤਮਾ ਨੂੰ ਕਿਹਾ ਗਿਆ ਕਿ ਸਭ ਕੁਝ ਕਰਨ ਵਾਲੀ ਸ਼ਕਤੀ ਉਹ ਰੱਬ, ਉਹ ਈਸ਼ਵਰ, ਉਹ ਵਾਹਿਗੁਰੂ ਅੱਲਾ ਹੈ, ਪਰ ਲੋੜ ਤਾਂ ਸਾਨੂੰ ਉੱਤੇ ਵਿਸ਼ਵਾਸ ਕਰਨ ਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਕੀ ਕਹਿਣਾ, ਆਈ ਹੈਵ ਦਾ ਪਾਵਰ ਟੂ ਐਂਡ ਮਾਈ ਈਵਲਸ, ਕਿ ਮੇਰੇ ਅੰਦਰ ਤਾਕਤ ਹੈ, ਮੇਰੇ ਅੰਦਰ ਸ਼ਕਤੀ ਹੈ ਆਪਣੀ ਹਰ ਬੁਰਾਈ ਨੂੰ ਖਤਮ ਕਰਨ ਦੀ, ਆਪਣੀ ਹਰ ਬਿਮਾਰੀ ਨੂੰ ਖਤਮ ਕਰਨ ਦੀ ਮੇਰੇ ਅੰਦਰ ਸ਼ਕਤੀ ਹੈ। ਔਰ ਇਹ ਸ਼ਕਤੀ ਮੇਰੀ ਨਹੀਂ ਹੈ, ਇਹ ਸ਼ਕਤੀ ਕਿਹਦੀ ਹੈ? ਜਿਸ ਨੇ ਮੈਨੂੰ ਪੈਦਾ ਕੀਤਾ ਹੈ। ਕਿਉਂਕਿ ਜਿਹੜਾ ਮੈਨੂੰ ਬਣਾ ਸਕਦਾ ਹੈ ਉਹ ਮੈਨੂੰ ਵਿਗੜੇ ਨੂੰ ਠੀਕ ਵੀ ਕਰ ਸਕਦਾ ਹੈ। ਕਰ ਸਕਦਾ ਕਿ ਨਹੀਂ? ਯਕੀਨ ਹੈ ਕਿ ਨਹੀਂ? ਤਾਂ ਫਿਰ ਡਰਨਾ ਕਾਹਦਾ, ਫਿਰ ਚਿੰਤਾ ਕਾਹਦੀ? ਕਹਿੰਦੇ ਚਿੰਤਾ ਉਹਨੂੰ ਹੁੰਦੀ ਕਿਸੇ ਨੇ ਬਾਹਰੋਂ ਆਣਾ ਤਾਂ ਆ ਕੇ ਮੈਨੂੰ ਬਚਾਉਣਾ ਹੈ, ਪਤਾ ਨਹੀਂ ਉਹ ਟਾਈਮ ਸਿਰ ਆਏਗਾ ਜਾਂ ਨਹੀਂ ਆਏਗਾ। ਪਰ ਜਦੋਂ ਪਤਾ ਕਿ ਮੈਨੂੰ ਬਚਾਉਣ ਵਾਲਾ, ਮੈਨੂੰ ਤੰਦਰੁਸਤੀ ਦੇਣ ਵਾਲਾ ਉਹ ਮੇਰੇ ਅੰਦਰ ਹੀ ਬੈਠਾ ਹੈ, ਮੇਰੇ ਰੋਮ ਰੋਮ 'ਚ ਵਸਦਾ ਹੈ, ਮੈਂ ਬਸ ਉਸ ਤੇ ਵਿਸ਼ਵਾਸ ਕਰਨਾ ਹੈ, ਉਹਦੇ ਨਾਲ ਆਪਣੇ ਲਿੰਕ ਨੂੰ, ਆਪਣੀ ਸੁਰਤੀ ਨੂੰ ਜੋੜਨਾ ਹੈ, ਤਾਂ ਉਹ ਕਿਤੇ ਦੂਰ ਨਹੀਂ ਆ। ਮੈਂ ਕਿਤੇ ਵੀ ਹੋਵਾਂ ਉਹ ਤਾਂ ਮੇਰੇ ਨਾਲ ਹੈ, ਮੇਰੇ ਅੰਦਰ ਹਰ ਜਗ੍ਹਾ ਮੇਰੀ ਸੰਭਾਲ ਕਰੇਗਾ। ਤਾਂ ਹੀ ਗੁਰੂਆਂ ਨੇ ਕਿਹਾ ਤੂੰ ਮੇਰਾ ਰਾਖਾ, ਉਹੀ ਤਾਂ ਹੈ ਤਾਕਤ ਜਿਹੜੀ ਹਰ ਜਗ੍ਹਾ ਤੇਰੇ ਨਾਲ ਹੈ। ਪਰ ਹੁਣ ਹੋਏਗਾ ਕਦੋਂ? ਜਦੋਂ ਉਹਦੇ ਨਾਲ ਸੰਪਰਕ ਜੋੜ ਕੇ ਰੱਖਾਂਗੇ। ਹੁਣ ਜੇ ਬੰਦਾ ਕਵੇ, ਜਿੱਦਾਂ ਕਬੀਰ ਸਾਹਿਬ ਨੇ ਕਿਹਾ ਨਾ ਕਿ ਸੁਖ ਮੇ ਸਿਮਰਨ ਨਾ ਕੀਆ, ਦੁੱਖ ਮੇ ਕੀਆ ਯਾਦ, ਕਹੇ ਕਬੀਰ ਤਾਂ ਦਾਸ ਕੀ ਕੌਣ ਸੁਨੇ ਫਰਿਆਦ। ਕਬੀਰ ਸਾਹਿਬ ਕਹਿੰਦੇ ਉਦਾਂ ਤੂੰ ਯਾਦ ਨਹੀਂ ਕਰਨਾ, ਤਾਂ ਜਦੋਂ ਔਖੀ ਘੜੀ ਆ ਗਈ ਫਿਰ ਤੂੰ ਉਹਨੂੰ ਯਾਦ ਕਰਨਾ, ਉਹਦੇ ਅੱਗੇ ਦੁਆਵਾਂ ਅਰਦਾਸਾਂ ਕਰਨੀਆਂ, ਤਾਂ ਫਿਰ ਰੱਬ ਕਿੱਦਾਂ ਸੁਣੇਗਾ? ਇਸ ਲਈ ਉਹ ਕਹਿੰਦੇ ਆ ਕਿ ਜੇ ਪ੍ਰਮਾਤਮਾ ਦੀ ਤਾਕਤ ਨੂੰ ਜਾਂ ਪ੍ਰਭੂ ਨੂੰ, ਉਹਦੀਆਂ ਰਹਿਮਤਾਂ ਨੂੰ ਹਾਸਿਲ ਕਰਨਾ ਹੈ ਤਾਂ ਹਰ ਰੋਜ਼ ਉਹਦੇ ਵਾਸਤੇ ਟਾਈਮ ਕੱਢ, ਉਹਦੇ ਵਾਸਤੇ ਸਮਾਂ ਕੱਢ। ਜੇ ਤੁਸੀਂ ਆਪ ਸੋਚ ਕੇ ਦੇਖੋਗੇ ਇੱਕ ਬੰਦਾ ਜ਼ਰੂਰਤ ਪੈਣ ਤੇ ਤੁਹਾਡੇ ਕੋਲ ਆ ਜਾਵੇ, ਮੁੜ ਕੇ ਤੁਹਾਨੂੰ ਪੁੱਛੇ ਹੀ ਨਾ, ਤਾਂ ਤੁਸੀਂ ਵੀ ਕਹਿੰਦੇ ਮਤਲਬੀ ਬੰਦਾ ਹੈ ਇਹ, ਜਦੋਂ ਲੋੜ ਪੈਂਦੀ ਆ ਜਾਂਦਾ, ਉੱਦਾਂ ਕਦੀ ਹਾਲ ਚਾਲ ਵੀ ਨਹੀਂ ਪੁੱਛਦਾ, ਉੱਦਾਂ ਕਦੀ ਮੂੰਹ ਵੀ ਨਹੀਂ ਦਿਖਾਉਂਦਾ। ਇਹੀ ਹੁੰਦਾ ਨਾ ਤੁਹਾਡੇ ਕੋਲ। ਤਾਂ ਇੱਕ ਬੰਦਾ ਹੈ ਜੋ ਹਰ ਹਾਲਤ ਵਿੱਚ ਤੁਹਾਨੂੰ ਹਾਲ ਚਾਲ ਪੁੱਛਦਾ ਰਵੇ, ਤੁਹਾਡੇ ਕੋਲ ਆਂਦਾ ਰਵੇ, ਤੁਸੀਂ ਕਹਿਣਾ ਵੀ ਇਹ ਤਾਂ ਵੀ ਸਾਡਾ ਪਿਆਰਾ, ਇਹਨੂੰ ਕੋਈ ਵੀ ਮੁਸ਼ਕਿਲ ਆਏਗੀ ਤਾਂ ਸਾਥ ਦੇਣਾ ਹੈ, ਕਿਉਂਕਿ ਇਹ ਹਰ ਸੌਖੇ ਔਖੇ ਟਾਈਮ 'ਚ ਸਾਡੇ ਨਾਲ ਰਹਿੰਦਾ ਹੈ। ਇਹੀ ਹਾਲਤ ਜਰਾ ਦੇਖੋ, ਇਦਾਂ ਦਾ ਹੀ ਸਾਨੂੰ ਰਿਸ਼ਤਾ ਪਰਮਾਤਮਾ ਨਾਲ ਬਣਾਉਣਾ ਪੈਣਾ ਹੈ। ਤਾਂ ਹੀ ਗੁਰੂ ਰਹਿਬਰ ਕਹਿੰਦੇ ਸੁਬਾਹ ਉੱਠ ਕੇ ਸਭ ਤੋਂ ਪਹਿਲਾਂ ਜਿੱਦਾਂ ਦੱਸਿਆ ਬੁੱਲੇ ਸ਼ਾਹ ਨੇ ਕਿ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਕਿ ਜੇ ਸੁੱਤੇ ਭਾਗ ਆਪਣੇ ਜਗਾਣੇ ਹੈ ਤਾਂ ਪਹਿਲਾਂ ਅੰਮ੍ਰਿਤ ਵੇਲੇ ਜਾਗਣ ਦੀ ਆਦਤ ਬਣਾ। ਇਸ ਲਈ ਅੱਜ ਤੋਂ ਆਦਤ ਬਣਾਓ ਥੋੜੀ ਜਿਹੀ ਇਹ, ਕਿਉਂਕਿ ਜਿੱਦਾਂ ਦੱਸਿਆ ਨਾ ਸਤਸੰਗ ਦਾ ਮਤਲਬ ਇਹੀ ਹੁੰਦਾ ਕੋਈ ਚੰਗੀਆਂ ਆਦਤਾਂ ਜੋ ਸਾਡੇ 'ਚ ਹੈ ਤਾਂ ਅੱਛੀ ਗੱਲ ਹੈ, ਜੇ ਨਹੀਂ ਹੈ ਤਾਂ ਅਸੀਂ ਉਹਨਾਂ ਆਦਤਾਂ ਨੂੰ ਆਪਣੇ ਜੀਵਨ 'ਚ ਲਿਆਉਣ ਦੀ ਕੋਸ਼ਿਸ਼ ਕਰੀਏ, ਉਹਨਾਂ ਆਦਤਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ। ਉਹਦੇ ਨਾਲ ਫਿਰ ਸਾਡੇ ਜੀਵਨ 'ਚ ਬਦਲਾਵ ਆਉਂਦਾ ਹੈ, ਕਿਉਂਕਿ ਬਦਲਾਵ ਸਿਰਫ ਸੁਣਨ ਨਾਲ ਨਹੀਂ ਆਉਂਦਾ, ਬਦਲਾਵ ਅਮਲ ਕਰਨ ਨਾਲ ਆਉਂਦਾ ਹੈ। ਇਹ ਗੱਲ ਯਾਦ ਰੱਖੋ।
ਸਾਡੇ ਘਰ 'ਚ ਨਾ ਇੱਕ ਕਿਤਾਬ ਪਈ ਹੋਵੇ, ਉਹ 'ਚ ਦੁਨੀਆ ਭਰ ਦੀਆਂ ਗਿਆਨ ਦੀਆਂ ਗੱਲਾਂ ਵੀ ਹੋਣ, ਤਾਂ ਵੀ ਉਹ ਕਿਤਾਬ ਸਾਡਾ ਭਲਾ ਨਹੀਂ ਕਰ ਸਕਦੀ ਜਦ ਤੱਕ ਅਸੀਂ ਉੱਤੇ ਅਮਲ ਨਹੀਂ ਕਰਾਂਗੇ। ਬੋਲੋ ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਜਾਣਕਾਰੀ ਜਿੰਨੀ ਮਰਜ਼ੀ ਬੰਦੇ ਨੂੰ ਹੋਵੇ, ਪਰ ਅਗਰ ਬੰਦਾ ਖੁਦ ਉੱਤੇ ਅਮਲ ਨਾ ਕਰੇ, ਉਹਦੇ ਮੁਤਾਬਿਕ ਨਾ ਚਲੇ, ਤਾਂ ਉਹ ਸਾਰੀਆਂ ਜਾਣਕਾਰੀਆਂ ਵਿਅਰਥ ਹੋ ਜਾਂਦੀਆਂ ਹੈ। ਇਸ ਲਈ ਅੱਜ ਤੋਂ ਇਹ ਫਿਰ ਕਵਾਂਗੇ ਕਿ ਆਦਤ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਅਸੀਂ, ਜਿੱਦਾਂ ਦੱਸਿਆ ਕਿ ਸੂਰਜ ਨਿਕਲਣ ਤੋਂ 1.5 ਘੰਟਾ ਪਹਿਲਾਂ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਹੁੰਦੀ ਹੈ, ਇਹ ਅਸੀਂ ਦੇਖਣਾ ਕਿ ਪਹਿਲਾਂ ਉੱਠੀਏ ਅਸੀਂ, ਔਰ ਉੱਠ ਕੇ ਜੇ ਕੋਠੇ ਦੀ ਛੱਤ ਤੇ ਜੇ ਸਾਨੂੰ ਲੱਗਦਾ ਕਿ ਸੂਰਜ ਨਿਕਲਦਾ ਅਸੀਂ ਦੇਖ ਸਕਦੇ, ਜ਼ਰੂਰ ਦੇਖੀਏ, ਨਹੀਂ ਤਾਂ ਉੱਠ ਕੇ ਅਸੀਂ ਚਾਹੇ ਥੋੜੀ ਦੇਰ ਬੈਠ ਕੇ ਆਪਣੇ ਪਰਮਾਤਮਾ ਦਾ ਨਾਮ ਹੀ ਜਪ ਲਈਏ, ਸਿਮਰਨ ਹੀ ਕਰ ਲਈਏ, ਉਹਦਾ ਸ਼ੁਕਰਾਨਾ ਹੀ ਕਰ ਲਈਏ, ਕਿਉਂਕਿ ਸਭ ਤੋਂ ਪਹਿਲਾਂ ਸ਼ੁਰੂਆਤ ਕਰੋ ਆਪਣੇ ਮਾਲਿਕ ਦੇ ਸ਼ੁਕਰਾਨੇ ਤੋਂ। ਇਹ ਗੱਲ ਹਮੇਸ਼ਾ ਯਾਦ ਰੱਖਣਾ, ਕਿਉਂਕਿ ਜਦੋਂ ਅਸੀਂ ਸ਼ੁਕਰਾਨੇ ਤੋਂ ਸ਼ੁਰੂਆਤ ਕਰਦੇ ਨਾ ਕਿ ਐ ਮੇਰੇ ਪ੍ਰਭੂ, ਐ ਪਰਮਾਤਮਾ, ਐ ਮੇਰੇ ਮਾਲਿਕ, ਤੇਰਾ ਸ਼ੁਕਰੀਆ ਮੈਨੂੰ ਇਹ ਜ਼ਿੰਦਗੀ ਦੇਣ ਵਾਸਤੇ, ਤੇਰਾ ਸ਼ੁਕਰੀਆ ਮੈਨੂੰ ਇਹ ਜੀਵਨ ਦੇਣ ਵਾਸਤੇ, ਤੇਰਾ ਸ਼ੁਕਰ ਹੈ। ਜਦੋਂ ਸ਼ੁਕਰ ਨਾਲ ਸ਼ੁਰੂਆਤ ਕਰਦੇ ਆ ਤਾਂ ਜਰਾ ਧਿਆਨ ਦੇਣਾ ਕਿ ਸ਼ੁਕਰਾਨਾ ਕਰਨ ਵਾਲੇ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਹੋਰ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ। ਜਰਾ ਸਮਝਣਾ ਸਾਰਿਆਂ ਨੇ। ਇਸੇ ਲਈ ਤਾਂ ਇੱਕ ਨਾ ਅਮਰੀਕਾ ਦੇ ਲੇਖਕ ਹੈ, ਲੇਖਿਕਾ ਹੈ ਇੱਕ ਔਰਤ, ਜਿਹੜੀ ਪਹਿਲਾਂ ਆਸਟ੍ਰੇਲੀਆ ਰਹਿੰਦੀ ਸੀ, ਅੱਜ ਕੱਲ੍ਹ ਅਮਰੀਕਾ 'ਚ, ਉਹਨੇ ਇਹ ਸ਼ੁਕਰਾਨੇ ਤੇ ਦਾ ਪਾਵਰ ਆਫ ਗ੍ਰੈਟੀਟਿਊਡ ਇੱਕ ਪੂਰੀ ਬੁੱਕ ਲਿਖੀ ਹੋਈ ਹੈ, ਜਿਹਦੀਆਂ ਕਿ ਕਰੋੜਾਂ ਕਾਪੀਆਂ ਵਿਕ ਚੁੱਕੀਆਂ ਹੈ। ਯਾਨੀ ਉਹ ਬਾਹਰਲੇ ਲੋਕਾਂ ਨੇ ਗ੍ਰੈਟੀਟਿਊਡ ਕਿਹਨੂੰ ਕਹਿੰਦੇ ਆ? ਸ਼ੁਕਰਾਨੇ ਨੂੰ, ਕਿ ਸ਼ੁਕਰਾਨੇ ਦੀ ਇੱਕ ਪਾਵਰ ਹੈ, ਸ਼ੁਕਰਾਨੇ ਦੀ ਇੱਕ ਸ਼ਕਤੀ ਹੈ। ਉਹ ਕਹਿੰਦੇ ਸ਼ੁਕਰ ਕਰਕੇ ਹੀ ਤੇਰੇ ਜੀਵਨ 'ਚ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹੈ, ਕਿਉਂਕਿ ਜਦੋਂ ਤੂੰ ਸ਼ੁਕਰਾਨਾ ਕਰਦਾ ਤੂੰ ਪਰਮਾਤਮਾ ਨਾਲ ਜੁੜਦਾ ਹੈ। ਔਰ ਇਹ ਗੱਲ ਗੁਰੂ ਰਹਿਬਰ ਕਿੰਨੇ ਪਹਿਲਾਂ ਕਹਿ ਗਏ ਕਿ ਸਬਰ, ਸ਼ੁਕਰ ਔਰ ਸਿਮਰਨ, ਅਗਰ ਇਹ ਤਿੰਨ ਚੀਜ਼ਾਂ ਤੇਰੇ ਜੀਵਨ 'ਚ ਆ ਤਾਂ ਜੀਵਨ 'ਚ ਕਮੀ ਤੈਨੂੰ ਕਦੀ ਆਏਗੀ ਨਹੀਂ। ਗੁਰੂਆਂ ਨੇ ਬਹੁਤ ਪਹਿਲਾਂ ਕਹਿ ਦਿੱਤੀਆਂ। ਅੱਜ ਇਨਸਾਨ ਨੂੰ ਗੁਰੂਆਂ ਰਹਿਬਰਾਂ ਤੋਂ ਇਹ ਸਬਕ ਕਿੰਨੇ ਪਹਿਲਾਂ ਸੁਣਨ ਨੂੰ ਮਿਲੇ, ਪਰ ਇਨਸਾਨ ਨੇ ਉਹਦਾ ਫਾਇਦਾ ਨਹੀਂ ਲਿਆ, ਤਾਂ ਬਾਹਰਲੇ ਕਿਤਾਬਾਂ ਵੀ ਲਿਖ ਰਹੇ ਇੱਥੇ। ਜਰਾ ਸੋਚ ਕੇ ਦੇਖੋ, ਸਮਝ ਕੇ ਦੇਖੋ ਇਸ ਚੀਜ਼ ਨੂੰ। ਹੁਣ ਜਰਾ ਧਿਆਨ ਦੇਣਾ ਕਿ ਅਗਰ ਇੱਕ ਇਨਸਾਨ ਨੂੰ ਤੁਸੀਂ ਹਰ ਵੇਲੇ ਸ਼ਿਕਾਇਤ ਹੀ ਕਰੀ ਜਾਓ, ਤਾਂ ਫਿਰ ਉਹਦੇ ਨਾਲ ਰਿਸ਼ਤਾ ਤੁਹਾਡਾ ਬਣੇਗਾ ਜਾਂ ਟੁੱਟੇਗਾ। ਤਾਂ ਇੱਕ ਇਨਸਾਨ ਨੂੰ ਹਰ ਵੇਲੇ ਥੈਂਕ ਯੂ ਕਹੋ, ਸ਼ੁਕਰੀਆ ਭਾਈ, ਸ਼ੁਕਰੀਆ ਤੂੰ ਬਹੁਤ ਅੱਛਾ ਕਰ ਰਿਹਾ ਹੈ। ਤਾਂ ਜਦੋਂ ਤੁਸੀਂ ਕਿਸੇ ਨੂੰ ਧੰਨਵਾਦ ਕਹਿੰਦੇ ਹੋ ਤਾਂ ਉਹਨਾਂ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਇਹਨੂੰ ਕਹਿੰਦੇ ਹੈ ਕਿ ਗ੍ਰੈਟੀਟਿਊਡ ਦੀ ਪਾਵਰ, ਸ਼ੁਕਰਾਨੇ ਦੀ ਪਾਵਰ। ਸਾਨੂੰ, ਅਸੀਂ ਕਿਸੇ ਦਾ ਵੀ ਧੰਨਵਾਦ ਕਰਦੇ ਨਾ, ਸ਼ੁਕਰੀਆ ਕਰਦੇ ਹਾਂ, ਉਹਦੇ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋ ਜਾਂਦਾ ਹੈ, ਸਾਡਾ ਪਿਆਰ ਵੱਧਦਾ ਹੈ। ਤਾਂ ਕਿਸੇ ਦੀ ਹਰ ਵੇਲੇ ਸ਼ਿਕਾਇਤ ਹੀ ਕਰੀ ਜਾਓ। ਕਿਸੇ ਨੇ ਖਾਣਾ ਬਣਾ ਕੇ ਲਿਆਂਦਾ, ਕਿੱਦਾਂ ਦਾ ਖਾਣਾ ਬਣਾਇਆ ਹੈ, ਸ਼ਿਕਾਇਤ ਕਰਦੇ ਹੋ, ਤਾਂ ਅਗਲੀ ਵਾਰ ਨੂੰ ਉਹਨਾਂ ਪਤਾ ਕੀ ਕਰਨਾ ਹੈ, ਹੁਣ ਆਪੇ ਹੀ ਬਣਾਈ ਹੈ। ਇੱਕ ਤਾਂ ਤੇਰੇ ਵਾਸਤੇ 2.5-3 ਘੰਟੇ ਲਾ ਕੇ ਰੋਟੀ ਬਣਾਵਾ, ਖਾਣਾ ਬਣਾਵਾ, ਤਾਂ ਦੂਜਾ ਤੂੰ ਸ਼ਿਕਾਇਤਾਂ ਕਰੀ ਜਾਂਦਾ ਹੈ। ਹੁਣ ਜਦੋਂ ਅਸੀਂ ਕਿਸੇ ਦੀ ਸ਼ਿਕਾਇਤ ਕਰਦੇ ਨਾ, ਉੱਥੇ ਸਾਡੇ ਰਿਸ਼ਤੇ ਜਿਹੜੇ ਆ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ। ਔਰ ਉਹਦੇ ਨਾਲ ਸਾਡੇ ਜੀਵਨ 'ਚ, ਸ਼ਿਕਾਇਤ ਕਰਨ ਵਾਲਾ ਜੀਵਨ 'ਚ ਕਦੀ ਸ਼ਾਂਤ ਹੋ ਹੀ ਨਹੀਂ ਸਕਦਾ, ਉਹਦੇ ਮਨ 'ਚ ਹਮੇਸ਼ਾ ਟੈਨਸ਼ਨ ਹੀ, ਚਿੰਤਾ ਹੀ ਰਹਿੰਦੀ ਹੈ। ਇਹ ਲਈ ਜਿੰਨੀਆਂ ਜ਼ਿਆਦਾ ਬੰਦਾ ਸ਼ਿਕਾਇਤਾਂ ਕਰਦਾ ਹੈ, ਉਨੀ ਜ਼ਿਆਦਾ ਬੰਦੇ ਦੇ ਅੰਦਰ ਕੀ ਆਉਂਦਾ ਹੈ? ਮਨ 'ਚ ਪਰੇਸ਼ਾਨੀ ਆਉਂਦੀ ਹੈ ਔਰ ਜੀਵਨ 'ਚ ਦੁੱਖ ਵੀ ਆਉਂਦੇ ਆ। ਤਾਂ ਜਿੰਨਾ ਸ਼ੁਕਰ ਕਰਦਾ ਹੈ ਬੰਦਾ ਆਪਣੇ ਰੱਬ ਦਾ ਜਾਂ ਆਪਣੇ ਸਾਥੀਆਂ ਦਾ, ਉਨਾ ਉਹਨਾਂ ਦੇ ਜੀਵਨ 'ਚ ਪਿਆਰ ਵੱਧਦਾ ਚਲਾ ਜਾਂਦਾ ਹੈ। ਇਸ ਲਈ ਅੱਜ ਤੋਂ ਤੁਸੀਂ ਵੀ ਸ਼ੁਕਰ ਕਰਨੇ ਦੀ ਆਦਤ ਹੀ ਪਾਣੀ ਹੈ। ਇਸ ਲਈ 2 ਆਦਤਾਂ ਦੱਸੀਆਂ ਨਾ ਤੁਹਾਨੂੰ। ਪਹਿਲੀ ਆਦਤ ਸਵੇਰੇ ਉੱਠਣ ਦੀ। ਬੋਲ ਉੱਠੋਗੇ ਕਿ ਨਹੀਂ? ਤੁਹਾਡੇ ਫਾਇਦੇ ਵਾਸਤੇ। ਅੱਜ ਇੰਨੇ ਸਮਝ ਲਓ ਕਿ ਇੰਨੇ ਸਾਲ ਹੋ ਗਏ ਹੈ ਕਿ ਅਸੀਂ, ਜੇ ਬੰਦਾ ਕਹਿੰਦਾ ਹੈ ਕਿ ਮੈਂ 7 ਵਜੇ ਉੱਠਦਾ, 8 ਵਜੇ ਉੱਠਦਾ, ਤਾਂ ਹੁਣ ਮੈਂ ਥੋੜੀ ਆਦਤ ਨੂੰ ਬਦਲ ਕੇ ਦੇਖਾਂ, ਥੋੜਾ ਅੰਮ੍ਰਿਤ ਵੇਲੇ ਉੱਠਾਂ ਔਰ ਉੱਠ ਕੇ ਆਪਣੇ ਰੱਬ ਦਾ ਨਾਮ ਲਵਾਂ, ਆਪਣੇ ਪਰਮਾਤਮਾ ਦਾ ਸ਼ੁਕਰ ਕਰਾਂ। ਕਿਉਂਕਿ ਪਹਿਲਾਂ ਦਿਲੋਂ ਸ਼ੁਕਰ ਕਰਨਾ ਕਿ ਸ਼ੁਕਰ ਹੈ ਮੈਨੂੰ ਇਹ ਖੁਸ਼ੀਆਂ ਦੇਣ ਵਾਸਤੇ। ਕਿਉਂਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਨਾ, ਸ਼ੁਕਰ ਹੈ ਮੇਰੇ ਮਾਲਿਕ ਮੈਨੂੰ ਖੁਸ਼ੀਆਂ ਦੇਣ ਵਾਸਤੇ, ਸ਼ੁਕਰ ਹੈ ਮੇਰੇ ਮਾਲਿਕ ਮੈਨੂੰ ਤੰਦਰੁਸਤੀ ਦੇਣ ਵਾਸਤੇ, ਤਾਂ ਜੇ ਅੱਜ ਸਾਡੇ ਜੀਵਨ 'ਚ ਬਿਮਾਰੀ ਹੈ, ਖੁਸ਼ੀ ਨਹੀਂ ਵੀ ਹੈ ਨਾ, ਜਦੋਂ ਸ਼ੁਕਰ ਕਰਦੇ ਤਾਂ ਸਾਡੇ ਜੀਵਨ ਖੁਸ਼ੀ ਆਣੀ। ਕਿਉਂਕਿ ਜਿਹੜੀ ਚੀਜ਼ ਵਾਸਤੇ ਅਸੀਂ ਆਪਣੇ ਰੱਬ ਦਾ ਸ਼ੁਕਰ ਕਰਦੇ, ਰੱਬ ਸਾਨੂੰ ਉਹ ਦੇਣਾ ਸ਼ੁਰੂ ਕਰ ਦਿੰਦਾ ਹੈ। ਜਿੱਦਾਂ ਹੀ ਦੱਸਿਆ, ਇੱਥੇ ਦਸੂਆ ਕੋਈ ਤੁਹਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ। ਇੱਥੇ ਦਸੂਏ ਦੀ ਗੱਲ ਹੈ ਕਿ ਸਾਨੂੰ ਇੱਕ ਨੌਜਵਾਨ ਆਇਆ, ਉਹਦੀ ਉਮਰ 21-22 ਸਾਲ ਦੀ ਸੀ, ਉਹਦਾ ਡੈਡੀ ਆਰਮੀ 'ਚੋਂ ਰਿਟਾਇਰ ਹੋਇਆ, ਤਾਂ ਉਹ ਦਰਬਾਰ ਨਾਲ ਜੁੜੇ ਹੋਇਆ ਪਰਿਵਾਰ ਹੈ, ਯਾਨੀ ਥੋੜੇ ਸਮੇਂ ਤੋਂ ਦਰਬਾਰ ਨਾਲ ਜੁੜੇ ਹੈ। ਤਾਂ ਨੌਜਵਾਨ ਨੇ ਇੱਕ ਦਿਨ ਆਪਣੀ ਮੰਮੀ ਦੇ ਨਾਲ ਆਇਆ, ਤਾਂ ਮੰਮੀ ਨੇ ਕਿਹਾ, ਮਾਲਕੋ ਇਹਨੂੰ ਸਮਝਾਓ, ਇਹ ਆਪਣੇ ਡੈਡੀ ਨਾਲ ਲੜਦਾ ਬਹੁਤ ਹੈ। ਇਹ ਕਿਹਾ ਲੜਦਾ ਕਿਉਂ ਆ? ਕਹਿੰਦਾ ਜੀ ਮੈਂ ਡੈਡੀ ਨੂੰ ਕਿਹਾ ਹੁਣ ਰਿਟਾਇਰ ਹੋ ਗਏ, ਮੈਨੂੰ ਬੁਲਟ ਲੈ ਦਿਓ, ਬੁਲਟ ਮੋਟਰਸਾਈਕਲ ਲੈ ਦਿਓ, ਡੈਡੀ ਲੈ ਕੇ ਨਹੀਂ ਦਿੰਦਾ। ਤਾਂ ਮੈਂ ਕਿਹਾ ਇੰਨੇ ਪੈਸੇ ਮਿਲੇ ਆ ਤੁਹਾਨੂੰ ਰਿਟਾਇਰਮੈਂਟ ਦੇ, ਤਾਂ ਕੀ ਫਾਇਦਾ ਜੇ ਬੱਚੇ ਨੂੰ ਬੁਲਟ ਨਹੀਂ ਲੈ ਕੇ ਦੇ ਸਕਦੇ ਤੁਸੀਂ। ਹੁਣ
ਮਾਂ ਕਹਿੰਦੀ ਜੀ ਇਹਨਾਂ ਦੋਨਾਂ ਦੇ ਚੱਕਰ 'ਚ ਮੈਂ ਵੀ ਪਰੇਸ਼ਾਨ ਹੈ, ਕਿਉਂਕਿ ਦੋ ਦੋ ਦਿਨ ਬੁਲਾਉਂਦੇ ਨਹੀਂ ਇੱਕ ਦੂਜੇ ਨੂੰ। ਉਹ ਇਹਨੂੰ ਦੇਖ ਕੇ ਗੁੱਸੇ ਹੁੰਦਾ ਹੈ, ਉਹਨੂੰ ਕਹਿੰਦਾ ਰਹਿੰਦਾ ਹੈ, ਕਹਿੰਦਾ ਮੇਰਾ ਡੈਡੀ ਜੇ ਮੇਰੀ ਇੱਕ ਇੱਛਾ ਨਹੀਂ ਪੂਰੀ ਕਰ ਸਕਦਾ। ਭਈ ਨੌਜਵਾਨ ਨੂੰ ਸਮਝਾਏ ਕਿ ਲੜਕੇ ਦੇਖ ਲਿਆ ਨਾ, ਗੁੱਸਾ ਕਰਕੇ ਦੇਖ ਲਿਆ, ਜਿੱਦ ਕਰਕੇ ਦੇਖ ਲਈ, ਨਹੀਂ ਮਿਲਿਆ, ਹੁਣ ਤੂੰ ਇਦਾਂ ਕਰਨਾ ਹੈ, ਰੋਜ਼ ਸਵੇਰੇ ਉੱਠ ਕੇ ਆਪਣੇ ਡੈਡੀ ਕੋਲ ਜਾਣਾ ਹੈ, ਉਹਨੂੰ ਹੱਸ ਕੇ ਬੁਲਾਣਾ, ਉਹਦੇ ਪੈਰੀ ਹੱਥ ਲਾਉਣਾ ਹੈ ਔਰ ਪੁੱਛਣਾ ਡੈਡੀ ਕਿੱਦਾਂ, ਠੀਕ ਹੈ, ਖੁਸ਼ ਹੈ, ਦੱਸ ਡੈਡੀ ਮੈਂ ਕੀ ਸੇਵਾ ਕਰਾਂ, ਦੱਸ ਡੈਡੀ ਮੈਂ ਕੀ ਕਰਾਂ, ਕੋਈ ਕੰਮ ਹੈ ਤਾਂ ਦੱਸੋ ਮੈਨੂੰ। ਔਰ ਇਹੀ ਕਿ ਨਾਲੇ ਡੈਡੀ ਨੂੰ ਕਹਿਣਾ ਡੈਡੀ ਤੇਰਾ ਸ਼ੁਕਰੀਆ ਮੈਨੂੰ ਮੋਟਰਸਾਈਕਲ ਲੈ ਕੇ ਦੇਣ ਵਾਸਤੇ, ਬਹੁਤ ਬਹੁਤ ਸ਼ੁਕਰੀਆ, ਆਈ ਲਵ ਯੂ ਡੈਡੀ। ਕਿਉਂਕਿ ਮਾਂ-ਬਾਪ ਨੂੰ ਆਈ ਲਵ ਯੂ ਕਹਿਣਾ ਕੋਈ ਬੁਰੀ ਗੱਲ ਨਹੀਂ, ਚੰਗੀ ਗੱਲ ਹੈ। ਇਹ ਕਿ ਇੱਦਾਂ ਕਰਕੇ ਦੇਖ, ਅਗਰ ਤੂੰ ਵਾਕਈ ਸਾਡੀ ਗੱਲ ਮੰਨੇਗਾ ਇੱਕ ਹਫ਼ਤਾ ਕਰਕੇ ਦੇਖ, ਫਿਰ ਦੱਸੀ ਸਾਨੂੰ ਕੀ ਹੁੰਦਾ ਹੈ। ਉਹ ਕਹਿੰਦਾ ਮਾਲਕੋ ਇਹ ਕੀ ਗੁਨਾਹ ਹੈ, ਇਹ ਕਿ ਤੂੰ ਕਰਕੇ ਤਾਂ ਦੇਖੀ। ਵਾਕਿਆ ਹੀ 7ਵੇਂ ਦਿਨ ਵੀਰਵਾਰ ਨੂੰ ਜਦੋਂ ਰਵਾਰ ਤੇ ਆਏ ਨਾ, ਨਾਲ ਚਾਬੀ ਹੁੰਦੀ ਸੀ, ਮਾਲਕਾ ਬੁਲਟ ਮੋਟਰਸਾਈਕਲ ਡੈਡੀ ਨੇ ਲੈ ਦਿੱਤਾ ਮੈਨੂੰ। ਇਹ ਕਿ ਹੁਣ ਦੱਸ ਮਿਲਿਆ ਕਿੱਦਾਂ, ਕਿੱਦਾਂ ਮਿਲਿਆ? ਕਿਉਂਕਿ ਜਦੋਂ ਅਸੀਂ ਮਾਂ-ਬਾਪ ਨੂੰ ਕਹਿੰਦੇ ਮੈਂ ਤੇਰਾ ਬੱਚਾ ਲੈ ਕੇ ਦੇ ਮੈਨੂੰ, ਅੱਛਾ ਫਿਰ ਨਹੀਂ ਲੈ ਕੇ ਦਿੰਦੇ ਕਰ ਲਾ ਕੀ ਕਰਨਾ। ਪਰ ਜਦੋਂ ਬੱਚਾ ਮਾਂ-ਬਾਪ ਦੀ ਇੱਜ਼ਤ ਕਰੇ, ਮਾਂ-ਬਾਪ ਦਾ ਧੰਨਵਾਦ ਕਰੇ, ਉਹਨੂੰ ਕਹੇ ਮੰਮੀ ਜਾਂ ਡੈਡੀ ਮੈਂ ਤੈਨੂੰ ਬਹੁਤ ਪਿਆਰ ਕਰਦਾ, ਤਾਂ ਮਾਂ-ਬਾਪ ਦਾ ਆਪਣਾ ਦਿਲ ਕਰਦਾ ਬੱਚੇ ਨੂੰ ਸਾਰੀਆਂ ਖੁਸ਼ੀਆਂ ਦੇ ਦਈਏ, ਇਹਨੂੰ ਕੋਈ ਕਮੀ ਆਵੇ ਹੀ ਨਾ। ਕਿਉਂਕਿ ਅਸੀਂ ਜ਼ਬਰਦਸਤੀ ਕਿਸੇ ਤੋਂ ਪਿਆਰ ਨਹੀਂ ਲੈ ਸਕਦੇ, ਪਿਆਰ ਸਾਨੂੰ ਆਪਣੀ ਕਰਨੀ ਨਾਲ ਲੈਣਾ ਪੈਂਦਾ ਹੈ। ਅੱਜ ਬੰਦਾ ਕਿਸੇ ਨੂੰ ਕਹੇ ਨਾ ਮੈਨੂੰ ਪਿਆਰ ਕਰ, ਤਾਂ ਇਦਾਂ ਮਤਲਬ ਭਿਖਾਰੀ ਬੰਦਾ ਇਹਦਾ ਪਿਆਰ ਮੰਗ ਰਿਹਾ ਹੈ। ਉਹ ਭਿਖਾਰੀ ਨਾ ਬਣ, ਆਪਣੇ ਕਰਮ ਇਦਾਂ ਦੇ ਕਰਕੇ ਦੂਜਾ ਤੈਨੂੰ ਪਿਆਰ ਕਰਨ ਤੇ ਮਜਬੂਰ ਹੋ ਜਾਵੇ। ਇਹਨੂੰ ਤਾਂ ਕਿਹਾ ਗਿਆ ਹੈ ਕਿ खुद ही को कर बुलंद इतना कि हर तकदीर से पहले खुदा बंदे से खुद पूछे बता तेरी। ਉਹ ਕਹਿੰਦੇ ਆਪਣੇ ਕਰਮ ਇਦਾਂ ਦੇ ਬਣਾ, ਆਪਣੀ ਮਿਹਨਤ ਇਦਾਂ ਦੀ ਕਰ ਕਿ ਰੱਬ ਤੈਨੂੰ ਆਪ ਕਵੇ ਕਿ ਲੈ ਵੀ ਤੂੰ ਇਸ ਦੇ ਲਾਇਕ ਆ, ਲੈ ਜਾ। ਅੱਜ ਕਰਮ ਬੰਦਾ ਕਰਦਾ ਨਹੀਂ ਤਾਂ ਕਹਿੰਦਾ ਰੱਬਾ ਮੈਨੂੰ ਦੇ ਦੇ, ਤਾਂ ਰੱਬ ਸਾਨੂੰ ਮੰਗਣ ਤੇ ਨਹੀਂ ਦਿੰਦਾ, ਬਲਕਿ ਰੱਬ ਦੇਖਦਾ ਇਹ ਚੀਜ਼ ਦੇ ਲਾਇਕ ਤੂੰ ਹੈ ਜਾਂ ਨਹੀਂ। ਕਿਉਂਕਿ ਬੰਦਾ ਜਿਹੜੀ ਚੀਜ਼ ਦੇ ਲਾਇਕ ਹੁੰਦਾ ਰੱਬ ਉਹ ਸਾਨੂੰ ਦਿੰਦਾ ਹੈ, ਇਹ ਨਹੀਂ ਦੇਖਦਾ ਅਸੀਂ ਮੰਗੀ ਜਾਈਏ ਤਾਂ ਸਾਨੂੰ ਉੱਦਾਂ ਹੀ ਮੰਗੇ ਤੇ ਮਿਲ ਜਾਵੇ। ਜਿੱਦਾਂ ਇੱਕ ਬੱਚਾ ਮੰਗੀ ਜਾਵੇ ਡੈਡੀ ਮੈਨੂੰ ਕਾਰ ਲੈ ਦੇ, ਉਹਨੂੰ ਕਾਰ ਚਲਾਣੀ ਨਾ ਆਉਂਦੀ ਹੋਵੇ ਤਾਂ ਡੈਡੀ ਨੇ ਇੱਦਾਂ ਨਹੀਂ ਲੈ ਦੇਣੀ। ਡੈਡੀ ਕਹਿੰਦਾ ਪਹਿਲਾਂ ਇਹਨੂੰ ਸੰਭਾਲਣਾ ਸਿੱਖ, ਸਮਝਦੇ ਹੋ ਕਿ ਨਹੀਂ? ਹੁਣ ਛੋਟਾ ਬੱਚਾ 4-5 ਸਾਲ ਦਾ ਤੁਹਾਨੂੰ ਕਹੇ ਮੈਨੂੰ 2000 ਦਾ ਨੋਟ ਦੇ ਦੇ, ਤਾਂ ਤੁਸੀਂ ਕਹਿਣਾ ਬੇਟਾ ਹਲੇ 5-10 ਰੁਪਏ ਲੈ ਜਾ, ਕਿਉਂਕਿ ਹਾਲੇ ਤੂੰ 2000 ਨੂੰ ਸੰਭਾਲਣ ਦੇ ਲਾਇਕ ਨਹੀਂ ਹੈ। ਜਦੋਂ ਲਾਇਕ ਹੋਇਆ ਉਹ ਵੀ ਦੇ ਦੇਵਾਂਗੇ। ਇੱਦਾਂ ਹੀ ਕੁਦਰਤ ਵੀ ਦੇਖਦੀ ਲਾਇਕ ਕਿਸ ਚੀਜ਼ ਦੀ ਹੈ ਅਸੀਂ। ਸੋ ਆਪਣੇ ਆਪ ਨੂੰ ਅੱਛੀ ਕਰਨੀ ਕਰਕੇ, ਆਪਣੇ ਮਾਲਿਕ ਨਾਲ ਪਿਆਰ ਕਰਕੇ, ਸਭ ਨਾਲ ਪਿਆਰ ਕਰਕੇ ਇਸ ਲਾਇਕ ਬਣਾਈਏ। ਕਿਉਂਕਿ ਜਿੱਦਾਂ ਹੀ ਦੱਸਿਆ ਨਾ, ਪਿਆਰ ਮੰਗਿਆ ਨਹੀਂ ਜਾਂਦਾ, ਜ਼ਬਰਦਸਤੀ ਲਿਆ ਨਹੀਂ ਜਾਂਦਾ, ਬਲਕਿ ਅੱਛੀ ਕਰਨੀ ਕਰਕੇ ਪ੍ਰਾਪਤ ਕੀਤਾ ਜਾਂਦਾ। ਜਦੋਂ ਤੁਸੀਂ ਪਿਆਰ ਨਾਲ ਬੋਲਦੇ ਹੋ, ਪਿਆਰ ਨਾਲ ਗੱਲ ਕਰਦੇ ਹੋ, ਤਾਂ ਹਰੇਕ ਦਾ ਆਪਣੇ ਆਪ ਹੀ ਧਿਆਨ ਤੁਹਾਡੇ ਵੱਲ ਜਾਂਦਾ ਹੈ। ਸੋ ਸਮਝਾਉਣ ਨੂੰ ਤਾਂ ਬਹੁਤ ਕੁਛ ਹੈ, ਪਰ ਹੁਣ ਟਾਈਮ ਕਾਫੀ ਹੋ ਗਿਆ, ਅਸੀਂ ਦੇਖ ਰਹੇ ਤੁਹਾਨੂੰ ਭੁੱਖ ਵੀ ਲੱਗ ਗਈ ਹੋਣੀ ਹੈ, ਲੰਗਰ ਵੀ ਛਕਣਾ ਹੈ ਤੁਸੀਂ, ਇਸ ਲਈ ਸਤਸੰਗ ਨੂੰ ਥੋੜਾ ਆਖਰਲੇ ਵਜਨ ਨਾਲ ਲੈ ਕੇ ਚੱਲੀਏ ਅਸੀਂ, ਕਿਉਂਕਿ ਸਮਝਦਾਰ ਵਾਸਤੇ ਦਾ ਇਸ਼ਾਰਾ ਹੀ ਬਹੁਤ ਹੁੰਦਾ ਹੈ। ਇਸ ਲਈ ਤੁਸੀਂ ਵੀ ਇਹ ਸਮਝਣਾ ਹੈ ਕਿ ਇੱਥੇ ਫਿਰ ਕਬੀਰ ਸਾਹਿਬ ਦੀ ਬਾਣੀ ਤੇ ਆਵਾਂਗੇ ਕਿ ਸਤਸੰਗ ਪਾਇਆ ਸੁਖ ਉਪਜਾ ਦਿਲ ਦਰਿਆ ਭਰਪੂਰ, ਸਤ ਸੰਗਤ ਮੇ ਹਰੀ ਬਸੇ ਮੂਰਖ ਖੋਜੇ ਦੂਰ। ਸੋ ਕਬੀਰ ਸਾਹਿਬ ਕਹਿੰਦੇ ਕਿ ਸੁੱਖ ਤੇਰੇ ਅੰਦਰ ਹੀ ਹੈ, ਇਹ ਸੁੱਖ ਉਦਾਂ ਹੀ ਉਪਜਦਾ ਹੈ ਜਿੱਦਾਂ ਜ਼ਮੀਨ ਚੋਂ ਫਸਲ ਉਪਜਦੀ ਹੈ। ਪਰ ਜ਼ਮੀਨ ਚੋਂ ਫਸਲ ਉਪਜਣ ਵਾਸਤੇ ਉਹ 'ਚ ਬੀਜ ਵੀ ਉਦਾਂ ਦਾ ਪਾਣਾ ਪੈਂਦਾ ਹੈ। ਤਾਂ ਜੇ ਤੂੰ ਚਾਹੁੰਦਾ ਕਿ ਤੇਰੇ ਜੀਵਨ 'ਚੋਂ ਖੁਸ਼ੀਆਂ ਦੀ ਫਸਲ ਉਪਜੇ, ਤਾਂ ਪਹਿਲਾਂ ਇਹ ਦੇਖ ਮੇਰੇ ਅੰਦਰ ਵਿਚਾਰਾਂ ਦੇ ਬੀਜ ਕਿੱਦਾਂ ਦੇ ਜਾ ਰਹੇ, ਕਿਉਂਕਿ ਵਿਚਾਰ ਵੀ ਇੱਕ ਬੀਜ ਦਾ ਕੰਮ ਕਰਦੇ ਆ। ਇਹ ਗੱਲ ਹਮੇਸ਼ਾ ਯਾਦ ਰੱਖਣਾ। ਜਿੱਦਾਂ ਹੀ ਦੱਸੀਦਾ ਕਿ ਜਿੱਦਾਂ ਦੇ ਇਨਸਾਨ ਦੇ ਵਿਚਾਰ ਇਨਸਾਨ ਦੇ ਅੰਦਰ ਜਾਂਦੇ, ਉਦਾਂ ਦਾ ਇਨਸਾਨ ਦਾ ਜੀਵਨ ਬਣਦਾ ਚਲਾ ਜਾਂਦਾ ਹੈ। ਇਸ ਲਈ ਜੇ ਅਸੀਂ ਚਾਹੁੰਦੇ ਮੇਰੇ ਜੀਵਨ 'ਚ ਸੁੱਖ ਉਪਜੇ, ਤਾਂ ਸਾਡੇ ਅੰਦਰ ਵਿਚਾਰ ਅੱਛੇ ਜਾਣੇ ਚਾਹੀਦੇ ਹੈ। ਇਸ ਲਈ ਤਾਂ ਹੀ ਕਿਹਾ ਜਾਂਦਾ ਅੱਛਾ ਦੇਖੋ, ਅੱਛਾ ਸੁਣੋ ਔਰ ਅੱਛਾ ਬੋਲੋ। ਕਿਉਂਕਿ ਅੱਛਾ ਬੋਲਾਂਗੇ, ਅੱਛਾ ਸੁਣਾਂਗੇ, ਅੱਛਾ ਦੇਖਾਂਗੇ, ਜੀਵਨ 'ਚ ਜਦੋਂ ਅੱਛਾਈ ਜਾਏਗੀ ਤਾਂ ਜੀਵਨ 'ਚ ਫਿਰ ਪ੍ਰਗਟ ਕੀ ਹੋਏਗਾ, ਫਿਰ ਜੀਵਨ ਅੱਛਾ ਬਣਦਾ ਚਲਾ ਜਾਏਗਾ। ਔਰ ਜਦੋਂ ਅਸੀਂ ਅੱਛਾ ਬੋਲਣ ਦੀ ਗੱਲ ਕਰਦੇ ਹਾਂ ਨਾ, ਤਾਂ ਦੂਜੇ ਨਾਲ ਵੀ ਅੱਛਾ ਬੋਲਣਾ ਹੈ, ਤਾਂ ਆਪਣੇ ਆਪ ਨਾਲ ਵੀ ਅੱਛਾ ਬੋਲਣਾ ਹੈ। ਕਿਉਂਕਿ ਜ਼ਿਆਦਾਤਰ ਬੰਦਾ ਇਹ ਗੱਲ ਯਾਦ ਰੱਖਣਾ ਕਿ 24 ਘੰਟਿਆਂ 'ਚ ਬੰਦਾ ਨਾ ਦੂਜਿਆਂ ਨਾਲ 40% ਤਾਂ ਆਪਣੇ ਆਪ ਨਾਲ 60 ਜਾਂ 70% ਗੱਲਾਂ ਕਰਦਾ ਹੈ। ਕਿਉਂਕਿ ਹਰ ਵੇਲੇ ਤੁਹਾਡੇ ਅੰਦਰ ਆਪਣੇ ਆਪ ਨੂੰ ਲੈ ਕੇ ਗੱਲਾਂ ਚੱਲਦੀਆਂ ਰਹਿੰਦੀਆਂ ਹੈ। ਤੁਸੀਂ ਨਹਾਉਂਦੇ ਹੋ ਤਾਂ ਵੀ ਅੰਦਰ ਵਿਚਾਰ ਚੱਲ ਰਹੇ ਹੈ। ਔਰ ਵਿਚਾਰ ਪਤਾ ਕਿੱਦਾਂ ਦੇ ਹੁੰਦੇ, ਜ਼ਿਆਦਾਤਰ ਸੋਚ ਕੇ ਦੇਖਿਓ, ਜ਼ਿਆਦਾਤਰ ਬੰਦੇ ਦੇ ਅੰਦਰ ਨੈਗੇਟਿਵ ਵਿਚਾਰ ਹੀ ਚੱਲਦੇ ਰਹਿੰਦੇ ਹੈ। ਆਹ ਨਾ ਹੋ ਜਾਵੇ, ਇੱਦਾਂ ਨਾ ਹੋ ਜਾਵੇ, ਆਹ ਮਾੜਾ ਨਾ ਹੋ ਜਾਵੇ, ਉਹਨਾਂ ਇੱਦਾਂ ਨਹੀਂ ਕੀਤੀ, ਉਹਨਾਂ ਤੇਰੇ ਨਾਲ ਇੱਦਾਂ ਨਹੀਂ ਕੀਤੀ। ਯਾਨੀ ਬੁਰੇ ਵਿਚਾਰ ਕਰ ਕਰਕੇ ਬੰਦਾ ਆਪ ਹੀ ਦੁਖੀ ਹੁੰਦਾ ਰਹਿੰਦਾ ਹੈ। ਬੋਲੋ ਹੁੰਦਾ ਹੈ ਕਿ ਨਹੀਂ? ਹੁਣ ਫਰਜ਼ ਕਰੋ ਤੁਸੀਂ ਬੈਠੇ ਹੋ, ਕੋਈ ਆਇਆ ਤੁਹਾਨੂੰ ਬੁਰਾ ਬੋਲ ਕੇ ਚਲਾ ਗਿਆ,
ਹੁਣ ਉਹ ਤਾਂ ਬੁਰਾ ਬੋਲ ਕੇ ਇੱਕ ਅੱਧੇ ਮਿੰਟ ਸਕਿੰਟ ਵਿੱਚ ਚਲਾ ਗਿਆ, ਪਰ ਹੁਣ ਤੁਸੀਂ ਉਹਦੀ ਗੱਲ ਨੂੰ ਯਾਦ ਕਰ ਕਰਕੇ ਦੁਖੀ ਹੁੰਦੇ ਰਹਿੰਦੇ ਹੋ। ਇਹਦਾ ਮਤਲਬ ਉਹ ਤਾਂ ਬੁਰਾ ਬੋਲ ਕੇ ਚਲਾ ਗਿਆ, ਪਰ ਤੂੰ ਹੁਣ ਬਾਰ-ਬਾਰ ਉਹ ਗੱਲ ਨੂੰ ਅੰਦਰ ਬੋਲ ਕੇ ਆਪਣੇ ਆਪ ਨੂੰ ਅੱਜ ਵੀ ਦੁਖੀ ਕਰ ਰਿਹਾ ਹੈ। ਇਹਦੇ ਨਾਲ ਤੈਨੂੰ ਕੀ ਚਾਹੀਦਾ ਸੀ? ਉਹ ਚਲਾ ਗਿਆ, ਉਹ ਕੋਈ ਗੱਲ ਨਹੀਂ, ਉਹ ਭਾਈ ਉਹਦੀ ਗੱਲ ਦਾ ਮੈਂ ਦੁੱਖ ਕਿਉਂ ਮਨਾਵਾਂ? ਕਿਉਂਕਿ ਹੀਰੇ ਦੀ ਪਰਖ ਤਾਂ ਜੋੜੀ ਨੂੰ ਹੁੰਦੀ ਹੈ, ਔਰ ਮੈਨੂੰ ਜੇ ਮੇਰੇ ਮਾਲਿਕ ਨੇ ਬਣਾਇਆ ਹੈ ਤਾਂ ਮੈਂ ਮਾੜਾ ਨਹੀਂ ਆ। ਇਸ ਕਰਕੇ ਆਪਣੇ ਆਪ ਨੂੰ ਮਾੜਾ ਨਹੀਂ ਸਮਝਣਾ ਕਿ ਕੋਈ ਬੁਰਾ ਬੋਲੇ ਤਾਂ ਕਿਸੇ ਦੇ ਬੁਰਾ ਬੋਲਣ ਨਾਲ ਤੁਸੀਂ ਬੁਰੇ ਨਹੀਂ ਹੋ ਜਾਂਦੇ। ਤੁਹਾਡੀ ਕਰਨੀ ਅੱਛੀ ਹੋਏਗੀ ਤਾਂ ਫਿਰ ਦੁਨੀਆ ਕੀ ਕਹਿੰਦੀ ਹੈ ਉਹਦੇ ਨਾਲ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਗੱਲ ਹਮੇਸ਼ਾ ਯਾਦ ਰੱਖੋ। ਇਸ ਲਈ ਅਗਰ ਕੋਈ ਕੁਝ ਕਹਿੰਦਾ ਹੈ ਤਾਂ ਫਿਰ ਆਪਣੇ ਮਨ ਦੇ ਵਿੱਚ ਇਹਨੂੰ ਕਹਿੰਦੇ ਅੱਛਾ ਵਿਚਾਰ ਕਰਨਾ ਕਿ ਭਾਈ ਠੀਕ ਹੈ, ਇਹ ਉਹਦੀ ਮਰਜ਼ੀ ਹੈ, ਉਹ ਬੋਲ ਕੇ ਚਲਾ ਗਿਆ, ਮੈਂ ਪਰੇਸ਼ਾਨ ਕਿਉਂ ਹੋਵਾਂ, ਮੈਂ ਕਿਉਂ ਦੁਖੀ ਹੋਵਾਂ, ਮੇਰੀ ਜ਼ਿੰਦਗੀ ਹੈ ਔਰ ਇਹ ਜ਼ਿੰਦਗੀ ਦਾ ਫੈਸਲਾ ਮੈਂ ਕਰਨਾ ਕਿ ਮੈਂ ਖੁਸ਼ੀ ਨਾਲ ਜੀਣਾ ਹੈ। ਹੁਣ ਜੇ ਮੈਂ ਇਹੀ ਸੋਚੀ ਜਾਵਾਂ ਕਿ ਦੂਜਾ ਮੈਨੂੰ ਖੁਸ਼ੀ ਦੇਵੇ ਤਾਂ ਫਿਰ ਤਾਂ ਮੈਂ ਦੂਜਿਆਂ ਦਾ ਮੁਹਤਾਜ ਹੋ ਗਿਆ ਕਿ ਦੂਜਾ ਖੁਸ਼ੀ ਦੇਵੇ ਤਾਂ ਮੈਂ ਖੁਸ਼, ਅਗਰ ਦੂਜਾ ਦੇਵੇ ਹੀ ਨਾ ਤਾਂ ਫਿਰ ਮੈਂ ਤਾਂ ਮਤਲਬ ਸਾਰੀ ਜ਼ਿੰਦਗੀ ਦੁਖੀ ਰਹੂੰਗਾ। ਨਹੀਂ, ਇਹ ਜ਼ਿੰਦਗੀ ਮੇਰੀ ਹੈ ਤਾਂ ਫੈਸਲਾ ਮੈਂ ਕਰਨਾ ਹੈ ਕਿ ਦੂਜਾ ਅੱਛਾ ਬੋਲੇ ਬੁਰਾ ਬੋਲੇ, ਮੈਂ ਖੁਸ਼ ਰਹਿਣਾ ਹੈ। ਇਹ ਕਰ ਸਕਦੇ ਹੋ ਕਿ ਨਹੀਂ? ਇਹਨੂੰ ਇੱਦਾਂ ਹੀ ਸਮਝ ਲਓ ਜਿੱਦਾਂ ਤੁਸੀਂ ਫੈਸਲਾ ਕਰ ਲਓ ਮੁੱਠੀ ਬੰਦ ਰੱਖਣੀ ਹੈ। ਹੁਣ ਕੋਈ ਕੋਸ਼ਿਸ਼ ਕਰੇ ਖੋਲਣ ਦੀ ਤਾਂ ਲਾਲਾ ਜ਼ੋਰ ਭਾਈ, ਪਰ ਮੈਂ ਤਾਂ ਇਹਨੂੰ ਬੰਦ ਹੀ ਰੱਖਣਾ ਹੈ। ਹਾਂ ਕੋਈ ਤਾਕਤਵਰ ਹੋਏਗਾ ਤਾਂ ਮਾੜੀ ਮੋਟੀ ਖੋਲ ਵੀ ਦੇਗਾ, ਪਰ ਅਸੀਂ ਤਾਂ ਫੈਸਲਾ ਕਰ ਲੈਣਾ ਬੰਦ ਰੱਖਣ ਦਾ। ਇਸੇ ਤਰ੍ਹਾਂ ਇਹ ਸੋਚੋ ਮੈਂ ਖੁਸ਼ ਰਹਿਣਾ ਹੈ। ਔਰ ਕਈ ਵਾਰ ਇਹ ਐਕਸਪੈਰੀਮੈਂਟ ਕਰਕੇ ਦੇਖਿਆ ਕਰੋ। ਪਤਾ ਘਰ ਦੇ ਵਿੱਚ ਫੈਸਲਾ ਕਰ ਲਓ ਕਿ ਮੈਂ ਖੁਸ਼ ਰਹਿਣਾ ਹੈ ਤਾਂ ਦੂਜੇ ਨੂੰ ਕਹੋ ਚੱਲ ਤੂੰ ਕੁਝ ਬੋਲ, ਕੁਝ ਬੁਰਾ ਬੋਲ ਮੇਰੇ ਬਾਰੇ। ਹੁਣ ਅਗਰ ਉਹ ਬੁਰਾ ਬੋਲਦਾ ਦੇਖੋ ਅੰਦਰ ਮੈਂ ਫੈਸਲਾ ਕੀਤਾ ਖੁਸ਼ ਰਹਿਣ ਦਾ, ਬੋਲੀ ਜਾਵੇ ਕਿਉਂਕਿ ਮੈਂ ਫੈਸਲਾ ਕੀਤਾ ਖੁਸ਼ ਰਹਿਣ ਦਾ, ਤਾਂ ਤੁਸੀਂ ਦੇਖੋਗੇ ਫਿਰ ਉਹਦੇ ਬੁਰੇ ਬੋਲਣ ਦਾ ਤੁਹਾਨੂੰ ਕੋਈ ਅਸਰ ਨਹੀਂ ਹੋਏਗਾ, ਕਿਉਂਕਿ ਤੁਸੀਂ ਕਹਿੰਦੇ ਮੈਂ ਫੈਸਲਾ ਕੀਤਾ ਖੁਸ਼ ਰਹਿਣਾ, ਬੋਲ ਤੂੰ ਭਾਈ ਮੈਂ ਖੁਸ਼ ਰਹਿਣਾ ਹੈ। ਜ਼ਰਾ ਸਮਝਣਾ, ਇਹ ਦੱਸਣਾ ਕੀ ਚਾਹੁੰਦੇ ਜੀਵਨ ਦੀ ਇੱਕ ਟ੍ਰਿਕ ਹੈ ਕਿ ਤੁਸੀਂ ਆਪਣੇ ਅੰਦਰ ਇੱਕ ਫੈਸਲਾ ਕਰੋ ਕਿ ਅੱਜ ਪੂਰਾ ਦਿਨ, ਜਾਂ ਸਮਝ ਲਓ ਕਿ ਘੜੀ ਦੇ ਉੱਤੇ ਅਲਾਰਮ ਲਾ ਲਓ ਜਾਂ ਮੋਬਾਈਲ ਤੇ ਅਲਾਰਮ ਲਾ ਲਓ ਕਿ ਆਹ 1 ਘੰਟਾ ਨਾ ਮੈਂ ਖੁਸ਼ ਰਹਿਣਾ ਹੈ, ਸ਼ਾਂਤ ਰਹਿਣਾ, ਚਾਹੇ ਕੋਈ ਕੁਝ ਵੀ ਬੋਲੀ ਜਾਵੇ, ਮੈਂ ਦੁਖੀ ਨਹੀਂ ਹੋਣਾ, ਮੈਂ ਕ੍ਰੋਧ ਨਹੀਂ ਕਰਨਾ ਜਦੋਂ ਤੱਕ ਅਲਾਰਮ ਨਹੀਂ ਵੱਜਦਾ। ਫਿਰ ਤੁਸੀਂ ਦੇਖੋਗੇ ਵਾਕਿਆ ਅਗਰ ਕੋਈ ਬੁਰਾ ਬੋਲੇਗਾ ਵੀ ਤਾਂ ਤੁਹਾਨੂੰ ਯਾਦ ਹੈ ਨਾ ਅਲਾਰਮ ਚੱਲ ਰਿਹਾ ਹੈ, ਹਾਲੇ 1 ਘੰਟਾ ਨਹੀਂ ਹੋਇਆ। ਜਿੱਦਾਂ ਬੰਦਾ ਹੈ ਨਾ ਵਰਤ ਰੱਖਦਾ ਹੈ, ਵਰਤ ਰੱਖਦੇ ਹੋ ਕਿ ਨਹੀਂ? ਕਦੀ ਬੰਦਾ ਦੇਖਿਆ ਕਿ ਕਰਵਾ ਚੌਥ ਦਾ ਵਰਤ ਰੱਖਦਾ, ਕੋਈ ਰੱਖਦਾ ਹੈ, ਉਹ ਕਾਹਦਾ ਵਰਤ ਰੱਖਦਾ ਕਿ ਮੈਂ ਰੋਟੀ ਨਹੀਂ ਖਾਣੀ ਇੰਨੇ ਘੰਟੇ, ਮੈਂ ਪਾਣੀ ਨਹੀਂ ਪੀਣਾ ਇੰਨੇ ਘੰਟੇ, ਹੁੰਦਾ ਕਿ ਨਹੀਂ? ਔਰ ਫਿਰ ਜੇ ਉਹਨੂੰ ਦੁਪਹਿਰ ਨੂੰ ਕੋਈ ਕਵੇ ਲੈ ਭਾਈ ਰੋਟੀ ਖਾ ਲੈ, ਚਾਹ ਪੀ ਲੈ, ਨਹੀਂ ਭਾਈ ਮੇਰਾ ਵਰਤ ਹੈ, ਮੈਂ ਤਾਂ ਸ਼ਾਮ ਨੂੰ 6 ਵਜੇ ਖੋਲ੍ਹਣਾ ਹੈ ਜਾਂ ਸ਼ਾਮ ਨੂੰ 7 ਵਜੇ ਖੋਲ੍ਹਣਾ ਹੈ। ਹੁਣ ਜੇ ਅਸੀਂ ਰੋਟੀ ਪਾਣੀ ਦਾ ਵਰਤ ਰੱਖ ਸਕਦੇ ਤਾਂ ਕੀ ਅਸੀਂ ਕ੍ਰੋਧ ਦਾ ਵਰਤ ਨਹੀਂ ਰੱਖ ਸਕਦੇ ਕਿ ਅੱਜ ਮੈਂ ਇੰਨੇ ਘੰਟੇ? ਔਰ ਇੱਕ ਗੱਲ ਕਹਾਂਗੇ, ਆਹ ਰੋਟੀ ਪਾਣੀ ਦਾ ਵਰਤ ਰੱਖੋ, ਇਹਦਾ ਪਤਾ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ, ਪਰ ਜੇ ਆਪਾਂ ਕ੍ਰੋਧ ਦਾ ਵਰਤ ਰੱਖ ਲਵਾਂਗੇ ਨਾ, ਜੇ ਆਪਾਂ ਖੁਸ਼ ਰਹਿਣ ਦਾ ਵਰਤ ਰੱਖ ਲਵਾਂਗੇ ਤਾਂ ਫਿਰ ਫਰਕ ਸਾਡੇ ਜੀਵਨ 'ਚ ਜ਼ਰੂਰ ਪਏਗਾ। ਇਹ ਗੱਲ ਯਾਦ ਰੱਖ ਕੇ ਦੇਖਣਾ, ਅੱਜ ਕਰਕੇ ਦੇਖਣਾ ਥੋੜਾ ਜਿਹਾ ਐਕਸਪੈਰੀਮੈਂਟ, ਕਿਉਂਕਿ ਘਰ ਦੇ ਵਿੱਚ ਜੇ ਸ਼ਾਂਤੀ ਚਾਹੀਦੀ ਤਾਂ ਰੱਖੋ, ਆਹ 1 ਘੰਟਾ ਸ਼ਾਂਤੀ ਦਾ ਵਰਤ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਤੁਸੀਂ ਆਪ ਦੇਖੋਗੇ ਜਦੋਂ 1 ਘੰਟਾ ਹੋ ਗਿਆ ਤਾਂ ਫਿਰ ਅਗਲੀ ਵਾਰ ਨੂੰ ਸੋਚੋ ਅੱਜ 1 ਘੰਟਾ, ਕੱਲ੍ਹ ਨੂੰ 2 ਘੰਟੇ ਵਾਸਤੇ ਰੱਖਣਾ ਹੈ। ਟਾਈਮ ਵਧਾਉਂਦੇ ਚਲੇ ਜਾਓ, ਕਿਉਂਕਿ ਜਿਹੜੀ ਚੀਜ਼ 1 ਘੰਟਾ ਹੋ ਸਕਦੀ ਉਹ 2 ਘੰਟੇ ਵੀ ਹੋ ਸਕਦੀ ਹੈ, ਫਿਰ 3 ਘੰਟੇ ਵੀ ਹੋ ਸਕਦੀ ਹੈ। ਕਿਉਂਕਿ ਜੇ ਸਾਨੂੰ ਚਾਹੀਦਾ ਕੁਛ ਨਾ ਕੁਛ ਕਦਮ ਤਾਂ ਸਾਨੂੰ ਉਠਾਣੇ ਪੈਣਗੇ, ਕਿਉਂਕਿ ਵੈਸੇ ਵੀ ਜਾਪਾਨ ਦੀ ਕਹਾਵਤ ਹੈ ਕਿ 1000 ਮੀਲ ਦਾ ਸਫ਼ਰ ਵੀ ਪਹਿਲੇ ਕਦਮ ਤੋਂ ਹੀ ਸ਼ੁਰੂ ਹੁੰਦਾ ਹੈ। ਜੇ ਤਾਜ ਮਹਿਲ ਵਰਗੀ ਐਡੀ ਵੱਡੀ ਇਮਾਰਤ ਬਣੀ ਤਾਂ ਉਹ ਵੀ ਪਹਿਲੇ ਪੱਥਰ ਤੋਂ ਬਣੀ ਸੀ, ਕਿਉਂਕਿ ਪਹਿਲਾ ਪੱਥਰ ਰੱਖਿਆ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ, ਫਿਰ ਇੱਦਾਂ ਹੀ ਪੱਥਰ ਜੁੜਦੇ ਗਏ ਤਾਂ ਤਾਜ ਮਹਿਲ ਇੰਨਾ ਸੁੰਦਰ ਬਣ ਗਿਆ। ਇਸੇ ਤਰ੍ਹਾਂ ਤੁਹਾਡਾ ਜੀਵਨ ਵੀ ਸੁੰਦਰ ਬਣ ਸਕਦਾ ਅਗਰ ਅੱਜ ਤੋਂ ਤੁਸੀਂ ਅੱਛੇ ਕਦਮ ਉਠਾਣੇ ਸ਼ੁਰੂ ਕਰ ਦਿਓ ਤਾਂ ਤੁਹਾਡਾ ਜੀਵਨ ਵੀ ਖੁਸ਼ੀਆਂ ਨਾਲ ਭਰਪੂਰ ਹੁੰਦਾ ਚਲਾ ਜਾਏਗਾ। ਬੋਲੋ ਕਰਨਾ ਕਿ ਨਹੀਂ ਅੱਜ ਤੋਂ ਕੋਸ਼ਿਸ਼? ਇਸ ਲਈ ਅੱਛੀਆਂ ਆਦਤਾਂ ਬਣਾਉਣੀਆਂ ਹੈ। ਸੋ ਫਿਰ ਜਾਂਦੇ ਲਾਸਟ ਵਚਨਾਂ 'ਚ ਕਹਾਂਗੇ ਕਿ ਆਦਤ ਦਾ ਮਤਲਬ ਕੀ ਹੁੰਦਾ ਹੈ ਕਿ ਮੈਂ ਉਹ ਕਰਨਾ ਹੈ, ਉਹ ਦੇਖਣਾ ਹੈ ਜਿਹ 'ਚ ਮੈਨੂੰ ਜੀਵਨ 'ਚ ਅੱਛਾ ਰਿਜ਼ਲਟ ਮਿਲੇ, ਅੱਛਾ ਫਾਇਦਾ ਹੋਵੇ। ਜਦੋਂ ਮੈਂ ਖਾਣ ਲੱਗਦਾ ਨਾ ਕੁਛ, ਜਰਾ ਹੁਣ ਗੌਰ ਕਰਨਾ, ਇਹ ਤੁਹਾਨੂੰ ਕਹਿ ਰਹੇ ਕਿ ਆਪਣੇ ਆਪ ਨੂੰ ਪੁੱਛੋ, ਆ ਮੈਂ ਖਾਣ ਲੱਗਾ ਆ, ਇਹ ਮੈਂ ਆਪਣੀ ਸਿਹਤ ਵਾਸਤੇ ਖਾ ਰਿਹਾ ਜਾਂ ਸਵਾਦ ਵਾਸਤੇ ਖਾ ਰਿਹਾ? ਪੁੱਛ ਕੇ ਖਾਓ। ਅਗਰ ਮੈਂ ਸਵਾਦ ਵਾਸਤੇ ਖਾ ਰਿਹਾ, ਕਿਉਂਕਿ ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਵਾਦ ਤਾਂ ਬਹੁਤ ਹੁੰਦੀਆਂ ਪਰ ਸਿਹਤ ਵਾਸਤੇ ਅੱਛੀਆਂ ਨਹੀਂ ਹੁੰਦੀਆਂ ਹੈ, ਤਾਂ ਜਿਹੜਾ ਸਮਝਦਾਰ ਬੰਦਾ ਹੋਏਗਾ ਨਾ ਉਹਨਾਂ ਕਹਿਣਾ ਮੈਂ ਸਿਹਤ ਵਾਸਤੇ ਖਾਣੀਆਂ ਹੈ। ਤਾਂ ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਖਾਣ ਨੂੰ ਸਵਾਦ ਨਹੀਂ ਹੁੰਦੀਆਂ ਪਰ ਸਿਹਤ ਵਾਸਤੇ ਬਹੁਤ ਅੱਛੀਆਂ ਹੁੰਦੀਆਂ। ਤਾਂ ਸਮਝਦਾਰ ਬੰਦਾ ਹਮੇਸ਼ਾ
ਉਹ ਕਰਮ ਕਰੇਗਾ ਜੋ ਉਹਦੇ ਵਾਸਤੇ ਅੱਛਾ ਹੋਵੇ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਇਹ ਲਈ ਹੁਣ ਇੱਦਾਂ ਸਮਝ ਲਓ, ਇੱਕ ਪਾਸੇ ਸਲਾਦ ਰੱਖਿਆ ਹੈ, ਇੱਕ ਪਾਸੇ ਛੋਲੇ ਪੂੜੀਆਂ ਰੱਖੇ ਹੈ ਜਾਂ ਪੀਜ਼ੇ 버ਗਰ ਰੱਖੇ ਹੋਏ ਹੈ। ਹੁਣ ਇੱਕ ਬੰਦਾ ਕਹੇਗਾ ਪੀਜ਼ਾ ਬੜਾ ਸਵਾਦ ਹੁੰਦਾ, 버ਗਰ ਬੜਾ ਸਵਾਦ ਹੁੰਦਾ, ਛੋਲੇ ਪੂੜੀਆਂ ਬੜੀਆਂ ਸਵਾਦ ਹੁੰਦੀਆਂ ਹੈ, ਪਰ ਦੂਜੇ ਪਾਸੇ ਆਹ ਸਲਾਦ ਦਾ ਕੀ ਸਵਾਦ ਹੈ, ਆਹ ਸਬਜ਼ੀਆਂ ਦਾ ਕੀ ਸਵਾਦ ਹੈ। ਪਰ ਜਿਹੜਾ ਸਮਝਦਾਰ ਹੋਏਗਾ ਨਾ, ਉਹ ਕਹੇਗਾ ਭਾਈ ਠੀਕ ਹੈ ਸਬਜ਼ੀਆਂ ਦਾ ਸਵਾਦ ਕੋਈ ਨਹੀਂ, ਪਰ ਹੈਲਥ ਵਾਸਤੇ ਇਹ ਅੱਛੀਆਂ। ਜੇ ਮੈਨੂੰ ਫਿਟਨੈਸ ਚਾਹੀਦੀ ਹੈ, ਅੱਛੀ ਸਿਹਤ ਚਾਹੀਦੀ ਹੈ, ਤਾਂ ਫਿਰ ਮੈਂ ਇਹ ਖਾਵਾਂ। ਕਿਉਂਕਿ ਅੱਜ ਤਾਂ ਡਾਕਟਰ ਵੀ ਕਹਿੰਦੇ ਕਿ ਫਾਸਟ ਫੂਡ ਛੱਡੋ, ਆ ਕੋਕ ਪੀਣਾ ਬੰਦ ਕਰੋ। ਬੋਲੋ ਸਮਝਦੇ ਹੋ ਕਿ ਨਹੀਂ? ਇੱਦਾਂ ਦੀਆਂ ਬੁਰੀਆਂ ਚੀਜ਼ਾਂ, ਡਿੱਬਾ ਬੰਦ ਜਿਹੜੇ ਹੈ ਨਾ ਚੀਜ਼ਾਂ ਬੰਦ ਕਰੋ, ਤਾਂ ਸ਼ੁੱਧ ਚੀਜ਼ਾਂ ਦਾ ਇਸਤੇਮਾਲ ਕਰੋ ਤਾਂ ਕਿ ਜੀਵਨ 'ਚ ਅੱਛਾ ਰਵੇ। ਔਰ ਜਿੱਦਾਂ ਦੱਸਿਆ ਕਿ ਰੋਜ਼ ਇੱਕ ਸੇਬ ਖਾਣ ਨਾਲ ਵੀ ਕਹਿੰਦੇ ਬਿਮਾਰੀਆਂ ਕਈ ਦੂਰ ਰਹਿੰਦੇ। ਚੰਗੀਆਂ ਆਦਤਾਂ ਬਣਾਈਏ। ਅਸੀਂ ਕੰਮ ਬੜੇ ਸੌਖੇ ਹੁੰਦੇ, ਆਸਾਨ ਹੁੰਦੇ ਹੈ, ਪਰ ਕੀ ਕਰੀਏ ਬੰਦਾ ਆਦਤ ਨਹੀਂ ਬਣਾਉਂਦਾ। ਅੱਜ ਤੋਂ ਆਦਤ ਬਣਾਉਣੀ ਹੈ ਆਪਣੀ, ਕਿਉਂਕਿ ਜੀਵਨ ਖੁਸ਼ੀਆਂ ਭਰਿਆ ਚਾਹੀਦਾ ਹੈ, ਤਾਂ ਫਿਰ ਅੱਜ ਤੋਂ ਤਿਆਰੀ ਵੀ ਖੁਸ਼ੀਆਂ ਦੀ ਸ਼ੁਰੂ ਕਰਨੀ ਹੈ। ਹੁਣ ਕਿਤੇ ਘਰ 'ਚ ਵਿਆਹ ਸ਼ਾਦੀ ਹੋਵੇ ਨਾ, ਤਿਆਰੀ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਕਿ ਨਹੀਂ? ਔਰ ਫਿਰ ਜਦੋਂ ਉਹ ਟਾਈਮ ਆਉਂਦਾ ਬੰਦਾ ਕਹਿੰਦਾ ਲੈ ਵੀ ਤਿਆਰੀਆਂ ਕੀਤੀਆਂ ਸੀ ਤਾਂ ਬੜਾ ਵਧੀਆ ਟਾਈਮ ਹੋ ਗਿਆ। ਕਿਉਂਕਿ ਖੁਸ਼ੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਹੈ, ਤੰਦਰੁਸਤੀ ਦੀ ਵੀ ਤਿਆਰੀ ਕਰਨੀ ਪੈਂਦੀ ਹੈ, ਕਾਮਯਾਬੀ ਦੀ ਵੀ ਤਿਆਰੀ ਕਰਨੀ ਪੈਂਦੀ ਹੈ। ਤੁਹਾਨੂੰ ਕੀ ਚਾਹੀਦਾ ਹੈ ਅੱਜ ਤੋਂ ਬਸ ਫੈਸਲਾ ਕਰ ਲਓ, ਮੈਨੂੰ ਆਹ ਚੀਜ਼ ਚਾਹੀਦੀ ਹੈ, ਤੰਦਰੁਸਤੀ, ਖੁਸ਼ੀ, ਕਾਮਯਾਬੀ, ਸਫਲਤਾ। ਅੱਜ ਤੋਂ ਮੈਂ ਤਿਆਰੀ ਕਰਨੀ ਕਿ ਕਰਮ ਉਹ ਕਰਨੇ, ਆਦਤਾਂ ਉਹ ਬਣਾਉਣੀਆਂ ਜਿਹੜੀਆਂ ਮੈਨੂੰ ਮੇਰੀ ਮੰਜ਼ਿਲ ਤੱਕ ਲੈ ਜਾਣ। ਉਹ ਬਣਾਓਗੇ ਕਿ ਨਹੀਂ? ਇਸ ਲਈ ਅੱਜ ਤੋਂ ਅੱਛਾ ਬੋਲੋ, ਆਪਣੇ ਆਪ ਨਾਲ ਵੀ ਅੱਛਾ ਬੋਲੋ। ਅੱਛਾ ਬੋਲਣ ਦਾ ਮਤਲਬ ਕੀ ਹੈ ਕਿ ਆਪਣੇ ਆਪ ਨਾਲ ਪੋਜ਼ਿਟਿਵ ਗੱਲ ਕਰਨੀ ਹੈ। ਪੋਜ਼ਿਟਿਵ ਦਾ ਮਤਲਬ ਜੇ ਅੰਦਰ ਕੋਈ ਡਰ ਦੀ, ਕੋਈ ਚਿੰਤਾ ਦੀ, ਕੋਈ ਨੈਗੇਟਿਵਿਟੀ ਵਾਲੀ ਗੱਲ ਆਵੇ ਤਾਂ ਕਹੋ ਨਹੀਂ, ਉਹ ਮੇਰਾ ਮਾਲਿਕ ਮੇਰੇ ਨਾਲ ਹੈ, ਸਭ ਕੁਝ ਅੱਛਾ ਹੋਏਗਾ। ਕਿਉਂਕਿ ਜਿੱਦਾਂ ਹੀ ਦੱਸਿਆ ਕਿ ਪ੍ਰੇਅਰ ਇਜ਼ ਦਾ ਕੀ ਟੂ ਦਾ ਗੇਟ ਆਫ ਹੈਵਨ। ਇਹ ਜੀਸਸ ਕ੍ਰਾਈਸਟ ਨੇ ਕਿਹਾ ਹੈ ਕਿ ਪ੍ਰੇਅਰ ਇਜ਼ ਦਾ ਕੀ ਟੂ ਦਾ ਗੇਟ ਆਫ ਹੈਵਨ, ਕਿ ਪ੍ਰਾਰਥਨਾ ਸਵਰਗ ਦੇ ਦੁਆਰ ਦੀ ਚਾਬੀ ਹੈ। ਕਿ ਜਦੋਂ ਵੀ ਕੋਈ ਜੀਵਨ 'ਚ ਮੁਸ਼ਕਿਲ ਆਵੇ, ਜਿੱਥੇ ਲੱਗੇ ਮੇਰਾ ਕੋਈ ਬਸ ਨਹੀਂ ਚੱਲਦਾ, ਪ੍ਰਾਰਥਨਾ ਕਰ, ਕਿਉਂਕਿ ਇੱਕ ਤਾਕਤ ਐਸੀ ਹੈ ਜਿਹਦੇ ਬਸ 'ਚ ਸਭ ਕੁਝ ਹੈ। ਜੇ ਤੇਰਾ ਕਿਸੇ ਚੀਜ਼ ਤੇ ਕੰਟਰੋਲ ਹੈ ਨਹੀਂ ਤਾਂ ਉਹਦਾ ਕੰਟਰੋਲ ਸਾਰੀਆਂ ਚੀਜ਼ਾਂ ਤੇ। ਬੰਦਾ ਕਹਿੰਦਾ ਮੈਂ ਇੱਥੇ ਕੀ ਕਰ ਸਕਦਾ, ਮੇਰੇ ਹੱਥ 'ਚ ਨਹੀਂ ਹੈ, ਤਾਂ ਯਾਦ ਰੱਖੀਏ ਤੇਰੇ ਹੱਥ 'ਚ ਨਹੀਂ ਹੈ ਨਾ, ਤਾਂ ਸੱਚੇ ਦਿਲੋਂ ਉਹਦੇ ਅੱਗੇ ਪ੍ਰੇਅਰ ਕਰ, ਪ੍ਰਾਰਥਨਾ ਕਰ, ਦੁਆ ਕਰ, ਅਰਦਾਸ ਕਰ, ਕਿਉਂਕਿ ਉਹਦੇ ਹੱਥ 'ਚ ਸਭ ਕੁਝ ਹੈ। ਜਦੋਂ ਉਹਦੀ, ਤਾਂ ਹੀ ਕਹਿੰਦੇ ਮਿਹਨਤ ਤੇਰੀ ਤਾਂ ਰਹਿਮਤ ਉਹਦੀ। ਜਦੋਂ ਦੋਨੇ ਚੀਜ਼ਾਂ ਮਿਲਦੀਆਂ ਤਾਂ ਫਿਰ ਸਭ ਕੁਝ ਹੁੰਦਾ ਚਲਾ ਜਾਂਦਾ ਹੈ। ਕਿਉਂਕਿ ਮਿਹਨਤ ਦੇ ਨਾਲ ਨਾਲ ਉਹਦੀ ਰਹਿਮਤ ਦਾ ਵੀ ਬਹੁਤ ਬੜਾ ਯੋਗਦਾਨ ਹੁੰਦਾ ਜੀਵਨ 'ਚ ਕਾਮਯਾਬ ਹੋਣ ਵਾਸਤੇ। ਔਰ ਉਹਦੀ ਰਹਿਮਤ ਕਿਹਦਾ ਸਾਥ ਦਿੰਦੀ ਹੈ? ਜਿੱਦਾਂ ਹੀ ਦੱਸਿਆ ਕਿ ਜਿਹੜਾ ਸਵੇਰੇ ਟਾਈਮ ਕੱਢ ਕੇ ਸਭ ਤੋਂ ਪਹਿਲਾਂ ਉਹਨੂੰ ਯਾਦ ਕਰਦਾ ਹੈ। ਤਾਂ ਹੀ ਤਾਂ ਕਹਿੰਦੇ ਨਾ ਸੁਬਹ ਸੁਬਹ ਲੈ ਹਰ ਕਾ ਨਾਮ ਬਣ ਜਾਏਂਗੇ ਬਿਗੜੇ ਕੰਮ। ਜੇ ਸਵੇਰੇ ਸਵੇਰੇ ਉੱਠ ਕੇ ਆਪਣੇ ਹਰੀ ਦਾ ਨਾਮ ਲਏਗਾ, ਪ੍ਰਭੂ ਨੂੰ ਯਾਦ ਕਰੇਗਾ, ਤਾਂ ਤੇਰੇ ਬਿਗੜੇ ਕੰਮ ਬਣਦੇ ਚਲੇ ਜਾਣਗੇ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਬਸ ਇਹ ਕੁਝ ਨਿਯਮ ਅਪਣਾਣੇ ਹੈ। ਅੱਛਾ ਬੋਲਣਾ, ਅੱਛਾ ਦੇਖਣਾ, ਅੱਛਾ ਸੁਣਨਾ, ਅੱਛੀਆਂ ਆਦਤਾਂ, ਔਰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਆਪਣੇ ਮਾਲਿਕ ਨੂੰ, ਆਪਣੇ ਪ੍ਰਭੂ ਨੂੰ ਯਾਦ ਕਰਨਾ ਹੈ। ਤਾਂ ਫਿਰ ਦੇਖੋ ਤੁਹਾਡੇ ਸੁੱਤੇ ਭਾਗ ਕਿੱਦਾਂ ਜਾਗਣਗੇ, ਤੁਹਾਡੇ ਰੁਕੇ ਕੰਮ ਕਿੱਦਾਂ ਬਣਨੇ ਸ਼ੁਰੂ ਹੋ ਜਾਣਗੇ। ਕਿਉਂਕਿ ਜਦੋਂ ਵੀ ਦਿਨ ਦੀ ਸ਼ੁਰੂਆਤ ਕਰਨੀ ਪੂਰੇ ਵਿਸ਼ਵਾਸ ਨਾਲ ਕਿ ਇਹ ਦਿਨ ਮੈਨੂੰ ਮੇਰੇ ਮਾਲਿਕ ਨੇ ਦਿੱਤਾ ਹੈ, ਇਹ ਦਿਨ ਉਹਦੀ ਕਿਰਪਾ ਨਾਲ ਮਿਲਿਆ, ਔਰ ਮੈਨੂੰ ਪੂਰਾ ਯਕੀਨ ਹੈ ਮੈਨੂੰ ਕਾਮਯਾਬੀ ਵੀ ਉਹ ਜ਼ਰੂਰ ਦੇਗਾ। ਕਿਉਂਕਿ ਜਿਹੜੀ ਚੀਜ਼ ਮੇਰੇ ਰੱਬ ਨੇ ਮੈਨੂੰ ਦਿੱਤੀ ਹੈ ਉਹ ਮੇਰੇ ਵਾਸਤੇ ਮਾੜੀ ਨਹੀਂ ਹੋ ਸਕਦੀ, ਮੇਰੇ ਵਾਸਤੇ ਅੱਛੀ ਹੋਏਗੀ। ਵਿਸ਼ਵਾਸ ਰੱਖਣਾ ਹੈ, ਕਿਉਂਕਿ ਦਿਨ ਉਹਦੀ ਕਿਰਪਾ ਨਾਲ ਮਿਲਦਾ ਹੈ, ਔਰ ਆਉਣ ਵਾਲਾ ਸਮਾਂ ਉਹਦੇ ਹੱਥ 'ਚ ਹੈ। ਤਾਂ ਜਿਹੜੀ ਚੀਜ਼ ਮੇਰੇ ਰੱਬ ਦੇ ਹੱਥ 'ਚ ਹੈ ਉਹ ਮੇਰੇ ਵਾਸਤੇ ਮਾੜੀ ਕਦੀ ਹੋ ਹੀ ਨਹੀਂ ਸਕਦੀ। ਇਹ ਸੋਚ ਆਪਣੇ ਅੰਦਰ ਰੱਖਣੀ ਹੈ। ਬੋਲੋ ਰੱਖੋਗੇ ਕਿ ਨਹੀਂ? ਸੋ ਇਸ ਲਈ ਅੱਜ ਤੋਂ ਬਸ ਇਹ ਨਿਯਮ ਅਪਣਾਓ, ਤਾਂ ਫਿਰ ਦੇਖੋ ਤੁਹਾਡੇ ਜੀਵਨ 'ਚ ਕਿੱਦਾਂ ਸੁੱਖ ਉਪਜਦੇ ਹੈ, ਕਿੱਦਾਂ ਖੁਸ਼ੀਆਂ ਆਉਂਦੀਆਂ ਹੈ, ਕੋਈ ਕਮੀ ਨਹੀਂ ਤੁਹਾਨੂੰ ਰਹੇਗੀ। ਕਿਉਂਕਿ ਜਿਹੜਾ ਆਪਣੇ ਰੱਬ ਤੇ ਵਿਸ਼ਵਾਸ ਰੱਖਦਾ ਹੈ, ਆਪਣੇ ਮਾਲਿਕ ਤੇ ਯਕੀਨ ਰੱਖਦਾ ਹੈ, ਕਿ ਜਿਸ ਤਰ੍ਹਾਂ ਦੱਸਿਆ ਪਹਿਲਾਂ ਹੀ ਕਿ ਗੁਰੂਆਂ ਨੇ ਵੀ ਫਰਮਾਨ ਕੀਤਾ ਕਿ ਸਭ ਸੁਖ ਦਾਤਾ ਰਾਮ ਹੈ, ਦੂਸਰਾ ਨਾ ਹੈ ਕੋਈ। ਕਿ ਜਦੋਂ ਉਹ ਸੁੱਖਾਂ ਦੇ ਦਾਤੇ ਤੇ ਅਸੀਂ ਵਿਸ਼ਵਾਸ ਰੱਖਦੇ ਹਾਂ ਨਾ, ਤਾਂ ਦਾਤਾਂ ਦੀ ਕਮੀ ਕਦੀ ਉਹ ਸਾਨੂੰ ਆ ਨਹੀਂ ਦਿੰਦਾ। ਇਸ ਲਈ ਵਿਸ਼ਵਾਸ ਰੱਖੋ ਉਹ ਤਾਕਤ ਤੇ ਕਿ ਜਿਹੜਾ ਪੂਰੇ ਬ੍ਰਹਿਮੰਡ ਨੂੰ ਸੰਭਾਲ ਰਿਹਾ ਹੈ, ਸਾਰੀ ਧਰਤੀ ਨੂੰ ਹਵਾ 'ਚ ਜਾਂ ਇੰਨੇ ਗ੍ਰਹਿਾਂ ਨੂੰ ਹਵਾ 'ਚ ਸੰਭਾਲ ਰਿਹਾ, ਉਹ ਸਾਡੇ ਜੀਵਨ ਦੀ ਸੰਭਾਲ ਜ਼ਰੂਰ ਕਰੇਗਾ। ਉਹ ਮੈਨੂੰ ਹਰ ਮੁਸ਼ਕਿਲ 'ਚੋਂ ਜ਼ਰੂਰ ਕੱਢੇਗਾ, ਉਹ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵੇਗਾ। ਕਿਉਂਕਿ ਜਿਸ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਜੇ ਉਹ ਮੇਰੇ ਜੀਵਨ ਦਾ ਮਾਲਿਕ ਹੈ, ਜੇ ਉਹ ਮੇਰਾ ਪਿਤਾ ਹੈ, ਤਾਂ ਮੇਰੀਆਂ ਸਾਰੀਆਂ ਜ਼ਰੂਰਤਾਂ ਵੀ ਜ਼ਰੂਰ ਉਹ ਪੂਰੀਆਂ ਕਰੇਗਾ। ਇਹ ਵਿਸ਼ਵਾਸ ਰੱਖਣਾ ਆਪਣੇ ਮਾਲਿਕ ਤੇ, ਔਰ ਇਸ ਵਿਸ਼ਵਾਸ ਨਾਲ ਕਦਮ ਵਧਾਉਣਾ ਹੈ। ਤਾਂ ਦੇਖੋ ਫਿਰ ਜੀਵਨ 'ਚ ਕੋਈ ਕਮੀ ਨਹੀਂ ਆਏਗੀ, ਕੋਈ ਤੋਟ ਨਹੀਂ ਆਏਗੀ, ਕੋਈ ਘਾਟ ਨਹੀਂ ਆਏਗੀ, ਔਰ ਹਰ ਖੁਸ਼ੀ ਤੁਹਾਨੂੰ ਮਿਲਦੀ ਚਲੀ ਜਾਏਗੀ। ਔਰ ਹੁਣ ਸਮਾਂ ਕਾਫੀ ਹੋ ਗਿਆ ਹੈ, ਇਸ ਲਈ ਹੁਣ ਅਸੀਂ ਸਤਸੰਗ ਨੂੰ ਅੰਤਿਮ ਬਚਨਾਂ 'ਚ ਸਮਾਪਤੀ ਤਰਫ ਲੈ ਕੇ ਜਾਵਾਂਗੇ।
ਔਰ ਇਹ ਸਮਾਪਤੀ ਇਹਦੇ ਨਾਲ ਹੀ ਕਰਾਂਗੇ ਕਿ ਜਿਸ ਤਰ੍ਹਾਂ ਬਾਬਾ ਫਰੀਦ ਨੇ ਵੀ ਕਿਹਾ ਹੈ ਕਿ ਫਰੀਦਾ ਮੈਨੂੰ ਮੁੰਜ ਕਰ ਨਿੱਕਾ ਕਰ ਕਰ ਕੁੱਟ ਭਰੇ ਖਜ਼ਾਨੇ ਰੱਬ ਦੇ ਫਿਰ ਜੋ ਚਾਹੇ ਸੋ ਲੁੱਟੋ। ਕਹਿੰਦੇ ਰੱਬ ਦੇ ਖਜ਼ਾਨੇ ਭਰੇ ਹੋਏ, ਲੁੱਟਣਾ ਤੈਨੂੰ ਪੈਣਾ ਹੈ ਕਿਉਂਕਿ ਉਹ ਤਾਂ ਦੇਣ ਨੂੰ ਤਿਆਰ ਹੈ, ਉਹਦੇ ਦਰਵਾਜ਼ੇ ਤਾਂ 24 ਘੰਟੇ ਖੁੱਲੇ ਹੈ। ਕਿ ਬਸ ਇਹ ਆਪਣੀ ਮੈਂ ਨੂੰ ਮਾਰਨਾ ਪੈਣਾ ਹੈ। ਜਿਹੜੀ ਬੰਦਾ ਹਰ ਵੇਲੇ ਮੈਂ ਕਰਦਾ ਨਾ, ਉਹ ਕਹਿੰਦੇ ਹੰਕਾਰ ਨੂੰ ਤਿਆਗ, ਨਿਮਰਤਾ ਆਪਣੇ ਅੰਦਰ ਲਿਆ ਔਰ ਆਪਣੇ ਰੱਬ ਤੇ ਵਿਸ਼ਵਾਸ ਰੱਖ, ਤਾਂ ਫਿਰ ਉਹਦੇ ਖਜ਼ਾਨਿਆਂ 'ਚ ਕੋਈ ਤੋਟ ਨਹੀਂ ਹੈ, ਉਹਦੇ ਖਜ਼ਾਨਿਆਂ 'ਚ ਕੋਈ ਕਮੀ ਨਹੀਂ ਹੈ। ਫਿਰ ਤੂੰ ਜੋ ਚਾਹਵੇਂ ਉਹਦੇ ਘਰ 'ਚੋਂ ਹਾਸਿਲ ਕਰ ਸਕਦਾ ਹੈ ਕਿਉਂਕਿ ਉਹਦੇ ਹੱਥ 'ਚ ਸਭ ਕੁਝ ਹੈ। ਬਸ ਤੂੰ ਵਿਸ਼ਵਾਸ ਰੱਖਣਾ ਆਪਣੇ ਮਾਲਿਕ ਤੇ, ਆਪਣੇ ਪਰਮਾਤਮਾ ਤੇ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਯਕੀਨ ਹੈ ਜੇ ਅੱਜ ਮੇਰੇ ਜੀਵਨ 'ਚ ਕੋਈ ਪ੍ਰੋਬਲਮ ਹੈ ਤਾਂ ਇਹਦਾ ਹੱਲ ਵੀ ਜ਼ਰੂਰ ਹੋਏਗਾ। ਜੇ ਅੱਜ ਮੇਰੇ ਜੀਵਨ 'ਚ ਕੋਈ ਮੁਸ਼ਕਿਲ ਹੈ ਤਾਂ ਮੁਸ਼ਕਿਲ ਦੂਰ ਵੀ ਜ਼ਰੂਰ ਹੋਏਗੀ। ਜੇ ਅੱਜ ਮੇਰੇ ਜੀਵਨ 'ਚ ਕੋਈ ਰੋਗ ਹੈ, ਕੋਈ ਬਿਮਾਰੀ ਹੈ, ਤਾਂ ਮੈਨੂੰ ਪੂਰਾ ਯਕੀਨ ਹੈ ਉਹ ਤਾਕਤ ਤੇ ਕਿ ਮੇਰੇ ਸਾਰੇ ਦੁੱਖਾਂ ਨੂੰ ਉਹ ਜ਼ਰੂਰ ਦੂਰ ਕਰੇਗੀ ਔਰ ਮੈਨੂੰ ਹਰ ਮੁਸ਼ਕਿਲ 'ਚੋਂ ਕੱਢ ਕੇ ਖੁਸ਼ੀਆਂ ਤੱਕ ਲੈ ਕੇ ਜਾਏਗੀ। ਜਦੋਂ ਇਹ ਵਿਸ਼ਵਾਸ ਤੁਹਾਡੇ ਅੰਦਰ ਆਉਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਆਪ ਦੇਖੋਗੇ ਕਿ ਤੁਹਾਡੇ ਕੰਮ ਵਿਗੜੇ ਹੋਏ ਵੀ ਬਣਨੇ ਸ਼ੁਰੂ ਹੋ ਜਾਣਗੇ। ਇਸ ਲਈ ਵਿਸ਼ਵਾਸ ਰੱਖੋ ਆਪਣੇ ਮਾਲਿਕ ਤੇ। ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਹੋਵੇ, ਕਾਮਯਾਬੀ ਭਰਿਆ ਹੋਵੇ। ਇਹੀ ਅਸੀਂ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਡੀਆਂ ਸਭ ਦੀਆਂ ਪਰੇਸ਼ਾਨੀਆਂ ਨੂੰ, ਤਕਲੀਫਾਂ, ਦੁੱਖਾਂ, ਦਰਦਾਂ ਨੂੰ ਦੂਰ ਕਰੇ ਔਰ ਤੁਹਾਨੂੰ ਸਭ ਨੂੰ ਖੁਸ਼ੀਆਂ ਦੇ ਨਾਲ, ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ ਭਰਪੂਰ ਕਰੇ ਔਰ ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਕਾਮਯਾਬੀ, ਸਫਲਤਾ ਭਰਿਆ ਹੋਵੇ। ਉਹ ਮਾਲਿਕ ਤੁਹਾਡੇ ਅੰਦਰ ਇੰਨਾ ਪ੍ਰੇਮ, ਇੰਨਾ ਵਿਸ਼ਵਾਸ ਪੈਦਾ ਕਰ ਦੇਵੇ ਕਿ ਕੋਈ ਵੀ ਮੁਸ਼ਕਿਲ, ਕੋਈ ਵੀ ਤਕਲੀਫ ਤੁਹਾਡੇ ਸਾਹਮਣੇ ਆਵੇ ਤਾਂ ਤੁਸੀਂ ਡਰੋ ਨਾ, ਬਲਕਿ ਤੁਹਾਡੇ ਅੰਦਰ ਵਿਸ਼ਵਾਸ ਇੰਨਾ ਬੜਾ ਹੋਵੇ ਕਿ ਇਹ ਤਕਲੀਫ ਬੜੀ ਛੋਟੀ ਹੈ ਤਾਂ ਮੇਰਾ ਮਾਲਿਕ, ਉਹਦੀ ਰਹਿਮਤ ਬਹੁਤ ਬੜੀ ਹੈ। ਇੱਦਾਂ ਦਾ ਤੁਹਾਡਾ ਬੜਾ ਵਿਸ਼ਵਾਸ ਹੋਵੇ ਕਿਉਂਕਿ ਜਿਨ੍ਹਾਂ ਦਾ ਵਿਸ਼ਵਾਸ ਬੜਾ ਹੈ, ਜਿਨ੍ਹਾਂ ਦੀ ਸੋਚ ਬੜੀ ਹੈ, ਫਿਰ ਜਿੱਤ ਵੀ ਉਹਨਾਂ ਦੀ ਹੁੰਦੀ ਹੈ। ਸੋ ਮਾਲਿਕ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਣ, ਕਾਮਯਾਬੀ ਦੇਣ, ਸਫਲਤਾ ਦੇਣ। ਔਰ ਜ਼ਰਾ ਮੁਸਕਰਾ ਕੇ ਦਿਖਾਓ, ਥੋੜ੍ਹਾ ਜਿਹਾ ਹੱਸ ਕੇ ਦਿਖਾਓ। ਬਸ ਆਹ ਜਿਹੜੀ ਤੁਹਾਡੀ ਮੁਸਕਰਾਹਟ ਹੈ ਨਾ, ਇਹ ਮਾਲਕ ਇੱਦਾਂ ਹੀ ਕਿਰਪਾ ਕਰਨ ਕਿ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਸਦਾ ਬਣੀ ਰਹੇ, ਤੁਹਾਡੇ ਜੀਵਨ 'ਚ ਖੁਸ਼ੀਆਂ ਦੇ ਰੰਗ ਸਦਾ ਭਰੇ ਰਹਿਣ। ਜਿੱਦਾਂ ਇਸ ਵੇਲੇ ਤੁਸੀਂ ਮੁਸਕਰਾ ਰਹੇ ਹੋ, ਹੱਸ ਰਹੇ ਹੋ, ਇਹ ਖੁਸ਼ੀਆਂ ਸਦਾ ਹੀ ਤੁਹਾਡੇ ਜੀਵਨ 'ਚ ਬਣੀਆਂ ਰਹਿਣ। ਜਿੱਧਰ ਵੀ ਜਾਓ ਖੁਸ਼ੀਆਂ ਨਾਲ ਜਾਓ, ਜਦੋਂ ਵੀ ਆਓ ਖੁਸ਼ੀਆਂ ਨਾਲ ਆਓ। ਇੱਦਾਂ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇ ਕਿ ਤੁਹਾਨੂੰ ਕੋਈ ਤੋਟ, ਕੋਈ ਘਾਟ, ਕੋਈ ਕਮੀ ਨਾ ਰਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਉਹ ਮਾਲਿਕ ਸਦਾ ਤੁਹਾਨੂੰ ਖੁਸ਼ੀਆਂ ਦੇਣ। ਜੈ ਮਾਲਕਾਂ ਦੀ।